Hello, dear aspirants. I welcome you all to this beautiful platform of Burma Academy. So, as you all know, ਆਪਣੇ ਇਸ ਪਲੇਟਫਾਰਮ ਦੇ ਉੱਤੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਤੁਹਾਡੇ ਲਈ ਮਟੀਰੀਅਲ ਹੈ ਜੋ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ ਸੋ ਦੈਟ ਤੁਸੀਂ ਜੇ ਆਪਣੀ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋ ਉਹਦੇ ਵਿੱਚ ਅਸੀਂ ਤੁਹਾਡੀ ਹੈਲਪ ਕਰ ਸਕੀਏ ਤੇ ਜਿਹੜਾ ਵੀ ਕੰਟੈਂਟ ਤੁਹਾਨੂੰ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਉਹ ਜਿਹੜਾ ਤੁਹਾਡੇ ਲਈ ਹੈਲਪਫੁਲ ਹੋ ਸਕੇ ਤਾਂ ਆਪਾਂ ਜਿਹੜਾ ਹੈ ਕਾਫੀ ਟੌਪਿਕ ਹੈ ਜਿਹੜੇ ਕਵਰ ਕਰ ਚੁੱਕੇ ਹਾਂ ਇੰਗਲਿਸ਼ ਦੇ ਵਿੱਚ ਤੁਹਾਡੇ ਗ੍ਰਾਮਰ ਦੇ ਵਿੱਚ ਜਿਹੜੇ ਆਪਾਂ ਨਾਉਨ ਪ੍ਰਨਾਉਨ ਦੇ ਟੌਪਿਕ ਕੀਤੇ ਆ ਕੰਜੰਕਸ਼ਨ ਦਾ ਟੌਪਿਕ ਹੈ ਜਿਹੜਾ ਆਪਣਾ ਕਰੰਟਲੀ ਚੱਲ ਰਿਹਾ ਹੈ ਪ੍ਰੈਪੋਜੀਸ਼ਨ ਦਾ ਟੌਪਿਕ ਆਪਾਂ ਕਰ ਚੁੱਕੇ ਹਾਂ ਇਸ ਤੋਂ ਇਲਾਵਾ ਆਪਾਂ ਜਿਹੜਾ ਹੈਗਾ ਕੁਝ ਟੌਪਿਕ ਜਿਹੜੇ ਆਪਣੇ ਰਹਿੰਦੇ ਆ ਵੌਇਸ ਨਰੇਸ਼ਨ ਦਾ ਰਹਿੰਦਾ ਹੈ ਜਾਂ ਫਿਰ ਆਪਣਾ ਇੱਕ ਟੌਪਿਕ ਆਪਾਂ ਕੁਐਸਚਨ ਟੈਗ ਕਰਾਂਗੇ ਉਹ ਰਹਿੰਦਾ ਉਹ ਵੀ ਆਪਾਂ ਜਿਹੜਾ ਹੈ ਕਲਾਸਿਸ ਦੇ ਵਿੱਚ ਤੁਹਾਨੂੰ ਕਰਵਾਵਾਂਗੇ ਹਾਂਜੀ ਤਾਂ ਅੱਜ ਦੀ ਜਿਹੜੀ ਕਲਾਸ ਹੋਏਗੀ ਤੁਹਾਡੇ ਕੰਜੰਕਸ਼ਨ ਦੇ ਉੱਤੇ ਹੋਏਗੀ ਜਿੰਨੇ ਵੀ ਟੌਪਿਕ ਆਪਾਂ ਪਿੱਛੇ ਕੀਤੇ ਆ ਨਾउन ਪ੍ਰਨਾउन ਹੋ ਗਿਆ ਤੁਹਾਡਾ ਆਰਟੀਕਲ ਹੋ ਗਿਆ ਐਡਜੈਕਟਿਵ ਤੇ ਐਡਵਰਬ ਦੇ ਟੌਪਿਕ ਆਪਾਂ ਡਿਸਕਸ ਕੀਤੇ ਆ ਤੁਹਾਡਾ ਪ੍ਰੈਪੋਜੀਸ਼ਨ ਦਾ ਟੌਪਿਕ ਆਪ ਤੁਸੀਂ ਕਰ ਚੁੱਕੇ ਹੋ ਤੇ ਕੰਜੰਕਸ਼ਨ ਦੀਆਂ ਕਲਾਸਿਸ ਤੁਹਾਡੀਆਂ ਚੱਲ ਰਹੀਆਂ ਤਾਂ ਤੁਸੀਂ ਇਹ ਜਿਹੜੇ ਟੌਪਿਕ ਆਪਣੇ ਪੈਂਡਿੰਗ ਨਹੀਂ ਰੱਖਣੇ ਇਹਨਾਂ ਨੂੰ ਕੰਪਲੀਟ ਕਰ ਲੈਣਾ ਸੈਕੰਡ ਜਿਹੜਾ ਹੈਗਾ ਤੁਹਾਡੇ ਤਿੰਨ ਚਾਰ ਟੌਪਿਕ ਜਿਹੜੇ ਗ੍ਰਾਮਰ ਪੋਰਸ਼ਨ ਦੇ ਵਿੱਚ ਰਹਿ ਚੁੱਕੇ ਤਾਂ ਆਪਾਂ ਜਿਹੜਾ ਉਹਨਾਂ ਨੂੰ ਵੀ ਵਨ ਬਾਏ ਵਨ ਜਿਹੜਾ ਡਿਸਕਸ ਕਰਾਂਗੇ ਇਸੇ ਤਰੀਕੇ ਨਾਲ ਤੁਹਾਨੂੰ ਜਿਹੜਾ ਹੈਗਾ A1 ਲੈਵਲ ਦਾ ਕੰਟੈਂਟ ਆਪਾਂ ਪ੍ਰੋਵਾਈਡ ਕਰਵਾਵਾਂਗੇ ਸੋ ਦੈਟ ਤੁਸੀਂ ਐਗਜ਼ਾਮ ਦੇ ਵਿੱਚ ਜਿਹੜਾ ਇਹਨਾਂ ਨੂੰ ਅਪਲਾਈ ਕਰ ਸਕੋ ਤੇ ਆਪਣੇ ਜਿਹੜੇ ਸਕੋਰ ਹੈ ਉਹ ਗੇਨ ਕਰ ਸਕੋ ਹਾਂਜੀ ਤਾਂ ਜੋ ਵੀ ਸਟੂਡੈਂਟ ਚੈਨਲ ਦੇ ਉੱਤੇ ਨਿਊ ਨੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਹਰ ਇੱਕ ਜਿਵੇਂ ਕਹ ਲਓ ਤੁਹਾਡੇ ਚੈਨਲ ਦਾ ਇੱਕ ਟੈਲੀਗ੍ਰਾਮ ਗਰੁੱਪ ਹੁੰਦਾ ਹੈ ਇਸੇ ਤਰੀਕੇ ਨਾਲ ਆਪਣੇ ਵੀ ਚੈਨਲ ਦਾ ਇੱਕ ਟੈਲੀਗ੍ਰਾਮ ਗਰੁੱਪ ਹੈ ਜਿਹਨੂੰ ਤੁਸੀਂ ਇਹ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਏਗਾ ਉੱਥੋਂ ਜੁਆਇਨ ਕਰ ਸਕਦੇ ਹੋ ਇੱਥੇ ਤੁਹਾਨੂੰ ਹਰ ਇੱਕ ਇੰਪੋਰਟੈਂਟ ਨੋਟੀਫਿਕੇਸ਼ਨ ਪ੍ਰੋਵਾਈਡ ਕਰਵਾਈ ਜਾਂਦੀ ਹੈ ਸੈਕਿੰਡ ਜਿਹੜੇ ਵੀ YouTube ਦੇ ਉੱਤੇ ਤੁਹਾਡੇ ਸੈਸ਼ਨ ਹੁੰਦੇ ਆ YouTube ਦੇ ਉੱਤੇ ਹੋਣ ਵਾਲੇ ਹਰ ਇੱਕ ਸੈਸ਼ਨ ਦੀ ਕਲਾਸ ਦੇ PPT ਨੋਟਸ ਹੈ ਜਿਹੜੇ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਉੱਤੇ ਪ੍ਰੋਵਾਈਡ ਕਰਵਾਏ ਜਾਂਦੇ ਜਿਨ੍ਹਾਂ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ ਉਹਨਾਂ ਦਾ ਪ੍ਰਿੰਟ ਆਊਟ ਲੈ ਸਕਦੇ ਹੋ ਪਲੱਸ ਉੱਥੋਂ ਜਿਹੜਾ ਆਪਣਾ ਰਿਵਾਈਜ਼ ਹੈ ਜਿਹੜਾ ਕੰਸੈਪਟ ਕਰ ਸਕਦੇ ਹੋ ਥਰਡ ਮੋਸਟ ਇੰਪੋਰਟੈਂਟ ਥਿੰਗ ਹੈ ਜੀ ਤੁਹਾਡੀ ਟੈਲੀਗ੍ਰਾਮ ਗਰੁੱਪ ਦਾ ਸਭ ਤੋਂ ਵੱਡਾ ਬੈਨੀਫਿਟ ਕਿ ਤੁਸੀਂ ਜਿਸ ਵੀ ਐਗਜ਼ਾਮ ਦੀ ਪ੍ਰੈਪਰੇਸ਼ਨ ਕਰਦੇ ਹੋ ਹੁਣ ਉਹ ਐਗਜ਼ਾਮ ਦੀ ਪ੍ਰੈਪਰੇਸ਼ਨ ਤਾਂ ਤੁਸੀਂ ਕਰ ਰਹੇ ਹੋ ਜਿੰਨਾ ਚਿਰ ਉਹਦੇ ਪ੍ਰੀਵੀਅਸ ਈਅਰ ਕੁਐਸਚਨ ਜਾਂ ਐਮਸੀਕਿਊ ਟਾਈਪ ਕੁਐਸਚਨ ਤੁਸੀਂ ਨਹੀਂ ਲਗਾਓਗੇ ਤਾਂ ਤੁਹਾਨੂੰ ਪ੍ਰੈਪਰੇਸ਼ਨ ਦਾ ਪਤਾ ਨਹੀਂ ਲੱਗਦਾ ਕਿ ਤੁਹਾਡੀ ਕਿੰਨੀ ਕੁ ਤਿਆਰੀ ਹੋਈ ਹੈ ਸੋ ਉਸੇ ਦੇ ਲਈ ਹੈ ਜਿਹੜਾ ਤੁਹਾਡੇ ਲਈ ਕੁਇਜ਼ ਤੇ ਪੋਲਸ ਹੈ ਜਿਹੜੇ ਟੈਲੀਗ੍ਰਾਮ ਗਰੁੱਪ ਉੱਪਰ ਸ਼ੇਅਰ ਕੀਤੇ ਜਾਂਦੇ ਜਿਨ੍ਹਾਂ ਨੂੰ ਤੁਸੀਂ ਪਾਰਟਿਸਿਪੇਟ ਕਰ ਸਕਦੇ ਹੋ ਤੇ ਆਪਣਾ ਜਿਹੜਾ ਤਿਆਰੀ ਦਾ ਲੈਵਲ ਹੈ ਉਹ ਵੀ ਚੈੱਕ ਕਰ ਸਕਦੇ ਹੋ ਹਾਂਜੀ ਤਾਂ ਆਪਣੀ ਜਿਹੜੀ ਕਲਾਸ ਆਪਾਂ ਸਟਾਰਟ ਕਰਾਂਗੇ ਕੰਜੰਕਸ਼ਨ ਦੀ ਥਰਡ ਕਲਾਸ ਜੋ ਵੀ ਸਟੂਡੈਂਟ ਚੈਨਲ ਤੇ ਨਿਊ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਲੈਣਾ ਤਾਂ ਜੋ ਨਵੇਂ ਜਿਹੜੇ ਵੀ ਆਪਣੇ ਕੋਲੇ ਚੈਨਲ ਦੇ ਉੱਤੇ ਵੀਡੀਓਜ਼ ਅਪਲੋਡ ਹੁੰਦੀਆਂ ਨੇ ਕੋਈ ਵੀ ਕਲਾਸ ਤੁਹਾਡੀ ਅਪਲੋਡ ਹੁੰਦੀ ਹੈ ਤਾਂ ਉਹਦਾ ਲਿੰਕ ਹੈ ਜਿਹੜਾ ਤੁਹਾਨੂੰ ਮਿਲ ਜੇ ਤੇ ਤੁਸੀਂ ਜਿਹੜੀ ਕਲਾਸ ਟਾਈਮ ਤੇ ਅਟੈਂਡ ਕਰ ਸਕੋ ਹਾਂਜੀ ਤਾਂ ਪਿਛਲੀ ਕਲਾਸ ਦੇ ਵਿੱਚ ਜਿਹੜਾ ਆਪਾਂ ਫਰਸਟ ਤੇ ਸੈਕੰਡ ਕਲਾਸ ਕੀਤੀ ਹੈ ਜਦੋਂ ਕੰਜੰਕਸ਼ਨ ਦੀ ਉੱਥੇ ਤੁਹਾਨੂੰ ਡੈਫੀਨੇਸ਼ਨ ਦੱਸੀ ਗਈ ਹੈ ਕੰਜੰਕਸ਼ਨ ਦੀ ਟਾਈਪਸ ਆਪਾਂ ਕੰਜੰਕਸ਼ਨ ਦੀਆਂ ਕੀਤੀਆਂ ਨੇਗੀਆਂ ਤਿੰਨ ਟਾਈਪ ਕੀਤੀਆਂ ਬੇਸਿਕਲੀ ਕੋਆਰਡੀਨੇਟਿੰਗ ਕੰਜੰਕਸ਼ਨ ਸਬਆਰਡੀਨੇਟਿੰਗ ਕੰਜੰਕਸ਼ਨ ਐਂਡ ਕੋਰਿਲੇਟਿਵ ਕੰਜੰਕਸ਼ਨਸ ਤਿੰਨੋਂ ਟਾਈਪਸ ਨੂੰ ਤੁਹਾਨੂੰ ਵਨ ਬਾਏ ਵਨ ਜਿਹੜਾ ਬਹੁਤ ਕਲੀਅਰ ਤਰੀਕੇ ਨਾਲ ਜਿਹੜਾ ਦੱਸਿਆ ਗਿਆ ਕੋਆਰਡੀਨੇਟਿੰਗ ਕੰਜੰਕਸ਼ਨ ਦਾ ਯੂਜ਼ ਕਿੱਥੇ ਹੋਏਗਾ ਫੈਨ ਬॉय ਦੀ ਤੁਹਾਨੂੰ ਟ੍ਰਿਕ ਵੀ ਕਰਵਾਈ ਹੈ ਸੈਕਿੰਡ ਆਪਾਂ ਸਬਆਰਡੀਨੇਟਿੰਗ ਕੰਜੰਕਸ਼ਨ ਬਾਰੇ ਦੇਖਿਆ ਸੀ ਕਿ ਸਬਆਰਡੀਨੇਟਿੰਗ ਕੰਜੰਕਸ਼ਨ ਹੁੰਦੇ ਕੀ ਨੇ ਤੇ ਉਹਨਾਂ ਨੂੰ ਸੈਂਟੈਂਸਸ ਦੇ ਵਿੱਚ ਕਿਸ ਤਰੀਕੇ ਨਾਲ ਯੂਜ਼ ਕੀਤਾ ਜਾਂਦਾ ਹੈ ਤੇ ਥਰਡ ਆਪਾਂ ਕੋਰਿਲੇਟਿਵ ਕੰਜੰਕਸ਼ਨ ਨਾਲ ਰਿਲੇਟਡ ਸੀ ਜਿਹੜਾ ਆਪਣੇ ਵਰਡਸ ਉਹ ਵੀ ਚੈੱਕ ਕੀਤੇ ਸੀ ਸੋ ਤੁਹਾਨੂੰ ਦੱਸਿਆ ਸੀ ਕਿ ਕੋਰਿਲੇਟਿਵ ਕੰਜੰਕਸ਼ਨ ਦਾ ਮੋਸਟ ਇੰਪੋਰਟੈਂਟ ਟੌਪਿਕ ਹੈ ਜਿਹਦੇ ਵਿੱਚੋਂ ਲਾ ਲਓ 90 to 95% ਜਿਹੜੇ ਕੁਐਸਚਨ ਤੁਹਾਡੇ ਪੁੱਛੇ ਜਾਂਦੇ ਆ ਬਾਕੀ ਜਿਹੜਾ 5 to 4% ਪਾਰਟ ਰਹਿ ਜਾਂਦਾ ਉਹ ਤੁਹਾਡਾ ਕੋਰਿਲੇਟ ਆਪਣਾ ਕੋਆਰਡੀਨੇਟਿੰਗ ਕੰਜੰਕਸ਼ਨ ਤੇ ਆਪਣੇ ਸਬਆਰਡੀਨੇਟਿੰਗ ਕੰਜੰਕਸ਼ਨ ਦੇ ਵਿੱਚ ਆ ਜਾਣਾ ਹੈ ਹਾਂਜੀ ਤਾਂ ਅੱਜ ਦੀ ਜਿਹੜੀ ਕਲਾਸ ਹੋਏਗੀ ਤੁਹਾਨੂੰ ਪਹਿਲਾਂ ਤਾਂ ਪਿਛਲੀ ਕਲਾਸ ਦੇ ਵਿੱਚ ਤੁਹਾਨੂੰ ਇੱਕ ਹੋਮਵਰਕ ਕੁਐਸਚਨ ਦਿੱਤਾ ਗਿਆ ਸੀ ਸਭ ਤੋਂ ਪਹਿਲਾਂ ਆਪਾਂ ਇਸ ਕੁਐਸਚਨ ਦਾ ਆਨਸਰ ਦੇਖਾਂਗੇ ਤੁਹਾਨੂੰ ਆਨਸਰ ਦੱਸਾਂਗੇ ਆਈ ਹੋਪ ਤੁਸੀਂ ਸਾਰਿਆਂ ਨੇ ਕੁਐਸਚਨ ਅਟੈਂਡ ਕਰ ਲਿਆ ਹੋਣਾ ਸੋਲਵ ਕਰ ਲਿਆ ਹੋਣਾ ਪਲੱਸ ਇਹਦਾ ਜਿਹੜਾ ਤੁਸੀਂ ਤੁਹਾਨੂੰ ਦੱਸਿਆ ਗਿਆ ਸੀ ਕਿ ਤੁਸੀਂ ਸਾਰਿਆਂ ਨੇ ਇਹ ਕੁਐਸਚਨ ਨੂੰ ਸੋਲਵ ਕਰਕੇ ਇਹਦਾ ਜਿਹੜਾ ਆਨਸਰ ਹੈ ਕਮੈਂਟ ਬਾਕਸ ਦੇ ਵਿੱਚ ਪੋਸਟ ਕਰਨਾ ਸੋ ਬਹੁਤ ਸਾਰੇ ਸਟੂਡੈਂਟ ਨੇ ਕੀਤਾ ਵੀ ਹੋਏਗਾ ਸੋ ਦੇਖੋ ਜੀ ਆਪਣਾ ਜਿਹੜਾ 9 ਨੰਬਰ ਕੁਐਸਚਨ ਸੀ ਤੁਹਾਡਾ ਲਾਸਟ ਕਲਾਸ ਦਾ ਸੈਕੰਡ ਕਲਾਸ ਦਾ ਜਿੱਥੇ ਤੁਹਾਨੂੰ ਦਿੱਤਾ ਗਿਆ ਸੀ he is anxious not only to acquire knowledge but also eager to display it ਸਭ ਤੋਂ ਪਹਿਲਾਂ ਤਾਂ ਇਹ ਕਿਹੜੇ ਟੌਪਿਕ ਦਾ ਕੁਐਸਚਨ ਹੈ ਜੀ ਇਹ ਹੈ ਕੋਰਿਲੇਟਿਵ ਦਾ ਕੋਰਿਲੇਟਿਵ ਕੰਜੰਕਸ਼ਨਸ ਦੇ ਵਿੱਚੋਂ ਜਿਹੜਾ ਇਹ ਕੁਐਸਚਨ ਪੁੱਛਿਆ ਗਿਆ ਤੇ ਤੁਹਾਨੂੰ ਕਰਨਾ ਸੀਗਾ ਇਹ ਦਿੱਤਾ ਗਿਆ ਸੀ ਸੋਲਵ ਕਰਨ ਦੇ ਲਈ ਹੋਮਵਰਕ ਕੁਐਸਚਨ ਸੀ ਤੁਹਾਡਾ ਹੁਣ ਇਹਦਾ ਆਨਸਰ ਕੀ ਆਏਗਾ ਤਾਂ ਤੁਸੀਂ ਸਾਰਿਆਂ ਨੇ ਕੀਤਾ ਹੋਣਾ ਤੇ ਆਨਸਰ ਹੈ ਜੀ ਇਹਦਾ ਇਹ ਪਾਰਟ ਵਿੱਚ ਤੁਹਾਡੀ ਇੱਥੇ ਐਰਰ ਸੀ ਮੈਂ ਐਰਰ ਕਿਵੇਂ ਸੀ ਤਾਂ ਤੁਹਾਨੂੰ ਦੱਸਿਆ ਗਿਆ ਸੀ ਕਿ ਇਹ ਮਿਸਪਲੇਸਡ ਕੰਜੰਕਸ਼ਨ ਦੇ ਵਿੱਚ ਆ ਜਾਂਦੇ ਕੋਰਿਲੇਟਿਵ ਕੰਜੰਕਸ਼ਨਸ ਮਿਸਪਲੇਸਡ ਕੰਜੰਕਸ਼ਨ ਦੀ ਕੈਟਾਗਰੀ ਦੇ ਵਿੱਚ ਆ ਜਿਹੜਾ ਇਹਦਾ ਡਾਊਟ ਸੀ ਜਿਹੜਾ ਇਹ ਪੁੱਛਿਆ ਗਿਆ ਸੀ ਕੁਐਸਚਨ ਸੀ ਜਿਹੜਾ ਤੁਹਾਡਾ ਮਿਸਪਲੇਸਡ ਕੰਜੰਕਸ਼ਨ ਤੇ ਕੋਰਿਲੇਟਿਵ ਕੰਜੰਕਸ਼ਨ ਦੀ ਕੈਟਾਗਰੀ ਦੇ ਵਿੱਚੋਂ ਸੀ ਹਾਂਜੀ ਤਾਂ ਹੁਣ ਕੁਐਸਚਨ ਦੇ ਵਿੱਚ ਕੀ ਕਿਹਾ ਗਿਆ ਹੀ ਇਜ਼ ਐਨ ਐਕਸੀਅਸ ਨਾਟ ਓਨਲੀ to acquire knowledge but also eager to display it ਤਾਂ ਤੁਹਾਨੂੰ ਦੱਸਿਆ ਸੀ ਕਿ ਜੇ ਤਾਂ not only but also ਨਾਮ ਦਾ ਜਿਵੇਂ ਇਹ ਪੇਅਰ ਹੈ ਜੇ ਇਹ ਸੈਂਟੈਂਸ ਦੇ ਸਟਾਰਟਿੰਗ ਦੇ ਵਿੱਚ ਹੀ ਯੂਜ਼ ਹੋ ਜਾਂਦਾ ਜਿਵੇਂ not only is he anxious ਤਾਂ ਇਹ ਵਾਲੀ ਚੀਜ਼ ਬਣ ਜਾਂਦੀ ਫਿਰ ਤਾਂ ਉਹ ਤੁਹਾਡੀ ਇਨਵਰਜਨ ਬਣ ਜਾਂਦੀ ਸੀ ਇਨਵਰਜਨ ਲੱਗ ਜਾਣੀ ਸੀ ਬਟ ਸੈਕੰਡ ਚੀਜ਼ ਹੁੰਦੀ ਹੈ ਇਹ ਮਿਸਪਲੇਸਡ ਵੀ ਕੀਤੇ ਹੁੰਦੇ ਜਿਵੇਂ ਇੱਥੇ ਦੇਖੋ he is anxious not only to acquire knowledge
ਐਂਡ ਬਟ ਆਲਸੋ ਤੋਂ ਬਾਅਦ ਯੂਜ਼ ਕੀਤਾ ਈਗਰ ਟੂ ਡਿਸਪਲੇ। ਹੁਣ ਈਗਰ ਵਰਡ ਹੈ ਜਿਹੜਾ ਐਡਜੈਕਟਿਵ ਹੈ, ਇਹ ਯੂਜ਼ ਕੀਤਾ ਜਾ ਰਿਹਾ ਟੂ ਡਿਸਪਲੇ ਤੋਂ ਪਹਿਲਾਂ। ਇੱਥੇ ਤੁਹਾਡਾ ਐਨੈਕਸੀਅਸ ਜਿਹੜਾ ਕਿ ਐਡਜੈਕਟਿਵ ਹੈ, ਇਹ ਯੂਜ਼ ਕੀਤਾ ਜਾ ਰਿਹਾ ਨਾਟ ਓਨਲੀ ਤੋਂ ਪਹਿਲਾਂ। ਇਟ ਮੀਨਸ ਇਨ ਕੁਐਸਚਨ ਸੀ ਜਿਹੜਾ ਤੁਹਾਡਾ ਮਿਸਪਲੇਸਡ ਕੰਜੰਕਸ਼ਨ ਦੇ ਵਿੱਚੋਂ ਪੁੱਛਿਆ ਗਿਆ ਸੀ। ਮਿਸਪਲੇਸਡ ਕੰਜੰਕਸ਼ਨ। ਸੈਕੰਡ ਚੀਜ਼ ਤੁਹਾਨੂੰ ਦੱਸਿਆ ਹੀ ਹੈ ਕਿ ਕੋਰਿਲੇਟਿਵ ਕੰਜੰਕਸ਼ਨ ਤੁਹਾਨੂੰ ਆਉਣੀ ਚਾਹੀਦੀ ਹੈ, ਜਿਵੇਂ ਨਾਟ ਓਨਲੀ ਹੈ ਤੇ ਇੱਥੇ ਬਟ ਆਲਸੋ ਦਾ ਹੀ ਜਿਹੜਾ ਕੋਰਿਲੇਟਿਵ ਕੰਜੰਕਸ਼ਨ ਦਾ ਪੇਅਰ ਯੂਜ਼ ਕੀਤਾ ਜਾਏਗਾ, ਹੋਰ ਕੋਈ ਕੰਜੰਕਸ਼ਨ ਪੇਅਰ ਜਿਹੜਾ ਤੁਸੀਂ ਇੱਥੇ ਯੂਜ਼ ਨਹੀਂ ਕਰ ਸਕਦੇ। ਦੇਖੋ ਜੀ, ਹੁਣ ਇੱਥੇ ਐਰਰ ਤੁਸੀਂ ਕਿਸ ਤਰੀਕੇ ਨਾਲ ਸਹੀ ਕਰਨੀ ਸੀ। ਹੀ ਇਜ਼ ਨਾਟ ਓਨਲੀ ਐਨ ਐਕਸ਼ੀਅਸ ਹੈ ਜਿਹੜਾ ਤੁਸੀਂ ਯੂਜ਼ ਕਰਨਾ ਸੀ, ਐਨ ਐਕਸ਼ੀਅਸ ਵਰਡ ਇੱਥੇ ਨਹੀਂ ਆਏਗਾ, ਤੁਸੀਂ ਯੂਜ਼ ਕਰੋਗੇ ਜੀ ਨਾਟ ਓਨਲੀ ਤੋਂ ਬਾਅਦ। He is not only anxious to acquire knowledge but also eager to display it। ਸੋ ਇਸ ਤਰੀਕੇ ਨਾਲ ਅਸੀਂ ਜਿਹੜਾ ਤੁਹਾਡਾ ਇਹ ਕੁਐਸਚਨ ਸੋਲਵ ਹੋਣਾ ਸੀ। ਆਈ ਹੋਪ ਤੁਸੀਂ ਸਾਰਿਆਂ ਨੇ ਸੋਲਵ ਕੀਤਾ ਹੋਣਾ ਹੈ। ਜੇ ਕਿਸੇ ਨੂੰ ਇਸ ਦੇ ਵਿੱਚ ਡਾਊਟ ਸੀ ਤਾਂ ਉਹਦਾ ਡਾਊਟ ਹੈ ਜਿਹੜਾ ਅੱਜ ਕਲੀਅਰ ਹੋ ਗਿਆ ਹੋਵੇਗਾ। ਹਾਂਜੀ, ਤਾਂ ਹੁਣ ਆਪਾਂ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ ਦਾ ਵੈਰੀ ਫਸਟ ਟੌਪਿਕ, ਦੈਟ ਇਜ਼ ਯੂਜ਼ ਆਫ ਕੰਜੰਕਸ਼ਨ ਐਂਡ। ਦੇਖੋ ਜੀ, ਹੁਣ ਆਪਾਂ ਐਂਡ ਦਾ ਯੂਜ਼ ਕਰਕੇ ਬਹੁਤ ਸਾਰੇ ਵਰਡ ਨੂੰ ਜੁਆਇਨ ਕਰਦੇ ਹਾਂ, ਸੈਂਟੈਂਸਸ ਨੂੰ, ਫਰੇਜ਼ਸ ਨੂੰ, ਕਲੌਜ਼ਸ ਨੂੰ ਜੁਆਇਨ ਹੈ ਜਿਹੜਾ ਕਰਦੇ ਹਾਂ। ਹੁਣ ਐਂਡ ਦਾ ਜਿਹੜਾ ਯੂਜ਼ ਹੈ ਕਈ ਤਰੀਕੇ ਨਾਲ ਕੀਤਾ ਜਾਂਦਾ ਹੈ। ਸਭ ਤੋਂ ਪਹਿਲੀ ਚੀਜ਼, ਜਦੋਂ ਵੀ ਤੁਹਾਡੇ ਕੋਲੇ ਦੋ ਸਬਜੈਕਟ ਨੇ, ਦੋ ਵਰਡਸ ਨੇ, ਜੁਆਇਨ ਕੀਤੇ ਜਾ ਰਹੇ ਆ ਐਂਡ ਦੇ ਨਾਲ, ਜੇ ਤਾਂ ਉਹ ਦੇ ਰਹੇ ਆ ਸਿੰਗੂਲਰ ਮੀਨਿੰਗ, ਜੇ ਤਾਂ ਉਹ ਸਿੰਗੂਲਰ ਮੀਨਿੰਗ ਦੇ ਰਹੇ ਆ ਤਾਂ ਉਸ ਅਕੋਰਡਿੰਗ ਉਹਦੀ verb ਕੀ ਹੋਏਗੀ ਤੁਹਾਡੀ, ਉਹ ਵੀ ਸਿੰਗੂਲਰ ਹੋਏਗੀ। ਬਟ ਜੇ ਐਂਡ ਨਾਲ ਜੁਆਇਨ ਕੀਤੇ ਜਾਣ ਵਾਲੇ ਤੁਹਾਡੇ ਦੋ ਵਰਡ, ਸਬਜੈਕਟ, ਸੈਂਟੈਂਸਸ ਪਲੂਰਲ ਮੀਨਿੰਗ ਦੇ ਰਹੇ, ਪਲੂਰਲ ਜਾਂ ਹੋ ਗਿਆ, ਉਹਨਾਂ ਦਾ ਡਿਫਰੈਂਟ ਡਿਫਰੈਂਟ ਮੀਨਿੰਗ ਹੈ ਜਿਹੜਾ ਉਹ ਦੇ ਰਹੇ ਆ, ਤਾਂ ਉੱਥੇ ਤੁਹਾਡੇ ਕੋਲੇ verb ਕੀ ਹੋ ਜਾਏਗੀ, ਤੁਹਾਡੀ verb ਵੀ ਪਲੂਰਲ ਹੋ ਜਾਏਗੀ। verb ਹੈ ਜਿਹੜੀ ਤੁਸੀਂ ਕੀ ਯੂਜ਼ ਕਰੋਗੇ ਜੀ, verb ਵੀ ਤੁਹਾਡੀ ਪਲੂਰਲ ਫਾਰਮ ਦੇ ਵਿੱਚ ਯੂਜ਼ ਕੀਤੀ ਜਾਏਗੀ। ਆਈ ਹੋਪ ਤੁਹਾਨੂੰ ਇਹ ਵਾਲੀ ਚੀਜ਼ ਪਤਾ ਲੱਗ ਗਈ ਹੋਏਗੀ। ਦੇਖੋ ਜੀ, ਤੁਹਾਡੇ ਕੋਲ ਇੱਥੇ ਸੈਂਟੈਂਸਸ ਬਣਾ ਕੇ ਲਿਖਿਆ ਵੀ ਹੋਇਆ ਹੈ, ਕੰਜੰਕਸ਼ਨ ਐਂਡ takes a plural verb if it links two different subjects and takes a singular verb it specifies one idea। ਜੇਕਰ ਤੁਹਾਡੇ ਕੋਲੇ and conjunction use ਕੀਤਾ ਜਾ ਰਿਹਾ ਹੈ, ਦੋ sentences ਨੂੰ, subjects ਨੂੰ join ਕਰ ਰਿਹਾ ਹੈ ਤੇ ਦੋਨੋਂ subject ਤੁਹਾਡੇ ਕੋਲੇ ਕੀ ਨੇ, different meaning ਦੇ ਰਹੇ ਆ, ਤਾਂ ਤੁਹਾਡੇ ਕੋਲੇ verb ਕੀ ਹੋਏਗੀ ਜੀ, plural verb ਹੋਏਗੀ। ਬਟ ਜੇ ਤੁਹਾਡੇ ਕੋਲੇ use ਕੀਤਾ ਜਾ ਰਿਹਾ conjunction and ਦਾ ਨੂੰ join ਕਰਨ ਦੇ ਲਈ, ਕਿਹਦੇ ਵਾਸਤੇ, one idea ਨੂੰ join ਕਰਨ ਦੇ ਲਈ, ਇੱਕੋ ਕਹਿ ਲਓ phrase ਦੇ ਵਿੱਚ use ਕੀਤਾ ਜਾ ਰਿਹਾ and ਤੇ ਉਹ ਆਈਡੀਆ ਕੀ ਦੇ ਰਿਹਾ, ਸਿੰਗਲ ਆਈਡੀਆ ਨੂੰ ਜਿਹੜਾ ਕਨਵੇ ਕਰ ਰਿਹਾ, ਤਾਂ ਉੱਥੇ ਤੁਹਾਡੇ ਕੋਲ ਜਿਹੜੀ verb ਹੋਏਗੀ ਉਹ ਸਿੰਗੂਲਰ verb ਹੋਏਗੀ। ਇਹ ਚੀਜ਼ਾਂ ਜਿਹੜੀ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਐਂਡ ਦੇ ਨਾਲ ਕਦੋਂ ਤੁਸੀਂ ਇਹ ਜਿਹੜਾ ਪਲੂਰਲ verb ਯੂਜ਼ ਕਰਨੀ ਹੈ, ਕਦੋਂ ਤੁਸੀਂ ਸਿੰਗੂਲਰ verb ਯੂਜ਼ ਕਰਨੀ ਹੈ, ਮੋਸਟ ਇੰਪੋਰਟੈਂਟ ਹੈ ਜਿਹੜਾ ਤੁਹਾਡੇ ਕੋਲ ਇਹ ਕਨਸੈਪਟ ਹੈ। ਹਾਂਜੀ, ਤਾਂ ਹੁਣ ਆਪਣੇ ਕੋਲੇ ਜ਼ਿਆਦਾਤਰ ਆਪਾਂ ਦੇਖਦੇ ਹਾਂ ਕਿ ਐਂਡ ਦਾ ਯੂਜ਼ ਕਰਕੇ ਆਪਾਂ ਦੋ ਸੈਂਟੈਂਸਸ ਨੂੰ, ਵਰਡਸ ਨੂੰ, ਫਰੇਜ਼ਸ ਨੂੰ ਜੁਆਇਨ ਕਰਦੇ ਤਾਂ ਪਲੂਰਲ ਮੀਨਿੰਗ ਦਿੰਦੇ ਆ। ਕੁਝ ਕੁ ਫਰੇਜ਼ਸ ਨੇ ਜਿਹੜੀਆਂ ਕਿ ਤੁਹਾਡੇ ਕੋਲੇ ਐਂਡ ਨਾਲ ਜੁਆਇਨ ਕੀਤੀਆਂ ਜਾਂਦੀਆਂ, ਵਰਡ ਤੁਹਾਡੇ ਕੋਲੇ ਐਂਡ ਨਾਲ ਜੁਆਇਨ ਕੀਤੇ ਜਾਂਦੇ, ਬਟ ਉਹਨਾਂ ਦਾ ਮੀਨਿੰਗ ਹੈ ਜਿਹੜਾ ਉਹ ਸਿੰਗੂਲਰ ਫਾਰਮ ਦੇ ਵਿੱਚ ਡਿਸਕਸ ਕੀਤਾ ਜਾਂਦਾ ਹੈ। ਹਾਂਜੀ, ਤਾਂ ਉਹਨਾਂ ਫਰੇਜ਼ਸ ਦੇ ਪੇਅਰਸ ਹੈ ਜਿਹੜੇ ਤੁਹਾਨੂੰ ਦਿੱਤੇ ਗਏ ਆ, ਦੇਖੋ ਜੀ ਸਕਰੀਨ ਦੇ ਉੱਤੇ। ਹੁਣ ਆਪਣੇ ਕੋਲੇ ਜਿਹੜੇ ਤੁਹਾਨੂੰ ਇਹ ਪੇਅਰ ਦਿੱਤੇ ਹੋਏ ਆ, ਮੋਸਟ ਇੰਪੋਰਟੈਂਟ ਪੇਅਰਸ ਨੇ, ਰਿਪੀਟਡ ਪੇਅਰਸ ਨੇ, ਇਹਨਾਂ ਨੂੰ ਜਿਹੜਾ ਤੁਸੀਂ ਨੋਟ ਕਰ ਲੈਣਾ ਹੈ, ਸਟਾਰ ਮਾਰਕ ਕਰਕੇ ਜਿਹੜਾ ਇਹਨਾਂ ਨੂੰ ਸਟਾਰ ਵੀ ਕਰ ਲੈਣਾ। ਦੇਖੋ ਜੀ, ਤਾਂ ਹੁਣ ਇਹ ਕੀ ਕਿਹੜੇ ਕਿਹੜੇ ਪੇਅਰਸ ਨੇ ਜਿਹਨਾਂ ਦੇ ਨਾਲ ਤੁਹਾਡੇ ਕੋਲੇ verb ਹੈ ਜਿਹੜੀ ਸਿੰਗੂਲਰ ਯੂਜ਼ ਕੀਤੀ ਜਾਏਗੀ, ਬਿਕਾਜ਼ ਇਹ ਯੂਜ਼ ਤਾਂ ਐਂਡ ਦੇ ਨਾਲ, ਕਨੈਕਟ ਐਂਡ ਨਾਲ ਕੀਤੇ ਹੋਏ ਆ, ਤੇ ਐਂਡ ਨਾਲ ਕਨੈਕਟ ਕੀਤੇ ਜਾਣ ਵਾਲੇ ਵਰਡਸ ਜੇ ਤੁਹਾਡੇ ਕੋਲੇ ਸਿੰਗੂਲਰ ਮੀਨਿੰਗ ਦੇ ਰਿਹਾ ਤਾਂ ਉਹਨਾਂ ਨਾਲ verb ਸਿੰਗੂਲਰ ਹੁੰਦੀ ਹੈ, ਜੇ ਪਲੂਰਲ ਮੀਨਿੰਗ ਦੇ ਰਿਹਾ ਤਾਂ ਤੁਹਾਡੇ ਕੋਲੇ verb ਹੁੰਦੀ ਹੈ ਜੀ ਪਲੂਰਲ ਹੁੰਦੀ ਹੈ। ਹੁਣ ਇੱਥੇ ਦੇਖੋ, ਇਹ ਪੇਅਰਸ ਨੇ ਜਿਹੜੇ ਪੇਅਰਸ ਦੈਟ ਟੇਕ ਸਿੰਗੂਲਰ verb, ਤਾਂ ਇਹਨਾਂ ਦੇ ਨਾਲ ਹਮੇਸ਼ਾ ਹੀ ਸਿੰਗੂਲਰ verb ਦਾ ਯੂਜ਼ ਕੀਤਾ ਜਾਏਗਾ। ਜਿਵੇਂ ਦੇਖੋ, ਲਾਈਮ ਐਂਡ ਸੋਡਾ, ਹੁਣ ਇਹ ਕੀ ਹੈ, ਇੱਕ ਡਰਿੰਕ ਦਾ ਨੇਮ ਹੈ, ਲਾਈਮ ਐਂਡ ਸੋਡਾ। ਸਿਮਿਲਰਲੀ ਆਪਾਂ ਜਿਵੇਂ ਰਾਈਸ ਐਂਡ ਕਰੀ ਦੀ ਗੱਲ ਕਰ ਲੈਂਦੇ ਹਾਂ, ਤਾਂ ਹੁਣ ਤੁਹਾਡੇ ਕੋਲੇ ਬ੍ਰੈਡ ਐਂਡ ਜੈਮ ਦੀ ਗੱਲ ਕੀਤੀ ਜਾ ਸਕਦੀ ਹੈ, ਬ੍ਰੈਡ ਐਂਡ ਬਟਰ ਦੀ ਗੱਲ ਕੀਤੀ ਜਾ ਸਕਦੀ ਹੈ। ਸੋ ਉੱਥੇ ਤੁਹਾਡੇ ਕੋਲੇ ਹੈਗੇ, ਦੇਖੋ ਜੀ, ਹੁਣ ਇੱਥੇ ਜਿਵੇਂ ਲਾਈਮ ਐਂਡ ਸੋਡਾ ਇੱਕ ਡਰਿੰਕ ਦਾ ਨੇਮ ਹੈ, ਹੁਣ ਲਾਈਮ ਤੇ ਸੋਡਾ ਦੀ ਡਰਿੰਕ ਜਿਹੜੀ ਉਹ ਇਕੱਠੇ ਮਿਲਾ ਕੇ ਬਣੂਗੀ ਨਾ, ਸੋ ਹੁਣ ਜਦੋਂ ਉਹ ਇਕੱਠੇ ਯੂਜ਼ ਹੋਣਗੇ ਫੇਰ ਹੀ ਤਾਂ ਉਹ ਡਰਿੰਕ ਬਣਦੀ ਹੈ। ਸੋ ਇਹਦੇ ਨਾਲ ਕੀ ਬਣ ਗਿਆ, ਸਿੰਗੂਲਰ verb ਦਾ ਯੂਜ਼ ਕੀਤਾ ਗਿਆ। ਇਸੇ ਤਰੀਕੇ ਨਾਲ ਤੁਹਾਡੇ ਜਿੰਨੇ ਵੀ ਫਰੇਜ਼ਸ ਨੇ ਸਾਰਿਆਂ ਨਾਲ ਸਿੰਗੂਲਰ verb ਆਏਗੀ। ਆਪਾਂ ਇੱਕ ਵਾਰ ਇਹਨਾਂ ਦੀ ਮੀਨਿੰਗ ਲੈਣੇ ਆ। ਲਾਈਮ ਐਂਡ ਸੋਡਾ, ਜਿਵੇਂ ਤੁਹਾਡੇ ਕੋਲ ਇਹ ਆਇਆ, ਇਹਦੇ ਨਾਲ ਤੁਹਾਡੇ ਕੋਲ ਸਿੰਗੂਲਰ verb ਇਸ ਦਾ ਯੂਜ਼ ਕੀਤਾ ਜਾ ਸਕਦਾ ਹੈ। ਉਧਰ ਤੁਹਾਡੇ ਕੋਲ was ਯੂਜ਼ ਕੀਤਾ ਜਾ ਸਕਦਾ ਹੈ, has ਦਾ ਯੂਜ਼ ਕੀਤਾ ਜਾ ਸਕਦਾ ਹੈ। ਸੈਕਿੰਡ ਹੈ ਤੁਹਾਡੇ ਕੋਲ ਜੀ some and substance, ਅਗੇਨ ਤੁਹਾਡੇ ਕੋਲ ਸਿੰਗੂਲਰ verb ਆਏਗੀ। power and influence ਸਿੰਗੂਲਰ verb, fun and flourish verb ਸਿੰਗੂਲਰ ਹੋਏਗੀ। honor and glory verb ਸਿੰਗੂਲਰ ਲਾਉਂਗੇ। science and technology अगेन ਤੁਹਾਡੀ verb singular ਹੋਏਗੀ। art and culture, peace and harmony, slow and steady, next ਹੈ ਜੀ custom and tradition, hurt and soul, and the last is part and parcel। part and parcel ਇੱਕ idiom ਹੈ, ਇਹਦਾ ਪੂਰਾ meaning ਹੁੰਦਾ ਜੇ ਤੁਹਾਡੇ ਕੋਲੇ ਕੋਈ ਚੀਜ਼ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਹੋਵੇ ਨਾ, important part, integral part of something, ਤਾਂ ਤੁਸੀਂ ਇਹ ਜਿਹੜਾ part of parcel ਦਾ meaning ਹੈ ਜਿਹੜਾ ਇਹ ਦੇਖ ਸਕਦੇ ਹੋ। ਹਾਂਜੀ guys, ਤੁਹਾਡੇ ਕੋਲੇ ਜਿੰਨੇ ਕੁ ਪੇਅਰ ਲਿਖੇ ਹੋਏ ਆ, ਅਰਾਊਂਡ ਤੁਹਾਡੇ ਕੋਲੇ 3 6 12 ਜਿਹੜੇ ਪੇਅਰਸ ਨੇ ਤੁਹਾਡੇ ਕੋਲ ਇੱਥੇ ਸ਼ੋ ਕੀਤੇ ਹੋਏ ਆ। ਇਹਨਾਂ 12 ਪੇਅਰਸ ਨੂੰ ਜਿਹੜਾ ਤੁਸੀਂ ਰਿਵਾਈਜ਼ ਕਰਨਾ ਹੈ, ਰੀਡਿੰਗ ਲੈਣੀ ਹੈ ਇਹਨਾਂ ਦੀ ਬਾਰ-ਬਾਰ, ਤਾਂ ਜੋ ਤੁਹਾਡੇ ਯਾਦ ਹੋ ਜਾਣ। ਤੇ ਇਹਨਾਂ ਦੇ ਨਾਲ ਧਿਆਨ 'ਚ ਕੀ ਰੱਖਣਾ ਕਿ ਹਮੇਸ਼ਾ ਹੀ verb ਹੋਏਗੀ ਜਿਹੜੀ ਉਹ ਸਿੰਗੂਲਰ ਹੋਏਗੀ।
हाँ जी, the alignment soda, sum and substance, power and influence, fun and glory, honor and glory, science and technology. Next is art and culture, peace and harmony, slow and steady, custom and tradition, and heart and soul, or the last one is part and parcel। ਹੁਣ ਜਿੱਥੇ ਵੀ ਤੁਹਾਨੂੰ ਇਹਨਾਂ phrases ਦਾ use ਕੀਤਾ ਹੋਇਆ ਦਿਖਦਾ ਹੈ ਤਾਂ ਇਹਨਾਂ ਦੇ ਨਾਲ ਹਮੇਸ਼ਾ ਹੀ ਜਿਹੜੀ verb ਆਉਂਦੀ ਹੈ ਉਹ singular ਆਉਂਦੀ ਹੈ। ਇਹ ਚੀਜ਼ ਤੁਸੀਂ note ਕਰ ਲੈਣੀ ਹੈ। ਹਾਂਜੀ, ਤੇ ਦੇਖੋ ਹੁਣ ਤੁਹਾਡੇ ਕੋਲ ਹੈਗੇ ਕੁਐਸਚਨ 1 ਬਾय 1 ਆਪਾਂ ਕੁਐਸਚਨ ਡਿਸਕਸ ਕਰਾਂਗੇ ਜੋ ਟੌਪਿਕ ਆਪਾਂ ਅੱਜ ਕੀਤੇ। ਦੇਖੋ ਜੀ ਫਰਸਟ ਕੁਐਸਚਨ ਤੁਹਾਨੂੰ ਸਕਰੀਨ ਦੇ ਉੱਤੇ ਸ਼ੋ ਹੋ ਚੁੱਕਿਆ ਹੈ। ਚੈੱਕ ਕਰੋ ਕਿੱਥੇ ਐਰਰ ਹੈ। ਏ ਬੀ ਸੀ ਡੀ ਚਾਰ ਪਾਰਟ ਨੇ ਤੁਹਾਡੇ ਕੋਲੇ। ਏ ਬੀ ਸੀ ਜੇ ਤੁਹਾਡੇ ਕੋਲੇ ਕਿਸੇ ਪਾਰਟ ਦੇ ਵਿੱਚ ਐਰਰ ਹੈ ਤੁਸੀਂ ਉਹਨੂੰ ਟਿਕ ਕਰੋਗੇ। ਜੇ ਤੁਹਾਡੇ ਕੋਲ ਸੈਂਟੈਂਸ 'ਚ ਕੋਈ ਐਰਰ ਨਹੀਂ ਹੈ ਤਾਂ ਤੁਸੀਂ ਇਹ ਜਿਹੜਾ ਡੀ ਪਾਰਟ ਟਿਕ ਕਰੋਗੇ। ਨੋ ਐਰਰ ਹੈ ਜਿਹੜਾ ਤੁਹਾਡਾ ਆਨਸਰ ਹੋਏਗਾ। ਦੇਖੋ ਜੀ ਹੁਣ ਕਿਹੜੇ ਪਾਰਟ 'ਚ ਐਰਰ ਹੈ ਦੈਨ ਤੁਹਾਨੂੰ ਆਨਸਰ ਦੱਸਦੇ ਹਾਂ। ਦੇਖੋ My friend, a philosopher and guide have come. My friend, a philosopher and guide have come। ਤਾਂ ਹੁਣ ਦੇਖੋਗੇ ਤਾਂ ਤੁਸੀਂ ਇੱਥੇ ਜਿਹੜਾ ਹੈਗਾ ਤੁਹਾਡੇ ਕੋਲੇ ਐਂਡ ਵਰਡ ਯੂਜ਼ ਕੀਤਾ ਹੋਇਆ। ਜੁਆਇਨ ਕਿਹਨੂੰ ਕਰ ਰਿਹਾ? a philosopher and guide। a philosopher ਨੂੰ ਜੁਆਇਨ ਕਰਿਆ ਕਿਹਦੇ ਨਾਲ? guide ਦੇ ਨਾਲ। ਇਟ ਮੀਨਸ ਕੋਈ ਗੱਲ ਕੀਤੀ ਜਾ ਰਹੀ ਹੈ ਕਿਸੇ ਪਰਸਨ ਦੀ। my friend ਮਤਲਬ ਮੇਰਾ ਜਿਹੜਾ ਫਰੈਂਡ ਹੈ ਜੋ ਕਿ philosopher ਵੀ ਹੈ ਤੇ ਦੂਜਾ ਉਹ ਕੀ ਹੈ? guide ਵੀ ਹੈ। philosopher ਤੇ guide ਹੁਣ ਕੌਣ ਹੈ? ਸਿੰਪਲ ਇੱਕੋ ਪਰਸਨ ਦੀ ਗੱਲ ਕੀਤੀ ਜਾ ਰਹੀ ਹੈ। a philosopher and guide ਦੋ ਅਲੱਗ-ਅਲੱਗ ਮੀਨਿੰਗ ਨੇ। ਫਿਲੋਸਫਰ ਕੋਈ ਹੋਰ ਹੁੰਦਾ ਤੇ ਗਾਈਡ ਦਾ ਮੀਨਿੰਗ ਕੁਝ ਹੋਰ ਹੁੰਦਾ ਹੈ। ਬਟ ਜੁਆਇਨ ਕਿਹਦੇ ਨਾਲ ਕੀਤੇ ਜਾ ਰਹੇ? ਐਡ ਦੇ ਨਾਲ ਕੀਤੇ ਜਾ ਰਹੇ ਤੇ ਡਿਫਰੈਂਟ ਮੀਨਿੰਗ ਨਹੀਂ ਦੇ ਰਹੇ। ਇਹ ਕਿਹਦੇ ਵਾਸਤੇ ਯੂਜ਼ ਕੀਤੇ ਜਾ ਰਹੇ? ਤੁਹਾਡੇ ਕੋਲੇ ਫਰੈਂਡ ਦੇ ਲਈ, ਸਿੰਗਲ ਪਰਸਨ ਦੇ ਲਈ ਯੂਜ਼ ਕੀਤੇ ਜਾ ਰਹੇ। ਸੋ ਤੁਸੀਂ ਇਹਦੇ ਨਾਲ ਹੈ ਜਿਹੜਾ verb ਵੀ ਸਿੰਗੂਲਰ ਯੂਜ਼ ਕਰੋਗੇ। ਹੈਜ਼ ਦਾ ਯੂਜ਼ ਹੋਏਗਾ। ਸੀ ਪਾਰਟ ਵਿੱਚ ਤੁਹਾਡੀ ਐਰਰ ਸੀ। ਹਾਂਜੀ ਤੇ ਫਰਸਟ ਕੁਐਸਚਨ ਦਾ ਤੁਹਾਡਾ ਆਨਸਰ ਹੈ ਸੀ। ਇੱਥੇ ਯੂਜ਼ ਕੀਤਾ ਗਿਆ ਹੈ ਫਿਲੋਸਫਰ ਐਂਡ ਗਾਈਡ। ਤਾਂ ਹੁਣ ਇਹ ਦੋਨੋਂ ਜਿਹੜੇ ਹੈਗੇ ਤੁਹਾਡੇ ਕੋਲੇ ਸਿੰਗੂਲਰ ਮਾਈ ਫਰੈਂਡ ਲਈ ਯੂਜ਼ ਕੀਤੇ ਜਾ ਰਹੇ ਆ। ਸੋ ਸਿੰਗੂਲਰ verb ਹੈ ਜਿਹੜੀ ਇਹਦੇ ਨਾਲ ਯੂਜ਼ ਕੀਤੀ ਜਾਏਗੀ। ਸੈਕੰਡ ਤੁਹਾਨੂੰ ਇਹ ਕਨਸੈਪਟ ਹੈ ਜਿਹੜਾ ਆਪਾਂ ਆਰਟੀਕਲਸ ਦੇ ਵਿੱਚ ਬਹੁਤ ਚੰਗੇ ਤਰੀਕੇ ਨਾਲ ਕਰਾਇਆ ਹੈ ਕਿ ਜੇ ਤੁਹਾਡੇ ਕੋਲੇ ਯੂਜ਼ ਕੀਤੇ ਹੋਏ ਦੋ ਵਰਡਸ ਜੋ ਐਡਜੈਕਟਿਵਸ ਹੋ ਸਕਦੇ ਆ, ਦੋ ਸੈਂਟੈਂਸਸ ਨਾउन्स ਹੋ ਸਕਦੇ ਆ, ਜੇ ਉਹਨਾਂ ਨੂੰ ਤੁਸੀਂ ਅਲੱਗ-ਅਲੱਗ ਆਰਟੀਕਲ ਦਾ ਯੂਜ਼ ਕਰਕੇ ਯੂਜ਼ ਕਰ ਰਹੇ ਹੋ ਇਟ ਮੀਨਸ ਉਹ ਪਲੂਰਲ ਹੋਣਗੇ। ਬਟ ਜੇ ਸਿੰਗਲ ਆਰਟੀਕਲ ਦੇ ਨਾਲ ਦੋ ਵਰਡ ਜੁਆਇਨ ਕੀਤੇ ਜਾ ਰਹੇ ਆ ਤਾਂ ਉਹ ਸਿੰਗੂਲਰ ਹੁੰਦੇ ਆ। ਦੇਖੋ ਜਿਵੇਂ ਅ ਫਿਲੋਸਫਰ ਉਹ ਆਰਟੀਕਲ ਯੂਜ਼ ਕੀਤਾ ਫਿਲੋਸਫਰ ਤੋਂ ਪਹਿਲਾਂ ਬਟ ਗਾਈਡ ਤੋਂ ਪਹਿਲਾਂ ਕੋਈ ਆਰਟੀਕਲ ਨਹੀਂ ਹੈ। ਜੇ ਗਾਈਡ ਤੋਂ ਪਹਿਲਾਂ ਆਰਟੀਕਲ ਹੁੰਦਾ ਤਾਂ ਉਹ ਪਲੂਰਲ ਹੋ ਜਾਣਾ ਸੀ। ਬਟ ਇੱਥੇ ਤੁਹਾਡੇ ਕੋਲ ਕੀ ਹੈ ਅ ਫਿਲੋਸਫਰ ਐਂਡ ਗਾਈਡ ਇਟ ਮੀਨਸ ਇਹ ਸਿੰਗੂਲਰ ਹੈ। ਸਿੰਗਲ ਆਪਣੇ ਕੋਲੇ ਆਰਟੀਕਲ ਯੂਜ਼ ਕੀਤਾ ਹੋਇਆ। ਆਈ ਹੋਪ ਕਨਸੈਪਟ ਕਲੀਅਰ ਹੋਏਗਾ। ਬਾਕੀ ਇਹੀ ਕਨਸੈਪਟ ਸੇਮ ਆਪਾਂ ਆਰਟੀਕਲ ਦੇ ਵਿੱਚ ਡਿਸਕਸ ਕੀਤਾ। ਜੇ ਕਿਸੇ ਸਟੂਡੈਂਟ ਨੂੰ ਇਹਦੇ ਵਿੱਚ ਡਾਊਟ ਹੈ ਜਾਂ ਕੋਈ ਚੀਜ਼ ਸਮਝ ਨਹੀਂ ਆਈ ਤੁਸੀਂ ਆਰਟੀਕਲ ਦਾ ਕਨਸੈਪਟ ਹੈ ਜਿਹੜਾ ਉਹ ਰਿਪੀਟ ਕਰ ਸਕਦੇ ਹੋ। ਆਰਟੀਕਲ ਦੇ ਕਨਸੈਪਟ ਵਿੱਚ ਤੁਹਾਨੂੰ ਇਹ ਬਹੁਤ ਚੰਗੇ ਤਰੀਕੇ ਨਾਲ ਪਲੱਸ 3-4 ਐਗਜ਼ਾਮਪਲਾਂ ਜਿਹੜੀਆਂ ਇਹਦੇ ਨਾਲ ਰਿਲੇਟਡ ਆਪਾਂ ਕੀਤੀਆਂ ਸੀ ਤਾਂ ਉੱਥੋਂ ਹੈ ਜਿਹੜਾ ਤੁਸੀਂ ਇਹ ਕਨਸੈਪਟ ਕਲੀਅਰ ਕਰ ਸਕਦੇ ਹੋ। ਹਾਂਜੀ ਤਾਂ ਸੈਕਿੰਡ ਜਿਹੜਾ ਕੁਐਸਚਨ ਤੁਹਾਨੂੰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਦੈਟ ਇਜ਼ ਸਲੋ ਐਂਡ ਸਟੱਡੀ ਵਿਨ ਦਾ ਰੇਸ। ਤਾਂ ਚੈੱਕ ਕਰੋ ਜੀ ਕਿਹੜੇ ਪਾਰਟ ਦੇ ਵਿੱਚ ਐਰਰ ਹੈ ਤੇ ਉਸ ਐਰਰ ਨਾਲ ਜਿਹੜਾ ਤੁਸੀਂ ਕਰੈਕਟ ਕਰਨਾ ਹੈ। ਦੇਖੋ ਜੀ ਕਿਹੜੇ ਪਾਰਟ ਦੇ ਵਿੱਚ ਐਰਰ ਹੈ ਸਲੋ ਐਂਡ ਸਟੱਡੀ ਵਿਨ ਦਾ ਰੇਸ। ਹਾਂਜੀ ਤਾਂ ਜਿਨ੍ਹਾਂ ਸਟੂਡੈਂਟਸ ਨੇ ਪੇਅਰਸ ਦੇ ਉੱਤੇ ਧਿਆਨ ਦਿੱਤਾ ਸੀਗਾ ਉੱਥੇ ਤੁਹਾਨੂੰ ਇੱਕ ਪੇਅਰ ਦਿਖਾਇਆ ਗਿਆ ਸੀ ਕਿ ਜੇ ਐਂਡ ਦੇ ਨਾਲ ਤੁਹਾਡੇ ਕੋਲੇ ਕਨੈਕਟ ਕੀਤੇ ਜਾ ਰਹੇ ਵਰਡ ਸਲੋ ਐਂਡ ਸਟੱਡੀ ਤਾਂ ਸਲੋ ਤੇ ਸਟੱਡੀ ਨੂੰ ਤੁਸੀਂ ਜੇ ਐਂਡ ਨਾਲ ਕਨੈਕਟ ਕਰ ਰਹੇ ਹੋ ਤਾਂ ਉਹ ਕੀ ਹੁੰਦਾ ਤੁਹਾਡੇ ਕੋਲੇ ਸਿੰਗੂਲਰ ਫਾਰਮ ਦੇ ਵਿੱਚ ਡੀਲ ਕੀਤਾ ਜਾਂਦਾ ਹੈ। ਸਿੰਗੂਲਰ ਹੋ ਜਾਂਦਾ ਹੈ ਤਾਂ ਇਹਦੇ ਮਤਲਬ ਤੁਹਾਡੇ ਕੋਲੇ verb ਵੀ ਕੀ ਹੋਏਗੀ ਸਲੋ ਐਂਡ ਸਟੱਡੀ ਸਿੰਗੂਲਰ ਹੈ। verb ਵੀ ਤੁਹਾਡੀ ਕੀ ਹੋਏਗੀ ਸਿੰਗੂਲਰ ਹੋਏਗੀ। verb ਕੀ ਆਏਗੀ ਜੀ ਸਿੰਗੂਲਰ ਹੈ। ਤਾਂ ਹੁਣ ਇੱਥੇ ਤੁਹਾਡੇ ਕੋਲੇ ਵਰਡ ਕੀ ਯੂਜ਼ ਕੀਤਾ ਹੋਇਆ ਹੈ ਬਿਨ ਯੂਜ਼ ਕੀਤਾ ਹੋਇਆ ਜੋ ਕਿ ਰੋਂਗ ਹੈ। ਬਿਨ ਤਾਂ ਤੁਹਾਡੇ ਕੋਲੇ ਪਲੂਰਲ verb ਹੈ। ਇਹ ਤਾਂ ਪਲੂਰਲ verb ਹੈ ਜੋ ਕਿ ਰੋਂਗ ਹੈ। ਇੱਥੇ ਤੁਸੀਂ ਸਿੰਗੂਲਰ verb ਦਾ ਯੂਜ਼ ਕਰੋਗੇ ਤੇ ਸਿੰਗੂਲਰ verb ਕੀ ਆਏਗੀ ਜੀ ਵਿੰਸ ਦਾ ਯੂਜ਼ ਜਿਹੜਾ ਇਸ ਕੀਤਾ ਜਾਊਗਾ। ਇੱਥੇ ਐਰਰ ਸੀ ਜੀ ਤੁਹਾਡੀ ਬੀ ਪਾਰਟ ਦੇ ਵਿੱਚ। ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਬਾਕੀ ਜੇ ਕਿਸੇ ਸਟੂਡੈਂਟ ਨੂੰ ਇਹਦੇ ਵਿੱਚ ਡਾਊਟ ਹੈ ਤਾਂ ਇੱਕ ਵਾਰ ਆਪਾਂ ਇਹਦੀ ਜਿਹੜੀ ਹੈਗੀ ਧਿਆਨ ਨਾਲ ਇੱਕ ਅਲੱਗ ਸਟਾਈਲ ਤੇ ਇਹਦਾ ਆਨਸਰ ਦੇਖਿਆ ਦੇਖੋ ਜੀ। ਤਾਂ ਤੁਹਾਡੇ ਕੋਲ ਤੁਹਾਨੂੰ ਇਹ ਚੀਜ਼ ਪਤਾ ਹੈ ਕਿ ਜੇ ਆਪਣੇ ਕੋਲੇ ਕੋਈ ਨਾउन ਹੈ ਨਾउन ਦੇ ਨਾਲ ਜੇ ਆਪਾਂ ਐਸ ਜਾਂ ਈਐਸ ਯੂਜ਼ ਕਰ ਲੈਂਦੇ ਹਾਂ ਤਾਂ ਉਹ ਕੀ ਬਣ ਜਾਂਦਾ ਪਲੂਰਲ ਬਣ ਜਾਂਦਾ। ਹਾਂ ਚੀਜ਼ ਹੁੰਦੀ ਹੈ ਜਿਵੇਂ ਆਪਾਂ ਬॉय वर्ड लिया बॉय ਦੇ ਨਾਲ ਜਦੋਂ ਆਪਾਂ ਪਿੱਛੇ ਐਸ ਲਾਤਾ ਤਾਂ ਉਹ ਕੀ ਬਣ ਜਾਏਗਾ ਪਲੂਰਲ ਬਣ ਜਾਏਗਾ ਬॉयਜ਼ ਹੋ ਜਾਏਗਾ। ਬॉयਜ਼ ਕੀ ਹੈ ਪਲੂਰਲ ਹੈ ਬॉय ਤੁਹਾਡਾ ਸਿੰਗੂਲਰ ਹੈ। ਸਿੰਗੂਲਰ ਨਾउन ਦੇ ਨਾਲ ਐਸ ਐਸ ਲਾ ਕੇ ਉਹ ਪਲੂਰਲ ਬਣ ਜਾਂਦਾ। ਸਿਮਿਲਰਲੀ ਤੁਹਾਡੇ ਕੋਲੇ ਜਿਵੇਂ ਆਪਾਂ ਗਰਲ वर्ड ਲਿਆ ਗਰਲ ਦੇ ਨਾਲ ਐਸ ਯੂਜ਼ ਕੀਤਾ ਤਾਂ ਉਹ ਕੀ ਬਣ ਜਾਏਗਾ ਗਰਲਸ ਬਣ ਜਾਏਗਾ। ਸੋ ਇਹ ਕੀ ਆ ਜਾਂਦਾ ਤੁਹਾਡੇ ਕੋਲ ਪਲੂਰਲ ਬਣ ਜਾਂਦਾ ਜਦੋਂ ਤੁਸੀਂ ਸਿੰਗੂਲਰ ਨਾउन ਨੂੰ ਐਸ ਦੇ ਨਾਲ ਯੂਜ਼ ਕਰ ਲੈਂਦੇ ਹੋ ਤਾਂ ਉੱਥੇ ਤੁਹਾਡੇ ਕੋਲ ਪਲੂਰਲ ਹੋ ਜਾਂਦਾ ਹੈ। ਬਟ verb ਦੇ ਕੇਸ ਦੇ ਵਿੱਚ ਹੈ ਜਿਹੜਾ ਥੋੜਾ ਜਿਹਾ ਡਿਫਰੈਂਸ ਹੈ ਕਿ ਜਦੋਂ ਤੁਹਾਡੇ ਕੋਲੇ ਕੋਈ verb ਐਸ ਨਾਲ ਯੂਜ਼ ਕੀਤੀ ਹੋਈ ਹੈ ਐਸ ਜਾਂ ਈਐਸ ਲੱਗਿਆ ਹੋਇਆ ਜਿਵੇਂ ਆਪਣੇ ਕੋਲੇ ਵਰਡ ਹੈ ਗੋ ਜੇ ਹੈਗਾ ਤੁਹਾਡੇ ਕੋਲੇ ਤਾਂ ਇਹ ਕੀ ਹੋਏਗੀ ਤੁਹਾਡੇ ਕੋਲੇ ਪਲੂਰਲ verb ਹੋਏਗੀ। ਬਟ ਜੇ ਆਪਾਂ ਇਹਦੇ ਨਾਲ ਐਸ ਜਾਂ ਈਐਸ ਦਾ ਯੂਜ਼ ਕਰ ਰਹੇ ਜਿਵੇਂ ਹੁਣ ਗੋ ਦੇ ਨਾਲ ਤਾਂ ਈਐਸ ਯੂਜ਼ ਹੁੰਦੀ ਹੈ ਤੇ ਇਹ ਕੀ ਹੋਏਗੀ ਤੁਹਾਡੇ ਕੋਲੇ ਸਿੰਗੂਲਰ verb ਹੋਏਗੀ। ਤਾਂ ਹੁਣ ਜੇ ਤੁਹਾਡੇ ਕੋਲੇ verb ਯੂਜ਼ ਕੀਤੀ ਜਾ ਰਹੀ ਹੈ ਵਿਦਆਊਟ ਐਸ ਜਾਂ ਈਐਸ ਤਾਂ ਉਹ ਕੀ ਹੁੰਦੀ ਹੈ ਤੁਹਾਡੇ ਕੋਲੇ ਪਲੂਰਲ ਹੁੰਦੀ ਹੈ।
ਇਹ ਚੀਜ਼ ਹੈ ਜਿਹੜੀ ਤੁਸੀਂ ਨੋਟ ਕਰ ਲੈਣੀ ਹੈ ਬਿਕੋਜ਼ ਕਾਫੀ ਸਟੂਡੈਂਟਸ ਨੂੰ ਇਸ ਦੇ ਵਿੱਚ ਡਾਊਟ ਹੁੰਦਾ ਹੈ ਤੇ ਉਹ ਜਿਹੜਾ ਹੈ ਮਾਰਕ ਕਰ ਦਿੰਦੇ ਆ ਬਟ ਜੇ verb ਦੇ ਨਾਲ ਐਸ ਦਾ ਯੂਜ਼ ਹੋ ਗਿਆ ਤਾਂ ਉੱਥੇ ਤੁਹਾਡੇ ਕੋਲ verb ਕੀ ਹੋ ਜਾਂਦੀ ਹੈ ਜੀ ਸਿੰਗੂਲਰ ਹੋ ਜਾਂਦੀ ਹੈ ਮੋਸਟ ਇੰਪੋਰਟੈਂਟ ਟੌਪਿਕ ਹੈ ਤਾਂ ਜਿਹੜਾ ਹੈਗਾ ਤੁਸੀਂ ਧਿਆਨ ਚ ਰੱਖਣਾ ਹੈ ਨਾउन ਦੇ ਵਿੱਚ ਤੁਹਾਡੇ ਕੋਲ ਐਸ ਪਲੂਰਲ ਬਣ ਜਾਂਦਾ ਹੈ ਬਟ verb ਦੇ ਨਾਲ ਐਸ ਲਾ ਕੇ verb ਸਿੰਗੂਲਰ ਹੋ ਜਾਂਦੀ ਹੈ ਇਹ ਚੀਜ਼ ਤੁਸੀਂ ਜਿਹੜੀ ਨੋਟ ਕਰ ਸਕਦੇ ਹੋ ਹੁਣ ਇੱਥੇ ਤੁਹਾਡੇ ਕੋਲ ਬਿਨ ਵਰਡ ਦਿੱਤਾ ਹੋਇਆ ਸੀ ਬਿਨ ਇੱਕ verb ਹੈ ਜੋ ਕਿ ਆਪਣੇ ਕੋਲ ਪਲੂਰਲ verb ਹੈ ਤਾਂ ਇਹਨੂੰ ਤੁਸੀਂ ਸਿੰਗੂਲਰ ਫਾਰਮ ਚ ਯੂਜ਼ ਕਰੋਗੇ ਬਿਕੋਜ਼ ਲੋ ਐਂਡ ਸਟੱਡੀ ਤੁਹਾਡੇ ਕੋਲ ਸਿੰਗੂਲਰ ਸਬਜੈਕਟ ਹੈ ਸਿੰਗੂਲਰ ਸਬਜੈਕਟ ਲਈ ਸਿੰਗੂਲਰ verb ਆਏਗੀ ਸੋ ਬਿਨਸ ਦਾ ਯੂਜ਼ ਕੀਤਾ ਜਾਏਗਾ ਬਿਨ ਦਾ ਯੂਜ਼ ਇੱਥੇ ਨਹੀਂ ਹੋਏਗਾ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਬਾਕੀ ਤੁਸੀਂ ਇਹ ਕਨਸੈਪਟ ਨੋਟ ਕਰ ਸਕਦੇ ਹੋ ਹਾਂਜੀ ਤੇ ਥਰਡ ਕੁਐਸਚਨ ਅਗੇਨ ਤੁਸੀਂ ਚੈੱਕ ਕਰੋਗੇ ਕਿਹੜੇ ਪਾਰਟ ਦੇ ਵਿੱਚ ਆਇਆ ਹੈ ਤੇ ਉਹਨੂੰ ਮਾਰਕ ਕਰੋਗੇ ਦੈਨ ਜਿਹੜਾ ਤੁਸੀਂ ਇਹ ਪਾਰਟ ਹੈ ਜਿਹੜਾ ਉਹ ਕਰੈਕਟ ਕਰਨਾ ਦੇਖੋ ਜੀ क्वेश्चन है 2 and 2 makes 4 2 and 2 makes 4 ਹਾਂਜੀ ਤਾਂ ਤੁਹਾਡਾ ਆਨਸਰ ਆ ਗਿਆ ਹੋਵੇਗਾ ਤੇ ਕਿਹੜੇ ਪਾਰਟ ਦੇ ਵਿੱਚ ਐਰਰ ਹੈ ਤਾਂ ਐਰਰ ਹੈ ਤੁਹਾਡੀ ਬੀ ਪਾਰਟ ਦੇ ਵਿੱਚ ਹੁਣ ਕੀ ਐਰਰ ਹੈ ਹੁਣ ਅੱਜ ਹੁਣੇ ਆਪਾਂ ਜਿਹੜਾ ਹੈਗਾ ਲਾਸਟ ਕੁਐਸਚਨ ਦੇ ਵਿੱਚ ਕਨਸੈਪਟ ਡਿਸਕਸ ਕੀਤਾ ਹੈ ਕਿ ਜੇ ਤੁਹਾਡੇ ਕੋਲੇ ਸਬਜੈਕਟ ਸਿੰਗੂਲਰ ਹੈ ਤਾਂ verb ਤੁਹਾਡੀ ਸਿੰਗੂਲਰ ਹੋਏਗੀ verb ਸਿੰਗੂਲਰ ਹੋਏਗੀ ਬਟ ਜੇ ਸਬਜੈਕਟ ਤੁਹਾਡਾ ਪਲੂਰਲ ਆ ਗਿਆ ਸਬਜੈਕਟ ਸਿੰਗੂਲਰ ਕੇਸ ਦੇ ਵਿੱਚ verb ਸਿੰਗੂਲਰ ਸਬਜੈਕਟ ਪਲੂਰਲ ਕੇਸ ਦੇ ਵਿੱਚ ਤੁਹਾਡੇ ਕੋਲੇ verb ਵੀ ਕੀ ਹੋ ਜਾਂਦੀ ਹੈ ਤੁਹਾਡੀ ਪਲੂਰਲ ਹੋ ਜਾਂਦੀ ਹੈ ਹੁਣ verb ਨੂੰ ਸਿੰਗੂਲਰ ਜਾਂ ਪਲੂਰਲ ਕਿਵੇਂ ਬਣਾਉਂਦੇ ਆ ਜਦੋਂ verb ਦੇ ਨਾਲ s ਜਾਂ es ਲੱਗ ਜਾਏ ਤਾਂ verb ਹੁੰਦੀ ਹੈ ਸਿੰਗੂਲਰ ਬਟ ਜੇ verb ਦੇ ਨਾਲ ਵਿਦਆਊਟ ਐਸ ਤੋਂ verb ਯੂਜ਼ ਕੀਤੀ ਜਾ ਰਹੀ ਹੈ ਤਾਂ ਉਹ ਹੁੰਦੀ ਹੈ ਤੁਹਾਡੇ ਕੋਲੇ ਪਲੂਰਲ ਹੁਣ ਇੱਥੇ ਚੈੱਕ ਕਰੋਗੇ ਤੁਹਾਡੇ ਕੋਲੇ ਕੀ ਹੈ 2 ਐਂਡ 2 ਦੀ ਗੱਲ ਕੀਤੀ ਜਾ ਰਹੀ ਹੈ ਸੈਂਟੈਂਸ ਪੂਰਾ ਪੜੋਗੇ ਫਿਰ ਹੀ ਤੁਹਾਨੂੰ ਮੀਨਿੰਗ ਪਤਾ ਲੱਗੇਗਾ ਕਿ 2 ਐਂਡ 2 ਤੁਸੀਂ ਸਿੰਗੂਲਰ ਫਾਰਮ ਲਈ ਯੂਜ਼ ਕੀਤਾ ਜਾਂ ਪਲੂਰਲ ਲਈ ਯੂਜ਼ ਕੀਤਾ ਹੈ ਦੇਖੋ ਜੀ 2 ਐਂਡ 2 ਮੇਕਸ 4 ਹੁਣ 2 ਐਂਡ 2 ਜਦੋਂ ਦੋ ਅਲੱਗ-ਅਲੱਗ ਦੋ ਹੋਣਗੇ 2 2 ਅਲੱਗ-ਅਲੱਗ ਹੋਣਗੇ ਫਿਰ ਹੀ ਤਾਂ 4 ਬਣੇਗਾ ਸਿੰਗਲ 2 ਨਾਲ ਤਾਂ ਨਹੀਂ 2 ਬਣੇਗਾ ਹਾਂ ਸਿੰਗਲ 2 ਨਾਲ ਤਾਂ ਉਹ 2 ਰਹਿ ਜਾਏਗਾ ਸਿੰਗਲ 2 ਨਾਲ ਤਾਂ 4 ਨਹੀਂ ਬਣੇਗਾ ਸੋ 2 ਐਂਡ 2 ਅਲੱਗ-ਅਲੱਗ ਵਰਡ ਨੇ ਦੋ ਅਲੱਗ-ਅਲੱਗ ਤੁਹਾਡੇ ਕੋਲੇ ਕਹ ਲਓ ਨੰਬਰਸ ਨੇ ਉਹਨਾਂ ਤੋਂ ਮਿਲਾ ਕੇ ਜਿਹੜਾ ਤੁਹਾਡੇ ਕੋਲੇ 4 ਬਣ ਰਿਹਾ ਇਟ ਮੀਨਸ 2 ਐਂਡ 2 ਤੁਹਾਡੇ ਕੋਲੇ ਪਲੂਰਲ ਸਬਜੈਕਟ ਹੈ ਇੱਥੇ ਜਿਹੜਾ 2 ਐਂਡ 2 ਹੈ ਪਲੂਰਲ ਸਬਜੈਕਟ ਹੈ ਤਾਂ ਇਹਦੇ ਨਾਲ verb ਵੀ ਜਿਹੜੀ ਤੁਹਾਡੇ ਕੋਲੇ ਪਲੂਰਲ ਆਏਗੀ ਤੇ ਇੱਥੇ ਮੇਕਸ ਯੂਜ਼ ਕੀਤਾ ਜੋ ਕਿ ਰੋਂਗ ਹੈ ਤੇ ਤੁਸੀਂ ਮੇਕ ਦਾ ਯੂਜ਼ ਕਰਨਾ ਸੀ ਬਿਕੋਜ਼ ਐਸਸੀਐਸ ਨਾਲ verb ਸਿੰਗੂਲਰ ਹੁੰਦੀ ਹੈ ਵਿਦਆਊਟ ਐਸਸੀਐਸ ਤੁਹਾਡੇ ਕੋਲੇ verb ਪਲੂਰਲ ਹੁੰਦੀ ਹੈ ਸੋ ਪਲੂਰਲ verb ਬਣੇਗੀ ਜਦੋਂ ਤੁਸੀਂ ਮੇਕ ਦਾ ਯੂਜ਼ ਕਰੋਗੇ ਸੈਂਟੈਂਸ ਬਣੇਗਾ ਜੀ 2 ਐਂਡ 2 ਮੇਕ 4 ਤਾਂ ਇਹ ਸੀ ਜੀ ਤੁਹਾਡਾ ਥਰਡ ਸੈਂਟੈਂਸ ਆਈ ਹੋਪ ਤੁਹਾਨੂੰ ਹੁਣ ਇਹ ਕੰਸੈਪਟ ਕਲੀਅਰ ਹੋ ਗਿਆ ਹੋਵੇਗਾ ਦੇਖੋ ਜੀ ਲਾਸਟ ਕੁਐਸਚਨ ਹੈ ਤੁਹਾਡਾ ਇਸ ਕੰਸੈਪਟ ਦਾ ਐਡ ਨਾਲ ਜੇ ਤੁਹਾਡੇ ਕੋਲੇ ਸੈਂਟੈਂਸ ਦੇ ਵਿੱਚ ਫਰੇਜ਼ ਜੁਆਇਨ ਕੀਤੀ ਜਾ ਰਹੀ ਹੈ तो फिर तुसी ਇਹ ਜਿਹੜਾ ਸਿੰਗੂਲਰ ਜਾਂ ਪਲੂਰਲ ਫਾਰਮ ਦੇ ਵਿੱਚ ਡੀਲ ਕਰਨਾ ਹੁੰਦਾ ਹੈ ਦੇਖੋ ਜੀ ਹੁਣ ਫੋਰਥ ਕੁਐਸਚਨ ਅਗੇਨ ਤੁਹਾਡੇ ਇੱਥੇ ਕਨਸੈਪਟ ਦਿੱਤੇ ਹੈ the sum and substance of the passages are as follows ਵੀ ਪਾਰਟ ਹੈ ਜੀ ਤੁਹਾਡਾ ਨੋ ਐਰਰ ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ ਐਰਰ ਹੈ ਦੈਨ ਆਪਾਂ ਉਸ ਪਾਰਟਿਕੂਲਰ ਐਰਰ ਨੂੰ ਜਿਹੜਾ ਕਰੈਕਟ ਕਰਾਂਗੇ ਦੇਖੋ ਜੀ The sum and substance of the passages are as follow ਤੇ ਕਿਹੜੇ ਪਾਰਟ ਦੇ ਵਿੱਚ ਐਰਰ ਹੈ ਤੁਹਾਨੂੰ ਐਰਰ ਹੈ ਜਿਹੜੀ ਮਿਲ ਗਈ ਹੋਏਗੀ ਦੇਖੋ ਜੀ ਤਾਂ ਆਪਾਂ ਜਿਹੜਾ ਹੈਗਾ ਹੁਣ ਫਰੇਜ਼ਸ ਕੀਤੀਆਂ ਨੇ ਜਿੱਥੇ ਤੁਹਾਨੂੰ ਦੱਸਿਆ ਗਿਆ ਸੀ ਕਿ ਐਂਡ ਦੇ ਨਾਲ ਜੁਆਇਨ ਕੀਤੀਆਂ ਜਾਣ ਵਾਲੀਆਂ ਕੁਝ ਕੁ ਫਰੇਜ਼ਸ ਜਿੱਥੇ ਸਮ ਐਂਡ ਸਬਸਟੈਂਸਸ ਸਮ ਐਂਡ ਫਨ ਐਂਡ ਫਲੋਰਿਕ ਆਇਆ ਸੀ ਆਪਣਾ ਲਾਈਵ ਐਂਡ ਸੋਡਾ ਆਪਾਂ ਡਿਸਕਸ ਕੀਤਾ ਤੇ ਇਸ ਤੋਂ ਇਲਾਵਾ ਆਪਾਂ ਸਾਇੰਸ ਐਂਡ ਟੈਕਨੋਲੋਜੀ ਦੇਖਿਆ ਆਰਟ ਐਂਡ ਕਲਚਰ ਤੁਹਾਨੂੰ ਦਿਖਾਇਆ ਤਾਂ ਉਹ ਸਾਰੇ ਕੀ ਹੁੰਦੇ ਤੁਹਾਡੇ ਕੋਲ ਸਿੰਗਲ ਫਾਰਮ ਚ ਡੀਲ ਕੀਤੇ ਜਾਂਦੇ ਆ ਤਾਂ ਸਮ ਐਂਡ ਸਬਸਟੈਂਸਸ ਦਾ ਮਤਲਬ ਵੀ ਤੁਹਾਡੇ ਕੋਲ ਸਮ ਐਂਡ ਸਬਸਟੈਂਸ ਇੱਕ ਸਿੰਗੂਲਰ ਸਬਜੈਕਟ ਹੈ ਕੀ ਹੈ ਜੀ ਸਿੰਗੂਲਰ ਸਬਜੈਕਟ ਹੈ ਇਟ ਮੀਨ ਸਿੰਗੂਲਰ ਹੈ ਤਾਂ verb ਵੀ ਤੁਹਾਡੀ ਕੀ ਆਏਗੀ ਸਿੰਗੂਲਰ ਆਏਗੀ ਤਾਂ ਚੈੱਕ ਕਰੋ ਸੈਂਟੈਂਸ ਦੇ ਵਿੱਚ ਯੂਜ਼ ਕੀਤਾ ਹੋਇਆ verb ਸਿੰਗੂਲਰ ਹੈ ਜਾਂ ਤੁਹਾਡੇ ਕੋਲ ਪਲੂਰਲ ਹੈ the sum and substance of the passage are as follows ਇੱਥੇ are ਨਹੀਂ ਆਏਗਾ ਕੀ ਆਏਗਾ ਕਿ ਇਸ ਦਾ ਯੂਜ਼ ਹੋਏਗਾ ਤਾਂ C ਪਾਰਟ ਦੇ ਵਿੱਚ ਤੁਹਾਡੀ ਐਰਰ ਸੀ ਆਈ ਹੋਪ ਤੁਹਾਨੂੰ ਕਨਸੈਪਟ ਕਲੀਅਰ ਹੋ ਗਿਆ ਹੋਵੇਗਾ ਬਾਕੀ ਆਪਾਂ ਚਾਰ ਕੁਐਸਚਨ ਕੀਤੇ ਆ ਇਹਦੇ ਨਾਲ ਰਿਲੇਟਡ ਜੇ ਕਿਸੇ ਵੀ ਸਟੂਡੈਂਟ ਨੂੰ ਇਹਨਾਂ ਦੇ ਵਿੱਚ ਕੋਈ ਵੀ ਡਾਊਟ ਹੁੰਦਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਡਾਊਟ ਹੈ ਜਿਹੜਾ ਪੋਸਟ ਕਰ ਸਕਦੇ ਹੋ ਤੁਹਾਨੂੰ ਆਨਸਰ ਹੈ ਜਿਹੜਾ ਉਹ ਕਰ ਦਿੱਤਾ ਜਾਏਗਾ ਹਾਂਜੀ ਤਾਂ ਹੁਣ ਆਪਾਂ ਦੇਖਦੇ ਹਾਂ ਨੈਕਸਟ ਕੁਐਸਚਨ that is use of ਆਪਣੇ ਕੋਲੇ ਉਹੀ ਸੇਮ ਚੀਜ਼ ਅਕੋਰਡਿੰਗ ਟੂ ਫਰਸਟ ਸਬਜੈਕਟ ਔਰ ਸੈਕੰਡ ਸਬਜੈਕਟ ਇਹ ਚੀਜ਼ ਹੈ ਜਿਹੜੀ ਆਪਾਂ ਚੈੱਕ ਕਰਾਂਗੇ ਦੇਖੋ ਜੀ ਤਾਂ ਹੁਣ ਕਨਸੈਪਟ ਕੀ ਹੈ ਜੇਕਰ ਤੁਹਾਡੇ ਕੋਲੇ ਫॉर ਨਾउन्स ਜੁਆਇਨਡ ਬਾਈ ਦੋ ਜੇ ਕੋਈ ਆਪਣੇ ਕੋਲੇ ਨਾउन ਨੇ ਜਾਂ ਦੋ ਸਬਜੈਕਟ ਨੇ ਫॉर ਨਾउन्स ਜੁਆਇਨਡ ਬਾਈ ਔਰ ਫॉर ਸਬਜੈਕਟਸ ਸਬਜੈਕਟ ਤੁਸੀਂ ਕਹਿ ਲਓ ਚਾਹੇ ਨਾउन ਕਹਿ ਲਓ ਸਬਜੈਕਟਸ joined by besides as well as and not along with in addition to together with like unlike accompanied by in with ਇਸ ਤੋਂ ਇਲਾਵਾ ਤੁਹਾਡੇ ਕੋਲੇ ਵਰਡ ਇੱਕ even ਆ ਜਾਂਦਾ ਹੈ ਤਾਂ ਹੋਰ ਵੀ ਕਾਫੀ ਸਾਰੇ ਵਰਡ ਹੈ ਜਿਹੜੇ ਤੁਹਾਡੇ ਕੋਲੇ ਆ ਜਾਂਦੇ ਆ ਜੇ ਤੁਹਾਡੇ ਕੋਲੇ ਕੋਈ ਵੀ ਦੋ ਸਬਜੈਕਟ ਨਾउन ਹੈ ਜਿਹੜੇ ਜੁਆਇਨ ਕੀਤੇ ਜਾ ਰਹੇ ਵਿਦ words besides as well as and not along with in addition to together with like unlike accompanied by with even ਤਾਂ ਤੁਹਾਡੇ ਕੋਲੇ ਜਿਹੜੀ verb ਹੁੰਦੀ ਹੈ ਜੀ ਉਹ ਫਰਸਟ ਸਬਜੈਕਟ ਦੇ ਅਕੋਰਡਿੰਗ ਆਉਂਦੀ ਹੈ ਇਹ ਚੀਜ਼ ਤੁਸੀਂ ਨੋਟ ਕਰਨੀ ਹੈ verb follows the first subject ਤਾਂ ਹੁਣ ਦੋ ਸਬਜੈਕਟ ਨੇ ਜਿਵੇਂ ਆਪਾਂ ਕਹਿ ਲੈਂਦੇ ਆ ਰਾਮ as well as
हिज फ्रेंड्स। तो हम एक ही हो गया ਤੁਹਾਡੇ ਕੋਲੇ ਦੋ ਸਬਜੈਕਟਸ ਆਰ ਪਲੇਇੰਗ ਮੈਂ ਲਿਖਾਂ ਜਿਵੇਂ ਇੱਥੇ ਲਿਖਾਂ ਮੈਂ ਆਰ ਪਲੇਇੰਗ ਚੈੱਕ ਕਰੋ ਜੀ ਤੁਹਾਡੇ ਕੋਲੇ ਇਹ ਸੈਂਟੈਂਸ ਹੈ ਹੁਣ ਤੁਹਾਡੇ ਕੋਲੇ ਦੋ ਸਬਜੈਕਟ ਹੋ ਗਏ ਇੱਕ ਤਾਂ ਰਾਮ ਹੋ ਗਿਆ ਸੈਕਿੰਡ ਉਹ ਹਿਸ ਫਰੈਂਡਸ ਹੋ ਗਿਆ ਜੁਆਇਨ ਕਿਹਦੇ ਨਾਲ ਕੀਤੇ ਆਪਾਂ ਐਜ਼ ਵੈਲ ਐਜ਼ ਦੇ ਨਾਲ ਐਜ਼ ਵੈਲ ਐਜ਼ ਇੱਥੇ ਕੀ ਹੋ ਗਿਆ ਕੰਜੰਕਸ਼ਨ ਦਾ ਕੰਮ ਕਰ ਰਿਹਾ ਜੁਆਇਨ ਕੀਤੇ ਜਾ ਰਹੇ ਆ ਹੁਣ ਦੇਖੋ ਤੁਹਾਡੇ ਕੋਲੇ ਯੂਜ਼ ਕੀਤੇ ਹੋਏ ਵਰਡਸ ਰਾਮ ਐਂਡ ਹਿਸ ਫਰੈਂਡਸ ਦੇ ਵਿੱਚੋਂ verb ਹੈ ਜਿਹੜੀ ਕਿਹਦੇ ਅਕੋਰਡਿੰਗ ਆਏਗੀ ਫਰਸਟ ਸਬਜੈਕਟ ਅਕੋਰਡਿੰਗ ਤੇ ਸੈਕਿੰਡ ਅਕੋਰਡਿੰਗ ਇਹ ਚੀਜ਼ ਹੈ ਤੁਹਾਡਾ ਕਨਸੈਪਟ ਤਾਂ ਤੁਸੀਂ ਇਹ ਜਿਹੜਾ ਫਰਸਟ ਸਬਜੈਕਟ ਅਕੋਰਡਿੰਗ ਚੈੱਕ ਕਰੋਗੇ ਤਾਂ ਰਾਮ ਕਿਹਾ ਸਰ ਸਿੰਗੂਲਰ ਆਪਣੇ ਕੋਲੇ ਸਬਜੈਕਟ ਸਿੰਗੂਲਰ ਹੈ ਸੋ verb ਵੀ ਸਿੰਗੂਲਰ ਹੋਏਗੀ ਆਰ ਨੂੰ ਯੂਜ਼ ਹੋਏਗਾ ਇਸ ਦਾ ਯੂਜ਼ ਹੋਏਗਾ ਇਹ ਚੀਜ਼ ਹੈ ਜਿਹੜੀ ਤੁਹਾਡੀ ਇਸ ਪਾਰਟ ਵਿੱਚ ਆ ਜਾਂਦੀ ਹੈ ਮੋਸਟ ਇੰਪੋਰਟੈਂਟ ਪਾਰਟ ਹੈ ਜਿਹੜਾ ਤੁਸੀਂ ਇਹ ਜਿਹੜਾ ਸਟਾਰ ਮਾਰਕ ਕਰਕੇ ਲਿਖ ਸਕਦੇ ਹੋ ਇਹ ਕੰਜੰਕਸ਼ਨ ਦਾ ਵੀ ਹੈ ਤੇ ਪਲੱਸ ਤੁਹਾਡੇ ਕੋਲ ਇਹੀ ਸੇਮ ਚੀਜ਼ ਤੁਹਾਡੀ ਸਬਜੈਕਟ ਵਰਬ ਐਗਰੀਮੈਂਟ ਦੇ ਵਿੱਚ ਪੁੱਛਿਆ ਜਾਣ ਵਾਲਾ ਮੋਸਟ ਰਿਪੀਟਡ ਪਾਰਟ ਹੈ ਜਿਹੜਾ ਤੁਹਾਡੇ ਕੋਲ ਇਹੀ ਬਣ ਜਾਂਦਾ ਹੈ ਤਾਂ ਹੁਣ ਇਹਨਾਂ ਵਰਡਸ ਨੂੰ ਤੁਸੀਂ ਧਿਆਨ ਚ ਰੱਖਣਾ ਹੈ ਕਿ ਜੇ ਦੋ ਸਬਜੈਕਟ ਨਾਉਨ ਤੁਹਾਡੇ ਜੁਆਇਨ ਕੀਤੇ ਜਾ ਰਹੇ ਵਿਦ ਯੂਜ਼ਿੰਗ these conjunctions besides as well as and not along with in addition to together with like accompanied by or with given ਤਾਂ ਇਹਨਾਂ ਦੇ ਨਾਲ ਤੁਹਾਡੇ ਕੋਲ ਜਿਹੜਾ verb ਆਉਂਦਾ ਹੈ ਉਹ ਫਰਸਟ ਸਬਜੈਕਟ ਅਕੋਰਡਿੰਗ ਆਉਂਦਾ ਹੈ ਜੇ ਫਰਸਟ ਸਬਜੈਕਟ ਤੁਹਾਡਾ ਸਿੰਗੂਲਰ ਹੈ ਤਾਂ verb ਸਿੰਗੂਲਰ ਹੋ ਜਾਏਗਾ ਜੇ ਫਰਸਟ ਸਬਜੈਕਟ ਤੁਹਾਡਾ ਪਲੂਰਲ ਬਣ ਜਾਂਦਾ ਹੈ ਤਾਂ verb ਵੀ ਤੁਹਾਡੀ ਕੀ ਹੋ ਜਾਏਗੀ ਜੀ ਪਲੂਰਲ ਹੋਏਗੀ ਤੁਹਾਨੂੰ ਐਗਜ਼ਾਮਪਲ ਹੈ ਜਿਹੜੀ ਆਪਾਂ ਦੇ ਦਿੱਤੀ ਹੈ ਹੁਣ ਦੇਖਣਾ ਹੈ ਜੇ ਤੁਸੀਂ ਇਹ ਸਬਜੈਕਟ ਆਪਣੇ ਇਸ ਟੌਪਿਕ ਨਾਲ ਰਿਲੇਟਡ ਕੁਐਸਚਨਸ ਦੇਖੋ ਫਰਸਟ ਕੁਐਸਚਨ ਹੈ ਜੀ ਤੁਹਾਡਾ ਸਕਰੀਨ ਤੇ ਤੁਹਾਨੂੰ ਸ਼ੋ ਹੋ ਗਿਆ 5 ਨੰਬਰ ਕੁਐਸਚਨ ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ ਐਰਰ ਹੈ ਤੇ ਉਸ ਪਾਰਟਿਕੂਲਰ ਐਰਰ ਨੂੰ ਤੁਸੀਂ ਕਰੈਕਟ ਕਰਨਾ ਹੈ ਦੇਖੋ ਜੀ ਤਾਂ ਸੈਂਟੈਂਸ ਕੀ ਹੈ ਰਮਨ ਐਸ ਵੈਲ ਐਸ ਹਿਸ ਬ੍ਰਦਰ ਆਰ ਕਮਿੰਗ ਟੂਡੇ ਬੀ ਪਾਰਟ ਹੈ ਜੀ ਤੁਹਾਡਾ ਨੋ ਐਰਰ ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ ਐਰਰ ਹੈ ਤੇ ਉਸ ਪਾਰਟਿਕੂਲਰ ਪਾਰਟ ਨੂੰ ਜਿਹੜਾ ਤੁਸੀਂ ਕਰੈਕਟ ਕਰਨਾ ਹੈ ਦੇਖੋ ਜੀ ਰਮਨ ਐਸ ਵੈਲ ਐਸ ਹਿਸ ਬ੍ਰਦਰ ਆਰ ਕਮਿੰਗ ਟੂਡੇ हाँ जी, तो आई होप ਤੁਸੀਂ ਆਨਸਰ ਹੈ ਜਿਹੜਾ ਮਾਰਕ ਕਰ ਲਿਆ ਹੋਵੇਗਾ ਤੇ ਦੇਖੋ ਤੇ ਤੁਹਾਡੇ ਕੋਲੇ ਦੋ ਸਬਜੈਕਟ ਆ ਗਏ ਗ੍ਰਾਮਰ ਦੂਸਰਾ ਹਿਸ ਬ੍ਰਦਰ ਜੁਆਇਨ ਕਿਹਦੇ ਨਾਲ ਕੀਤੇ ਜਾ ਰਿਹਾ ਐਜ਼ ਵੈਲ ਐਜ਼ ਦੇ ਨਾਲ ਹੁਣ ਐਜ਼ ਵੈਲ ਐਜ਼ ਦਾ ਤੁਹਾਨੂੰ ਐਗਜ਼ਾਮਪਲ ਮੈਂ ਪਹਿਲਾਂ ਦੇ ਕੇ ਹੀ ਆਈ ਹਾਂ ਜਦੋਂ ਤੁਹਾਨੂੰ ਸੈਂਟੈਂਸਸ ਦੇ ਵਿੱਚ ਕੰਜੰਕਸ਼ਨ ਕਰਵਾਈ ਹੈ ਕਿ ਦੋ ਸਬਜੈਕਟ ਨੂੰ ਕਿਸ ਤਰੀਕੇ ਨਾਲ ਜੁਆਇਨ ਕੀਤਾ ਜਾਂਦਾ ਹੈ ਫਿਰ ਇੱਥੇ ਦੇਖੋ ਇਹ ਸਬਜੈਕਟ ਫਰਸਟ ਹੋ ਗਿਆ ਤੁਹਾਡਾ ਹਿਸ ਬ੍ਰਦਰ ਤੁਹਾਡਾ ਸੈਕੰਡ ਸਬਜੈਕਟ ਹੋ ਗਿਆ ਜੁਆਇਨ ਕਿਹਦੇ ਨਾਲ ਕੀਤਾ ਜਾ ਰਿਹਾ ਐਜ਼ ਵੈਲ ਐਜ਼ ਦੇ ਨਾਲ ਤੇ verb ਅੱਗੇ ਚੈੱਕ ਕਰਨੀ ਤੇ ਤੁਸੀਂ verb ਕਿਹਦੇ ਅਕੋਰਡਿੰਗ ਆਏਗੀ ਜੀ ਫਰਸਟ ਸਬਜੈਕਟ ਅਕੋਰਡਿੰਗ ਆਏਗੀ ਬਿਕਾਜ਼ ਐਜ਼ ਵੈਲ ਐਜ਼ ਦੇ ਨਾਲ ਦੋ ਸਬਜੈਕਟ ਜੁਆਇਨ ਕੀਤੇ ਜਾ ਰਹੇ ਆ ਸੋ ਫਰਸਟ ਸਬਜੈਕਟ ਤੁਹਾਡਾ ਸਿੰਗੂਲਰ ਹੋਏਗਾ ਤੇ ਇੱਥੇ ਤੁਹਾਡੇ ਕੋਲ verb ਵੀ ਸਿੰਗੂਲਰ ਹੋਏਗੀ ਰਾਮਨ ਤੁਹਾਡੇ ਕੋਲ ਸਿੰਗੂਲਰ ਕਿਸੇ ਪਰਸਨ ਦਾ ਨੇਮ ਹੈ ਸੋ ਸਿੰਗੂਲਰ ਹੈ ਅਗੇਨ ਤੁਹਾਡੇ ਕੋਲ verb ਵੀ ਕੀ ਹੈ ਜੀ ਸਿੰਗੂਲਰ ਆਏਗੀ ਸੋ ਸੀ ਪਾਰਟ ਦੇ ਵਿੱਚ ਇੱਥੇ ਐਰਰ ਸੀ ਜਿਹੜੀ ਕਿ ਤੁਸੀਂ ਮਾਰਕ ਕਰਨੀ ਸੀ ਆਈ ਹੋਪ ਤੁਹਾਡਾ ਕਲੀਅਰ ਹੋ ਗਿਆ ਹੋਵੇਗਾ ਕੁਐਸਚਨ ਦੇਖੋ ਜੀ 6 ਨੰਬਰ ਕੁਐਸਚਨ ਹੈ ਅਗੇਨ ਸੇਮ ਟੌਪਿਕ ਹੈ ਤੁਹਾਡਾ My brother along with his friends are going on a tour ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ ਆ ਰਿਹਾ ਤੇ ਉਸ ਪਾਰਟਿਕੂਲਰ ਪਾਰਟ ਨੂੰ ਜਿਹੜਾ ਤੁਸੀਂ ਕਰੈਕਟ ਕਰਨਾ ਹੈ ਦੇਖੋ ਜੀ My brother along with his friends are going on a tour D ਪਾਰਟ ਹੈ ਜੀ ਤੁਹਾਡਾ no error ਜੇ ਕਿਸੇ ਪਾਰਟ ਦੇ ਵਿੱਚ error ਨਹੀਂ ਮਿਲਦੀ ਤਾਂ ਤੁਹਾਡਾ ਆਨਸਰ D ਹੁੰਦਾ ਹੈ that is no error ਦੇਖੋ ਕਿਹੜੇ ਪਾਰਟ ਦੇ ਵਿੱਚ error ਹੈ ਹਾਂਜੀ ਤਾਂ ਤੁਸੀਂ ਮਾਰਕ ਕਰ ਲਿਆ ਹੋਣਾ ਤੇ ਦੇਖੋ ਇੱਥੇ ਤੁਹਾਡੇ ਕੋਲੇ ਦੋ ਸਬਜੈਕਟ ਆ ਗਏ my brother ਫਰਸਟ ਸਬਜੈਕਟ ਹੈ ਤੁਹਾਡਾ along with ਦੇ ਨਾਲ ਜਿਹੜਾ ਤੁਸੀਂ ਜੁਆਇਨ ਕੀਤੇ ਹੈ ਇਹ ਕੰਜੰਕਸ਼ਨ ਹੋ ਗਿਆ ਤੁਹਾਡਾ ਤੇ ਸੈਕੰਡ ਸਬਜੈਕਟ ਹੈ ਜਿਹੜਾ ਤੁਹਾਡਾ ਹਿਸ ਬ੍ਰਦਰ ਹੈ ਸੈਕੰਡ ਸਬਜੈਕਟ ਤਾਂ ਹੁਣ ਤੁਸੀਂ ਦੇਖਿਆ along with ਕੰਜੰਕਸ਼ਨ along with ਨਾਲ ਜੇ ਸੈਂਟੈਂਸ ਵਿੱਚ ਜੁਆਇਨ ਕੀਤਾ ਜਾ ਰਿਹਾ ਦੋ ਸਬਜੈਕਟਸ ਨੂੰ ਤੁਸੀਂ ਕੀ ਕਰ ਦਿੰਦੇ ਹੋ ਫੋਰ ਸਬਜੈਕਟ ਅਕੋਰਡਿੰਗ ਆਪਣੀ ਵਰਬ ਲਾਉਣਾ ਕਨਸੈਪਟ ਜਿਹੜਾ ਤੁਹਾਡਾ ਆਪਾਂ ਇੱਥੇ ਡਿਸਕਸ ਕੀਤਾ ਦੇਖੋ along with ਵਰਡ ਹੈ ਦੇਖੋ ਜੀ ਅਸੀਂ along with ਜੇ along with ਨਾਲ ਦੋ ਸਬਜੈਕਟ ਜੁਆਇਨ ਕੀਤੇ ਜਾ ਰਹੇ ਤਾਂ ਤੁਸੀਂ ਕੀ ਨਾਮ ਹੈ ਵਰਬ ਤੁਹਾਡੀ ਕਿਹਦੇ ਅਕੋਰਡਿੰਗ ਆਉਂਦੀ ਹੈ ਜੀ ਫੋਰ ਸਬਜੈਕਟ ਅਕੋਰਡਿੰਗ ਆਉਂਦੀ ਹੈ ਹੁਣ ਦੇਖੋ ਤੁਹਾਡਾ ਕੁਐਸਚਨ ਇੱਥੇ ਫਰਸਟ ਸਬਜੈਕਟ ਤੁਹਾਡਾ ਮਾਈ ਬ੍ਰਦਰ ਹੈ ਜੋ ਕਿ ਸਿੰਗੂਲਰ ਹੈ ਤਾਂ ਮਾਈ ਬ੍ਰਦਰ ਦੀ ਗੱਲ ਕੀਤੀ ਮਾਈ ਬ੍ਰਦਰਸ ਨਹੀਂ ਹੈ ਮਾਈ ਬ੍ਰਦਰਸ ਨਹੀਂ ਹੈ ਮਾਈ ਬ੍ਰਦਰਸ ਤਾਂ ਫਿਰ ਪਲੂਰਲ ਹੋ ਜਾਂਦਾ ਹੈ ਇੱਥੇ ਮਾਈ ਬ੍ਰਦਰ ਮਤਲਬ ਕਿ ਸਿੰਗੂਲਰ ਇੱਕ ਬ੍ਰਦਰ ਦੀ ਗੱਲ ਕੀਤੀ ਜਾ ਰਹੀ ਹੈ ਤਾਂ verb ਵੀ ਸਿੰਗੂਲਰ ਹੋਏਗੀ ਇਸ ਯੂਜ਼ ਕੀਤਾ ਜਾਏਗਾ ਸੀ ਪਾਰਟ ਦੇ ਵਿੱਚ ਅਗੇਨ ਤੁਹਾਡੀ ਐਰਰ ਹੈ ਆਈ ਹੋਪ ਤੁਹਾਨੂੰ ਇਹ ਕੁਐਸਚਨ ਦਾ ਪਾਰਟ ਹੈ ਜਿਹੜਾ ਸਮਝ ਆ ਗਿਆ ਹੋਵੇਗਾ ਸੈਕੰਡ ਚੀਜ਼ ਤੁਹਾਨੂੰ ਇਹ ਕਨਸੈਪਟ ਕਲੀਅਰ ਹੋ ਗਿਆ ਹੋਵੇਗਾ ਕਿ ਜੇ ਦੋ ਸਬਜੈਕਟ ਜੁਆਇਨ ਕੀਤੇ ਜਾ ਰਹੇ ਤੁਹਾਡੇ ਕੋਲੇ ਯੂਜ਼ਿੰਗ ਦਾ ਕੰਜੰਕਸ਼ਨਸ ਜਿਹੜੇ ਤੁਹਾਨੂੰ ਨੋਟ ਕਰਵਾਇਆ ਬਿਸਾਈਡਸ ਐਜ਼ ਵੈਲ ਐਜ਼ and not along with together with in addition to like unlike ਹੋ ਗਿਆ ਤੁਹਾਡੇ ਕੋਲ even with accompanied by ਤਾਂ ਤੁਸੀਂ ਕੀ ਕਰਨਾ ਹੁੰਦਾ ਫਰਸਟ ਸਬਜੈਕਟ ਅਕੋਰਡਿੰਗ verb ਯੂਜ਼ ਕਰਨੀ ਹੁੰਦੀ ਹੈ ਤਾਂ ਤੁਹਾਡੀ verb ਹੈ ਜਿਹੜੀ ਜੇ ਸਬਜੈਕਟ ਫਰਸਟ ਸਿੰਗੂਲਰ ਹੋਏਗਾ ਤਾਂ verb ਸਿੰਗੂਲਰ ਹੋਏਗੀ ਜੇ ਫਰਸਟ ਸਬਜੈਕਟ ਤੁਹਾਡਾ ਪਲੂਰਲ ਹੈ ਤਾਂ ਤੁਸੀਂ verb ਵੀ ਹੈ ਜਿਹੜੀ ਪਲੂਰਲ ਹੀ ਯੂਜ਼ ਕਰੋਗੇ ਆਈ ਹੋਪ ਤੁਹਾਨੂੰ ਕਲੀਅਰ ਹੋਏਗਾ ਹਾਂਜੀ ਨੈਕਸਟ ਕਨਸੈਪਟ ਹੈ ਜੀ ਤੁਹਾਡਾ when two subjects are joined by the following conjunctions ਜੇ ਤੁਹਾਡੇ ਕੋਲੇ ਦੋ ਸਬਜੈਕਟ ਜੁਆਇਨ ਕੀਤੇ ਜਾ ਰਹੇ ਹਨ using conjunction none but not only but also neither nor or either or second is not and or ਆਪਣੇ ਕੋਲੇ ਜੇ ਇਹਨਾਂ 6 ਕੰਜੰਕਸ਼ਨ ਦਾ ਯੂਜ਼ ਕਰਕੇ ਦੋ ਸਬਜੈਕਟ ਨੂੰ ਜੁਆਇਨ ਕੀਤਾ ਹੋਇਆ ਤਾਂ ਤੁਹਾਡੇ ਕੋਲੇ ਜਿਹੜੀ verb ਹੁੰਦੀ ਹੈ ਜੀ ਉਹ ਆਉਂਦੀ ਹੈ ਸੈਕੰਡ ਸਬਜੈਕਟ ਅਕੋਰਡਿੰਗ ਤਾਂ verb follows the second subject ਤੇ ਕਨਸੈਪਟ ਤੁਹਾਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਇੱਥੇ ਇਲੈਬੋਰੇਟ ਕਰਕੇ ਸਮਝਾਇਆ ਹੋਇਆ
ਆਪਣੇ ਕੋਲੇ ਕੀ ਆ ਜਾਂਦਾ ਜੇ 2 ਸਬਜੈਕਟ ਨੂੰ ਜੁਆਇਨ ਕੀਤਾ ਜਾ ਰਿਹਾ ਨੇ, ਇਹ 6 ਹੀ ਵਰਡ ਤੁਸੀਂ ਯਾਦ ਕਰਨੇ। ਫਸਟ ਵਾਲਾ ਜਿਹੜਾ ਤੁਹਾਨੂੰ ਟੌਪਿਕ ਕਰਵਾਇਆ ਕਿ ਜੇ ਤੁਹਾਡੇ ਕੋਲੇ ਉਹਨਾਂ ਨਾਲ ਕੁਝ ਕੰਜੰਕਸ਼ਨ ਜਿਵੇਂ ਬਿਸਾਈਡ ਸੀ, ਐਜ਼ ਵੈਲ ਐਜ਼ ਸੀ, ਇਨ ਐਡੀਸ਼ਨ ਟੂ ਸੀ, ਹੁਣ ਉਹ ਕਾਫੀ ਨੇ, ਉਹਨਾਂ ਨੂੰ ਯਾਦ ਕਰਨਾ ਥੋੜਾ ਜਿਹਾ ਯਾਦ ਰੱਖਣਾ ਵੀ ਔਖਾ ਹੋ ਜਾਂਦਾ, ਬਟ ਤੁਸੀਂ ਆ ਜਿਹੜੇ ਇਹ 6 ਯਾਦ ਕਰ ਲਓ। ਜੇ ਇਹ 6 ਤੁਹਾਡੇ ਕੋਲੇ ਸੈਂਟੈਂਸਸ ਦੇ ਵਿੱਚ 2 ਸਬਜੈਕਟ ਨੂੰ ਜੁਆਇਨ ਕਰਨ ਦੇ ਲਈ ਯੂਜ਼ ਕੀਤੇ ਜਾ ਰਹੇ ਹੈ ਤਾਂ ਬਹੁਤ ਤੁਹਾਡੀ ਸੈਕੰਡ ਸਬਜੈਕਟ ਅਕੋਰਡਿੰਗ ਆਉਂਦੀ, ਅਦਰਵਾਈਜ਼ ਤੁਹਾਡੇ ਕੋਲੇ ਜੇ ਹੋਰ ਕਿਸੇ ਕੰਜੰਕਸ਼ਨ ਦਾ ਯੂਜ਼ ਕਰਕੇ ਤੁਹਾਡੇ ਕੋਲੇ 2 ਸਬਜੈਕਟ ਜੁਆਇਨ ਕੀਤੇ ਜਾ ਰਹੇ ਤਾਂ ਬਹੁਤ ਤੁਹਾਡੀ ਹਮੇਸ਼ਾ ਫੋਰਥ ਸਬਜੈਕਟ ਅਕੋਰਡਿੰਗ ਹੈਗੀ, ਇਹ ਚੀਜ਼ ਤੁਸੀਂ ਨੋਟ ਕਰ ਸਕਦੇ ਹੋ। ਹੁਣ ਇੱਥੇ ਦੇਖੋ ਆਪਣੇ ਕੋਲੇ ਸਿਰਫ 6 ਵਰਡ ਨੇ, ਨਨ ਬਟ, not only but also, neither nor either or, and last two are nor and or, ਤਾਂ ਇਹਨਾਂ ਨੂੰ ਤੁਸੀਂ ਯਾਦ ਕਰਨਾ ਹੈ ਤੇ ਇਹਨਾਂ ਦੇ ਅਕੋਰਡਿੰਗ ਜੇ ਤੁਹਾਡੇ ਕੋਲੇ ਸੈਂਟੈਂਸ ਦੇ ਵਿੱਚ 2 ਸਬਜੈਕਟ ਜੁਆਇਨ ਕੀਤੇ ਜਾ ਰਹੇ ਆ ਇਹਨਾਂ ਵਰਡਸ ਦਾ ਯੂਜ਼ ਕਰਕੇ ਤੇ ਜਿਹੜੀ ਤੁਹਾਡੀ ਵਰਬ ਹੋਏਗੀ ਉਹ ਕੀ ਹੋਏਗੀ ਜੀ ਸੈਕੰਡ ਸਬਜੈਕਟ ਅਕੋਰਡਿੰਗ ਹੋਏਗੀ। ਸੈਕੰਡ ਸਬਜੈਕਟ ਜੇ ਸਿੰਗੂਲਰ ਹੈ ਤਾਂ ਸੇਮ ਤੁਹਾਡੀ ਵਰਬ ਵੀ ਸਿੰਗੂਲਰ ਹੋ ਜਾਏਗੀ, ਵਰਬ ਵੀ ਤੁਸੀਂ ਸਿੰਗੂਲਰ ਯੂਜ਼ ਕਰੋਗੇ, ਬਟ ਜੇ ਤੁਹਾਡਾ ਸੈਕੰਡ ਸਬਜੈਕਟ ਪਲੂਰਲ ਹੋਏਗਾ ਤਾਂ ਵਰਬ ਵੀ ਕੀ ਹੋ ਜਾਏਗੀ ਤੁਹਾਡੀ ਸੇਮ ਹੀ ਕੰਸੈਪਟ ਫੋਲੋ ਕਰੇਗੀ, ਵਰਬ ਵੀ ਕੀ ਹੋਏਗੀ ਜੀ ਪਲੂਰਲ ਹੋਏਗੀ। ਤਾਂ ਇਹ ਚੀਜ਼ ਹੈ ਜਿਹੜੀ ਤੁਸੀਂ ਨੋਟ ਕਰਨੀ ਹੈ। ਹੁਣ ਦੇਖੋਗੇ ਜੀ ਇਸ ਟੌਪਿਕ ਨਾਲ ਰਿਲੇਟਡ ਕੁਐਸਚਨ। ਫਰਸਟ ਕੁਐਸਚਨ ਹੈ ਜੀ ਤੁਹਾਨੂੰ ਸਕਰੀਨ ਦੇ ਉੱਤੇ ਸ਼ੋ ਹੋ ਚੁੱਕਿਆ ਹੈ। ਕੁਐਸਚਨ ਕੀ ਹੈ, ਈਦਰ ਕਮਲ ਔਰ ਹਿਸ ਫਰੈਂਡ ਇਜ਼ ਟੂ ਬੀ ਬਲੇਮਡ ਫॉर ਦਿਸ ਮਿਸਟੇਕ। ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ ਐਰਰ ਹੈ ਤੇ ਇਸ ਪਾਰਟਿਕੂਲਰ ਐਰਰ ਨੂੰ ਹੈ ਜਿਹੜਾ ਤੁਸੀਂ ਕਰਨਾ ਹੈ ਜੀ ਕਰੈਕਟ। ਦੇਖੋ ਕਿੱਥੇ ਐਰਰ ਹੈ ਤੇ ਉਹਨੂੰ ਸਹੀ ਕਰਨਾ ਹੈ, ਦੇਖੋ। Either Kamal or his friends is to be blamed for this mistake. A B C D ਚਾਰ ਪਾਰਟ ਨੇ ਤੁਹਾਡੇ ਕੋਲ, ਕਿਹੜੇ ਪਾਰਟ ਦੇ ਵਿੱਚ ਐਰਰ ਹੈ? ਹਾਂਜੀ ਤਾਂ ਤੁਸੀਂ ਮਾਰਕ ਕਰ ਲਿਆ ਹੋਣਾ ਤੇ ਇੱਥੇ ਦੇਖੋ ਤੁਹਾਡੇ ਕੋਲੇ ਦੋ ਜਿਹੜੇ ਕੰਜੰਕਸ਼ਨ ਯੂਜ਼ ਕੀਤੇ ਹੋਏ ਆ। ਪੇਅਰ ਜਿਹੜਾ ਯੂਜ਼ ਕੀਤਾ ਹੋਇਆ either or ਦਾ ਜਿਹੜੇ ਦੋ ਸਬਜੈਕਟ ਜੁਆਇਨ ਕੀਤੇ ਜਾ ਰਹੇ ਉਹ ਕਿਹੜੇ ਨੇ ਜੀ ਕਮਲ ਫਰਸਟ ਸਬਜੈਕਟ ਤੇ ਤੁਹਾਡੇ ਕੋਲ, ਸੈਕੰਡ ਸਬਜੈਕਟ ਕੀ ਹੈ ਤੁਹਾਡੇ ਕੋਲੇ ਹਿਸ ਫਰੈਂਡਸ ਇਹ ਹੈ ਜੀ ਤੁਹਾਡਾ ਸੈਕੰਡ ਸਬਜੈਕਟ। ਹੁਣ ਜੇ ਤੁਹਾਡੇ ਕੋਲੇ ਦੋ ਸੈਂਟੈਂਸਸ ਸਬਜੈਕਟਸ ਜੁਆਇਨ ਕੀਤੇ ਜਾ ਰਹੇ ਬਾਈ ਯੂਜ਼ਿੰਗ ਦਾ ਵਰਡਸ ਈਦਰ ਔਰ ਤਾਂ ਤੁਹਾਡੇ ਕੋਲੇ verb ਹੈ ਜਿਹੜੀ ਉਹ ਕਿਹਦੇ ਅਕੋਰਡਿੰਗ ਹੋਣੀ ਹੈ ਸੈਕੰਡ ਸਬਜੈਕਟ ਅਕੋਰਡਿੰਗ। ਜੇ ਸੈਕੰਡ ਸਬਜੈਕਟ ਸਿੰਗੂਲਰ verb ਸਿੰਗੂਲਰ, ਜੇ ਸੈਕੰਡ ਸਬਜੈਕਟ ਪਲੂਰਲ ਤਾਂ verb ਕੀ ਹੋਏਗੀ ਪਲੂਰਲ ਹੋਏਗੀ। ਤਾਂ ਹੁਣ ਇੱਥੇ ਦੇਖੋ ਕਮਲ ਦਾ ਤੁਹਾਡਾ ਫਰਸਟ ਸਬਜੈਕਟ ਜੋ ਕਿ ਸਿੰਗੂਲਰ ਹੈ ਤਾਂ ਇਸ ਅਕੋਰਡਿੰਗ ਤਾਂ verb ਸਿੰਗੂਲਰ ਰਹੇਗੀ, ਬਟ ਆਪਾਂ ਤਾਂ ਫਰਸਟ ਸਬਜੈਕਟ ਨੂੰ ਚੈੱਕ ਹੀ ਨਹੀਂ ਕਰਨਾ, ਫਰਸਟ ਸਬਜੈਕਟ ਤੇ ਆਪਾਂ ਨੂੰ ਲੋੜ ਨਹੀਂ ਹੈ ਬਿਕਾਜ਼ ਪੇਅਰ ਈਦਰ ਔਰ ਹੈ। ਤਾਂ ਸੋ ਆਪਾਂ ਸੈਕੰਡ ਸਬਜੈਕਟ ਚੈੱਕ ਕਰਾਂਗੇ ਜੀ ਸੈਕੰਡ ਸਬਜੈਕਟ ਤੁਹਾਡੇ ਕੋਲੇ ਸਿੰਗੂਲਰ ਹੈ ਜਾਂ ਪਲੂਰਲ ਹੈ। ਦੇਖੋ ਹਿਸ ਫਰੈਂਡਸ ਤਾਂ ਕੀ ਹੋ ਗਿਆ ਇਹ ਪਲੂਰਲ ਹੈ, ਸੋ verb ਕੀ ਹੋਏਗੀ ਤੁਹਾਡੀ ਪਲੂਰਲ ਹੋਏਗੀ। ਅੱਗੇ ਦੇਖੋ ਤੁਸੀਂ ਇਸ ਦਾ ਯੂਜ਼ ਕੀਤਾ ਜੋ ਕਿ ਰੌਂਗ ਉੱਥੇ ਕੀ ਆਉਣਾ ਚਾਹੀਦਾ ਸੀ ਆਰ ਦਾ ਯੂਜ਼ ਹੋਣਾ ਸੀ, ਪਲੂਰਲ verb ਆਏਗੀ। ਸੋ ਬੀ ਪਾਰਟ ਦੇ ਵਿੱਚ ਐਰਰ ਸੀ ਇਸ ਸੈਂਟੈਂਸ ਦੇ ਵਿੱਚ। ਹਾਂਜੀ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਸੈਂਟੈਂਸ ਕੀ ਬਣੇਗਾ ਈਦਰ ਕਮਲ ਔਰ ਹਿਸ ਫਰੈਂਡਸ ਆਰ ਟੂ ਬੀ ਬਲੇਮਡ ਫॉर ਦਿਸ ਮਿਸਟੇਕ। ਆਈ ਹੋਪ ਤੁਹਾਨੂੰ ਕੁਐਸਚਨ ਕਲੀਅਰ ਹੋ ਗਿਆ ਹੋਵੇਗਾ। 7 ਨੰਬਰ ਕੁਐਸਚਨ। ਹਾਂਜੀ ਤਾਂ ਇੱਕ ਦੋ ਵਾਰ ਆ ਜਿਹੜਾ ਕੁਐਸਚਨ ਆਪਣੇ ਆਪ ਕਰਨ ਦੀ ਕੋਸ਼ਿਸ਼ ਕਰਨੀ ਹੈ ਤਾਂ ਕਨਸੈਪਟ ਹੈ ਜਿਹੜਾ ਤੁਹਾਨੂੰ ਪੂਰੇ ਚੰਗੇ ਤਰੀਕੇ ਨਾਲ ਸਮਝ ਹੈ ਜਿਹੜਾ ਉਹ ਆ ਜਾਏਗਾ। ਬਾਕੀ ਜਿੰਨੇ ਡਿਟੇਲ ਦੇ ਵਿੱਚ ਤੁਹਾਨੂੰ ਕਰਵਾਇਆ ਜਾ ਰਿਹਾ ਸੇਮ ਕੋਈ ਵੀ ਆਪਾਂ ਕਹ ਲਓ ਤੁਸੀਂ ਕਿਸੇ ਪੇਡ ਬੈਚ ਨਾਲ ਤੁਸੀਂ ਆਪਣਾ ਕੰਪੇਅਰ ਕਰਕੇ ਦੇਖ ਸਕਦੇ ਹੋ ਮਟੀਰੀਅਲ, ਤਾਂ ਤੁਹਾਨੂੰ ਸੇਮ ਜਿਹੜਾ ਹੈ ਕਿਸੇ ਪੇਡ ਬੈਚ ਦੇ ਵਿੱਚ ਮਿਲੇਗਾ, ਸੇਮ ਹੀ ਹੈ ਜਿਹੜਾ ਤੁਹਾਨੂੰ ਇੱਥੇ ਫ੍ਰੀ ਆਫ ਕਾਸਟ ਅਸੀਂ ਕਰਵਾ ਰਹੇ ਹਾਂ। ਬਸ ਤਿਆਰੀ ਹੈ ਜਿਹੜੀ ਤੁਸੀਂ ਖੁਦ ਕਰਨੀ ਹੈ, ਰਿਵੀਜ਼ਨ ਜਿੰਨੀ ਕਰੋਗੇ ਉਹ ਤੁਹਾਡੇ ਤੇ ਡਿਪੈਂਡ ਕਰੇਗਾ, ਜਿੰਨੀ ਤੁਸੀਂ ਰਿਵਾਈਜ਼ ਕਰੋਗੇ ਕਨਸੈਪਟ ਨੂੰ ਉਨੀ ਤੁਹਾਡੇ ਵਧੀਆ ਹੋ ਜਾਣਗੇ ਤੇ ਤੁਹਾਡਾ ਜਿਹੜਾ ਇੰਗਲਿਸ਼ ਪੋਰਸ਼ਨ ਹੈ ਤੁਸੀਂ ਈਜ਼ੀਲੀ ਹੈ ਜਿਹੜਾ ਸਕੋਰ ਕਰ ਸਕੋਗੇ। ਹਾਂਜੀ ਤਾਂ ਹੁਣ ਅੱਗੇ ਆ ਗਿਆ ਤੁਹਾਡੇ ਕੋਲ 8 ਨੰਬਰ ਕੁਐਸਚਨ। ਨੀਦਰ ਦਾ ਡਾਕਟਰ ਨॉट ਅਸਿਸਟੈਂਟ ਵਰ ਅਸਲੀਪ ਵੈਨ ਦਾ ਫੋਨ ਰੈਂਗ। ਡੀ ਪਾਰਟ ਦਾ ਤੁਹਾਡਾ ਨੋ ਐਰਰ ਚੈੱਕ ਕਰੋਗੇ, ਜੇ ABC ਦੇ ਵਿੱਚ ਕਿਸੇ 'ਚ ਵੀ ਐਰਰ ਹੋਈ ਤਾਂ ਉਹਨਾਂ ਨੂੰ ਮਾਰਕ ਕਰ ਦੋਗੇ, ਅਦਰਵਾਈਜ਼ ਤੁਹਾਡਾ ਜਿਹੜਾ ਆਨਸਰ ਹੋਏਗਾ ਉਹ ਡੀ ਹੋਏਗਾ, ਦੈਟ ਇਜ਼ ਨੋ ਐਰਰ। ਹਾਂਜੀ ਦੇਖੋ ਕਿਹੜੇ ਪਾਰਟ ਦੇ ਵਿੱਚ ਐਰਰ ਹੈ ਤੇ ਉਸ ਪਾਰਟਿਕੂਲਰ ਪਾਰਟ ਨੂੰ ਹੈ ਜਿਹੜਾ ਤੁਸੀਂ ਕਰੈਕਟ ਕਰਨਾ। ਦੇਖੋ neither the doctor nor assistant were asleep when the phone rang। ਹਾਂਜੀ ਤਾਂ ਪੇਅਰ ਕੀ ਆ ਗਿਆ ਤੁਹਾਡੇ ਕੋਲ ਇੱਥੇ ਯੂਜ਼ ਕੀਤੇ ਜਾ ਰਹੇ ਕੰਜੰਕਸ਼ਨ ਨੀਦਰ ਨॉट, ਪੇਅਰ ਤਾਂ ਸਹੀ ਯੂਜ਼ ਕੀਤਾ ਹੋਇਆ। ਸੈਕੰਡ ਤੁਸੀਂ ਦੇਖੋ ਇਹਨੂੰ ਯੂਜ਼ ਕਿਹਦੇ ਲਈ ਕੀਤਾ ਦੋ ਸਬਜੈਕਟ ਨੂੰ ਜੁਆਇਨ ਕਰਨ ਦੇ ਲਈ। ਫਰਸਟ ਸਬਜੈਕਟ ਹੈ ਦਾ ਡਾਕਟਰ, ਸੈਕੰਡ ਹੈ ਅਸਿਸਟੈਂਟ, ਸੈਕੰਡ ਸਬਜੈਕਟ ਕੀ ਹੈ ਅਸਿਸਟੈਂਟ, ਸੈਕੰਡ ਸਬਜੈਕਟ। ਹਾਂਜੀ ਹੁਣ ਦੇਖੋ ਤੁਹਾਡੇ ਕੋਲੇ verb ਕਿਹਦੇ ਅਕੋਰਡਿੰਗ ਆਏਗੀ ਫਰਸਟ ਦੇ ਅਕੋਰਡਿੰਗ ਜਾਂ ਫਿਰ ਸੈਕੰਡ ਦੇ ਅਕੋਰਡਿੰਗ। ਹੁਣ ਇੱਥੇ ਤਾਂ ਤੁਹਾਡੇ ਕੋਲੇ ਦੋਨੋਂ ਹੀ ਸਿੰਗੂਲਰ ਹੈ, ਸੋ verb ਤੁਹਾਡੀ ਸਿੰਗੂਲਰ ਹੋਣੀ ਚਾਹੀਦੀ ਹੈ। ਇੱਥੇ ਤਾਂ ਤੁਹਾਨੂੰ ਕੋਈ ਰੂਲ ਵੀ ਐਵੇਂ ਚਾਰ ਕਰਨ ਦੀ ਲੋੜ ਨਹੀਂ ਸੀ। ਤਾਂ ਦੇਖੋ ਨੀਦਰ ਨਾ ਦਾ ਯੂਜ਼ ਕੀਤਾ ਹੈ, ਅਗੇਨ ਤੁਹਾਡੇ ਕੋਲੇ ਫਰਸਟ ਸਬਜੈਕਟ ਵੀ ਤੁਹਾਡਾ ਸਿੰਗੂਲਰ ਹੈ, ਜੇ ਫਰਸਟ ਨੂੰ ਦੇਖ ਕੇ ਚਲੋਗੇ ਫਿਰ ਵੀ ਤੁਹਾਡੇ ਕੋਲੇ ਸਿੰਗੂਲਰ verb ਆਏਗੀ, ਸੈਕੰਡ ਨੂੰ ਦੇਖ ਕੇ ਚਲੋਗੇ ਫਿਰ ਵੀ ਸਿੰਗੂਲਰ verb ਆਏਗੀ। ਬਟ ਤੁਹਾਨੂੰ ਕਨਸੈਪਟ ਕਲੀਅਰ ਹੋਣਾ ਚਾਹੀਦਾ ਹੈ ਕਿ ਜੇ ਪੇਅਰ ਤੁਹਾਡੇ ਕੋਲੇ ਨੀਦਰ ਨਾ ਦਿੱਤਾ ਤਾਂ ਤੁਸੀਂ ਸੈਕੰਡ ਸਬਜੈਕਟ ਅਕੋਰਡਿੰਗ verb ਲਾਉਣੀ ਹੁੰਦੀ ਹੈ, ਫਰਸਟ ਸਬਜੈਕਟ ਆਪਾਂ ਚੈੱਕ ਨਹੀਂ ਕਰਦੇ। ਹੁਣ ਇੱਥੇ ਫਰਸਟ ਸਬਜੈਕਟ ਦਾ ਡਾਕਟਰ ਹੈ, ਇਹਨੂੰ ਦੇਖਣ ਦੀ ਲੋੜ ਨਹੀਂ, ਵੈਸੇ ਇਹ ਵੀ ਸਿੰਗੂਲਰ ਹੈ, ਬਟ ਸੈਕੰਡ ਸਬਜੈਕਟ ਆਪਾਂ ਚੈੱਕ ਕਰਾਂਗੇ ਜੀ ਨੀਦਰ ਦਾ ਡਾਕਟਰ ਨॉर ਅਸਿਸਟੈਂਟ। ਹੁਣ ਅਸਿਸਟੈਂਟ ਹੈ ਜਿਹੜਾ ਤੁਹਾਡੇ ਕੋਲ ਯੂਜ਼ ਕੀਤਾ ਇਹ ਸੈਕੰਡ ਸਬਜੈਕਟ ਆ ਗਿਆ ਜੋ ਕਿ ਤੁਹਾਡੇ ਕੋਲ ਸਿੰਗੂਲਰ ਹੈ, ਤਾਂ ਇਸ ਅਕੋਰਡਿੰਗ ਤੁਹਾਡੀ verb ਵੀ ਕੀ ਆਏਗੀ ਜੀ ਸਿੰਗੂਲਰ ਆਏਗੀ।
देखो सेंटेंस ਦੇ ਵਿੱਚ ਯੂਜ਼ ਕੀਤੀ ਹੋਈ ਬਹੁ ਹੈ ਤੁਹਾਡੇ ਕੋਲੇ ਪਰ ਜੋ ਕਿ ਰੋਂਗ ਹੈ ਬੀ ਪਾਰਟ ਵਿੱਚ ਤੁਹਾਡੀ ਅਗੇਨ ਐਰਰ ਸੀ ਜੋ ਤੁਸੀਂ ਮਾਰਕ ਕਰਨੇ ਸੀ ਆंसर ਕੀ ਆਏਗਾ ਤੇ ਬਾਅਦ ਯੂਜ਼ ਕੀਤਾ ਜਾਏਗਾ ਸੋ सेंटेंस ਕੀ ਬਣੇਗਾ ਨੀਦਰ ਦ ਡਾਕਟਰ ਨॉन ਅਸਿਸਟੈਂਟ ਵਾਸ asleep when the phone rang आई होप concept ਕਲੀਅਰ ਹੋ ਗਿਆ ਹੋਵੇਗਾ ਮੋਸਟ ਰਿਪੀਟਡ ਤੇ ਮੋਸਟ ਇੰਪੋਰਟੈਂਟ ਟੌਪਿਕ ਹੈ ਇਹ ਕਾਫੀ ਕੁਐਸਚਨ ਜਿਹੜੇ ਤੁਹਾਡੇ ਇਸੇ ਟੌਪਿਕ ਦੇ ਵਿੱਚ ਮੰਨਦੇ ਆ ਹੁਣ ਇਹਨਾਂ ਨੂੰ ਧਿਆਨ ਚ ਰੱਖਣਾ ਹੈ ਕਿ ਫਰਸਟ ਸਬਜੈਕਟ ਅਕੋਰਡਿੰਗ ਬਹੁ ਤੁਸੀਂ ਕਿਉਂ ਯੂਜ਼ ਕਰਨੀ ਹੈ ਤੇ ਸੈਕੰਡ ਸਬਜੈਕਟ ਅਕੋਰਡਿੰਗ ਕਦੋਂ ਕਰਨੀ ਹੈ ਬੇਸਿਕਲੀ ਤੁਸੀਂ ਸੈਕੰਡ ਸਬਜੈਕਟ ਵਾਲੇ ਜਿਹੜੇ 6 ਵਰਡ ਨੇ ਤੁਹਾਡੇ ਕੋਲ ਛੇ ਪੇਅਰ ਨੇ ਈਦਰ ਔਰ ਹੈ ਨੀਦਰ ਨੋਰ ਹੈ ਨਾਟ ਓਨਲੀ ਬਟ ਆਲਸੋ ਹੈ ਨਨ ਬਟ ਹੈ ਇੱਕ ਹੈਗਾ ਤੁਹਾਡੇ ਕੋਲ ਨੋਟ ਤੇ ਔਰ ਬਟ ਤਾਂ ਹੁਣ ਜੇ ਤੁਹਾਡੇ ਇਹ 6 ਦੇ 6 ਤੁਸੀਂ ਲਰਨ ਕਰ ਲੈਣੇ ਆ ਇਹਨਾਂ ਨੂੰ ਲਰਨ ਕਰਕੇ ਤੁਹਾਨੂੰ ਪਤਾ ਕੀ ਲੱਗ ਜਾਏਗਾ ਕਿ ਜੇ ਤੁਹਾਡੇ ਕੋਲ ਇਹਨਾਂ ਨਾਲ ਕੋਈ ਵੀ ਦੋ ਸਬਜੈਕਟ ਜੁਆਇਨ ਕੀਤੇ ਜਾ ਰਹੇ ਤਾਂ ਬਹੁਤ ਜਿਹੜੀ ਹੋਗੀ ਤੁਹਾਡੀ ਹਮੇਸ਼ਾ ਸੈਕੰਡ ਸਬਜੈਕਟ ਨੂੰ ਫੋਲੋ ਕਰੇਗੀ ਸੈਕੰਡ ਸਬਜੈਕਟ ਅਕੋਰਡਿੰਗ ਹੋਏਗੀ ਜੇ ਸੈਕੰਡ ਸਬਜੈਕਟ ਤੁਹਾਡਾ ਸਿੰਗੂਲਰ ਹੈ ਬਹੁਤ ਸਿੰਗੂਲਰ ਹੋ ਜਾਏਗੀ ਜੇ ਸੈਕੰਡ ਸਬਜੈਕਟ ਤੁਹਾਡੇ ਕੋਲ ਪਲੂਰਲ ਹੈ ਤਾਂ ਬਹੁਤ ਵੀ ਤੁਹਾਡੀ ਕੀ ਹੋ ਜਾਏਗੀ ਪਲੂਰਲ ਹੋਏਗੀ ਆਈ ਹੋਪ ਕਨਸੈਪਟ ਕਲੀਅਰ ਹੋਏਗਾ ਹਾਂਜੀ ਅੱਗੇ ਹੈਗਾ ਜਿਹੜਾ ਤੁਹਾਡਾ ਕਨਸੈਪਟ ਦੈਟ ਇਜ਼ ਯੂਜ਼ ਆਫ until unless if once in case after before when while as soon as ਜਦੋਂ ਵੀ ਸੈਂਟੈਂਸ ਦੇ ਵਿੱਚ ਤੁਹਾਨੂੰ ਇਹ ਵਰਡ ਦਿਖਿਆ until unless if once in case after before when while as soon as ਤਾਂ ਤੁਹਾਡੇ ਕੋਲੇ ਕੀ ਚੀਜ਼ ਜਿਹੜੀ ਤੁਸੀਂ ਧਿਆਨ ਚ ਰੱਖਣੀ ਹੈ ਕਿ ਇਹਨਾਂ ਨਾਲ ਕਦੇ ਵੀ ਬਿਲ ਸ਼ੈਲ ਦਾ ਯੂਜ਼ ਨਹੀਂ ਹੋਏਗਾ ਕਦੇ ਵੀ ਤੁਸੀਂ ਆਰ ਨਾਟ ਫੋਲੋਡ ਬਾਈ ਬਿਲ ਸ਼ੈਲ ਇਹਨਾਂ ਨਾਲ ਬਿਲ ਸ਼ੈਲ ਦਾ ਯੂਜ਼ ਨਹੀਂ ਕਰੋਗੇ ਹਾਂ ਪਹਿਲਾ ਸੈਂਟੈਂਸ ਹੋ ਸਕਦਾ ਤੁਹਾਡੇ ਕੋਲੇ ਬਿੱਲ ਦਾ ਯੂਜ਼ ਕੀਤਾ ਜਾ ਸਕੇ ਬਟ ਫੋਲੋ ਨਹੀਂ ਕੀਤੇ ਜਾਣਗੇ ਫੋਰ ਐਗਜ਼ਾਮਪਲ ਜਿਵੇਂ ਫਸਟ ਸੈਂਟੈਂਸ ਦੇ ਵਿੱਚ ਤੁਹਾਡੇ ਕੋਲੇ ਬਿੱਲ ਯੂਜ਼ ਕੀਤਾ ਜਾ ਸਕਦਾ ਹੈ ਆਈ ਵਿਲ ਕਮ ਆਫਟਰ ਯੂ ਜਿਵੇਂ ਇਹ ਸੈਂਟੈਂਸ ਹੈ ਹੁਣ ਆਈ ਵਿਲ ਯੂਜ਼ ਕੀਤਾ ਗਿਆ ਫਸਟ ਸੈਂਟੈਂਸ ਦੇ ਵਿੱਚ ਆਫਟਰ ਜਿਹੜਾ ਤੁਸੀਂ ਬਾਅਦ ਚ ਯੂਜ਼ ਕੀਤਾ ਹੈ ਬਟ ਜੇ ਸੈਂਟੈਂਸ ਵਿੱਚ ਆਫਟਰ ਪਹਿਲਾਂ ਯੂਜ਼ ਕਰਕੇ ਫਿਰ ਬਿੱਲ ਯੂਜ਼ ਕੀਤਾ ਜਾ ਰਿਹਾ ਉਹ ਵਾਲੀ ਚੀਜ਼ ਹੈ ਜਿਹੜੀ ਤੁਹਾਡੀ ਰੋਂਗ ਹੋਏਗੀ ਇਹਨਾਂ ਤੋਂ ਬਾਅਦ ਦੇ ਵਿੱਚ ਜੇ ਪਹਿਲਾ ਸੈਂਟੈਂਸ ਦੇ ਵਿੱਚ ਇਹ ਵਰਡ ਆ ਗਏ ਤਾਂ ਸੈਕੰਡ ਪਾਰਟ ਜਿਹੜਾ ਹੋਏਗਾ ਤੁਹਾਡੇ ਕੋਲ ਜਾਂ ਸੈਕੰਡ ਜਿਹੜਾ ਪੋਰਸ਼ਨ ਰਹਿ ਜਾਏਗਾ ਸੈਂਟੈਂਸ ਦੇ ਵਿੱਚ ਉਹਦੇ ਵਿੱਚ ਬਿਲ ਸ਼ੈਲ ਤੁਹਾਨੂੰ ਨਹੀਂ ਯੂਜ਼ ਕਰਨਾ ਕਿਉਂਕਿ ਇਹ ਵਾਲੀ ਚੀਜ਼ ਹੈ ਜਿਹੜੀ ਤੁਹਾਡੀ ਰੋਂਗ ਹੋਏਗੀ ਇਹ ਹੈ ਜੀ ਤੁਹਾਡਾ ਕਨਸੈਪਟ ਹੁਣ ਆਪਾਂ ਇਸ ਕਨਸੈਪਟ ਨੂੰ ਸਮਝਾਂਗੇ ਵਿਦ ਐਗਜ਼ਾਮਪਲਸ ਕੁਐਸਚਨ ਦੇਖਾਂਗੇ ਫਰਸਟ ਕੁਐਸਚਨ ਹੈ ਤੁਹਾਨੂੰ ਸਕਰੀਨ ਦੇ ਉੱਤੇ ਸ਼ੋ ਹੋ ਗਿਆ ਹੈ ਟੇਕ ਐਨ ਅੰਬ੍ਰੇਲਾ ਇਨ ਕੇਸ ਇਟ ਵਿਲ ਰੇਨ ਟੇਕ ਐਨ ਅੰਬ੍ਰੇਲਾ ਇਟ ਵਿਲ ਇਨ ਕੇਸ ਇਟ ਵਿਲ ਰੇਨ ਤਾਂ ਹੁਣ ਇੱਥੇ ਕੁਐਸਚਨ ਦੇਖੋ ਜੀ ਆਪਣੇ ਕੋਲ ਕੀ ਹੈਗਾ ਇਹ ਕੁਐਸਚਨ ਤੁਹਾਨੂੰ ਕਰਵਾ ਦਿੰਦੇ ਆ ਬਾਕੀ ਜਿਹੜਾ ਸੈਕੰਡ ਕੁਐਸਚਨ ਹੈ ਤੁਸੀਂ ਖੁਦ ਸੋਲਵ ਕਰੋ ਦੇਖੋ ਆਪਣੇ ਕੋਲੇ ਕੀ ਗੱਲ ਕੀਤੀ ਜਾ ਰਹੀ ਹੈ ਟੇਕ ਐਨ ਅੰਬ੍ਰੇਲਾ ਕਹਿੰਦੇ ਛਤਰੀ ਲੈ ਕੇ ਜਾਓ ਇਨ ਕੇਸ ਇਟ ਵਿਲ ਰੇਨਸ ਹੁਣ ਇਨ ਕੇਸ ਤੁਹਾਡੇ ਕੋਲੇ ਵਰਡ ਆਇਆ ਤਾਂ ਤੁਹਾਨੂੰ ਦੱਸਿਆ ਕਿ ਇਨ ਕੇਸ ਜਦੋਂ ਵੀ ਸੈਂਟੈਂਸ ਦੇ ਵਿੱਚ ਯੂਜ਼ ਹੋ ਗਿਆ ਤਾਂ ਉਹਨੂੰ ਫੋਲੋ ਨਹੀਂ ਉਹ ਹੈ ਜਿਹੜਾ ਕਦੇ ਵੀ ਬਿਲ ਦੁਆਰਾ ਫੋਲੋ ਨਹੀਂ ਕੀਤਾ ਜਾਏਗਾ ਇਟ ਮੀਨਸ ਜੇ ਸੈਂਟੈਂਸ ਦੇ ਵਿੱਚ ਇਨ ਕੇਸ ਪਹਿਲਾਂ ਯੂਜ਼ ਹੋ ਰਿਹਾ ਇਸ ਤੋਂ ਬਾਅਦ ਜਿਹੜਾ ਪੋਰਸ਼ਨ ਰਹੇਗਾ ਉਹਦੇ ਵਿੱਚ ਕਦੇ ਵੀ ਬਿਲ ਸ਼ੈਲ ਯੂਜ਼ ਨਹੀਂ ਹੋਏਗਾ ਜਿਵੇਂ ਮੈਂ ਇੱਥੇ ਬਿਲ ਯੂਜ਼ ਕੀਤਾ ਜੋ ਕਿ ਰੋਂਗ ਹੈ ਸੈਂਟੈਂਸ ਵੀ ਬਣੇਗਾ ਟੇਕ ਐਨ ਅੰਬ੍ਰੇਲਾ ਇਨ ਕੇਸ ਇਟ ਰੇਨਸ ਬਸ ਇਹ ਹੈ ਜੀ ਤੁਹਾਡਾ ਸੈਂਟੈਂਸ ਤੁਸੀਂ ਬਿਲ ਦਾ ਯੂਜ਼ ਇੱਥੇ ਨਹੀਂ ਕਰਨਾ ਸੀ ਸੋ ਸੀ ਪਾਰਟ ਦੇ ਵਿੱਚ ਇੱਥੇ ਐਰਰ ਸੀ ਜੋ ਕਿ ਤੁਸੀਂ ਇੱਥੇ ਜਿਹੜਾ ਟਿਕ ਕਰਨਾ ਚਾਹੇਗਾ ਉਹਨਾਂ ਨੂੰ ਕਨਸੈਪਟ ਕਲੀਅਰ ਹੋ ਗਿਆ ਹੋਵੇਗਾ ਬਾਕੀ ਇਸ ਬਹੁਤ ਈਜ਼ੀ ਹੈ ਸਿੰਪਲ ਤੁਸੀਂ ਵਰਡ ਯਾਦ ਕਰਨੇ ਆ until unless if once in case after before when while or as soon as ਜਿੱਥੇ ਵੀ ਇਹ ਦੇਖਿਆ ਹੈ ਤੁਹਾਨੂੰ ਦਿਖਾਏਗਾ ਤੁਸੀਂ ਦੇਖੋਗੇ ਇਹਨਾਂ ਤੋਂ ਬਾਅਦ ਕਦੇ ਵੀ ਬਿਲ ਸ਼ੈਲ ਸੈਂਟੈਂਸ ਵਿੱਚ ਯੂਜ਼ ਨਹੀਂ ਕੀਤਾ ਜਾ ਸਕਦਾ ਇਹ ਸੀ ਤੁਹਾਡਾ ਜੀ 9 ਨੰਬਰ ਕੁਐਸਚਨ ਸੀ ਪਾਰਟ ਵਿੱਚ ਤੁਹਾਡੀ ਐਰਰ ਸੀ ਜਿਹੜੀ ਤੁਸੀਂ ਮਾਰਕ ਕਰਨੀ ਸੀ 10 ਨੰਬਰ ਕੁਐਸਚਨ ਅਗੇਨ ਚੈੱਕ ਕਰੋ ਤੇ ਤੁਸੀਂ ਸੋਲਵ ਕਰਨਾ ਹੈ ਕੁਐਸਚਨ ਵੀ ਤੁਸੀਂ ਇਹਦੇ ਨਾਲ ਦਾ ਕੁਐਸਚਨ 9 ਨੰਬਰ ਕੁਐਸਚਨ ਤੁਹਾਨੂੰ ਕਰਵਾ ਦਿੱਤਾ ਗਿਆ ਹੈ ਸੈਂਟੈਂਸ ਪੜੋ I can't go anywhere until the summer holidays will begin ਦੇਖੋ ਜੀ ਕਿਹੜੇ ਪਾਰਟ ਦੇ ਵਿੱਚ ਐਰਰ ਹੈ ਉਸ ਪਾਰਟ ਨੂੰ ਕਰੈਕਟ ਕਰਨਾ ਹੈ ਤੇ ਐਰਰ ਸਪੌਟ ਕਰਨੀ ਹੈ ਦੇਖੋ I can't go anywhere until the summer holidays will begin ਹਾਂਜੀ ਤਾਂ ਤੁਸੀਂ ਕੀ ਚੈੱਕ ਕੀਤਾ ਆਨਸਰ ਆ ਗਿਆ ਹੋਵੇਗਾ ਤੁਹਾਡਾ ਸਾਰਿਆਂ ਦਾ ਦੇਖੋ ਸੀ ਪਾਰਟ ਦੇ ਵਿੱਚ ਇੱਥੇ ਐਰਰ ਸੀ ਕੀ ਚੈੱਕ ਕੀਤਾ ਆਪਾਂ ਚੈੱਕ ਕੀਤਾ ਕਿ ਤੁਹਾਡੇ ਕੋਲੇ ਅੰਟਿਲ ਅਨਲੈਸ ਇਫ ਇਨ ਕੇਸ ਆਫਟਰ ਬਿਫੋਰ ਵੈਨ ਵਾਈਲ ਜਾਂ ਐਸ ਸੂਨ ਐਸ ਇਹੋ ਜਿਹੇ ਵਰਡ ਆ ਜਿਹੜੇ ਸੈਂਟੈਂਸ ਯੂਜ਼ ਕੀਤੇ ਹੋਏ ਹੈਗੇ ਦੇਖੋ ਆਪਣੇ ਕੋਲੇ ਅੰਟਿਲ ਵਰਡ ਆ ਗਿਆ ਹੁਣ ਇੱਥੇ ਅੱਗੇ ਦੇਖਾਂਗੇ ਆਪਾਂ ਇਹਨਾਂ ਤੋਂ ਬਾਅਦ ਜਿਹੜਾ ਕਦੇ ਵੀ ਬਿਲ ਸ਼ਾ ਸੈਂਟੈਂਸ ਯੂਜ਼ ਨਹੀਂ ਹੋਗਾ ਚੈੱਕ ਕਰੋ ਦ ਸਮਰ ਹੌਲੀਡੇਜ਼ ਬਿਲ ਬਿਗਿਨ ਹੁਣ ਇੱਥੇ ਬਿਲ ਦਾ ਯੂਜ਼ ਕੀਤਾ ਹੋਇਆ ਜੋ ਕਿ ਰੋਂਗ ਹੈ ਬਿਲ ਯੂਜ਼ ਨਹੀਂ ਹੋਣਾ ਸੀ ਸੋ ਇਸ ਤਰੀਕੇ ਨਾਲ ਸੀ ਪਾਰਟ ਦੇ ਵਿੱਚ ਤੁਹਾਡੀ ਐਰਰ ਸੀ ਆਨਸਰ ਕੀ ਹੋਏਗਾ ਆਈ ਕਾਂਟ ਗੋ ਐਨੀਵੇਅਰ ਅੰਟਿਲ ਦ ਸਮਰ ਹੌਲੀਡੇਜ਼ ਬਿਗਿਨ ਤੇ ਇਹ ਹੈ ਸੈਂਟੈਂਸ ਬਿੱਲ ਦਾ ਯੂਜ਼ ਹੈ ਜਿਹੜਾ ਤੁਹਾਡਾ ਸੀ ਪਾਰਟ ਦੇ ਵਿੱਚ ਯੂਜ਼ ਕੀਤਾ ਹੋਇਆ ਉਹ ਰੋਂਗ ਹੈ ਸੀ ਦੇ ਵਿੱਚ ਤੁਸੀਂ ਬਿੱਲ ਦਾ ਯੂਜ਼ ਨਹੀਂ ਕਰੋਗੇ ਇਹ ਸੀ ਜੀ ਤੁਹਾਡਾ ਕਨਸੈਪਟ ਆਈ ਹੋਪ ਕਨਸੈਪਟ ਕਲੀਅਰ ਹੋ ਗਿਆ ਹੋਵੇਗਾ ਬਾਕੀ ਮੋਸਟ ਆਪਾਂ ਕਹ ਲਓ ਇੰਪੋਰਟੈਂਟ ਕਨਸੈਪਟ ਹੈ ਇਹ ਬਹੁਤ ਜ਼ਿਆਦਾ ਇੰਨੇ ਜ਼ਿਆਦਾ ਕੁਐਸਚਨ ਨਹੀਂ ਪਾਉਂਦੇ ਹੈਗੇ ਪਰ ਫਿਰ ਵੀ ਆਪਾਂ ਕਹ ਲਓ ਸਪੋਕਨ ਦੇ ਵਿੱਚ ਜਦੋਂ ਇਹਨਾਂ ਦਾ ਯੂਜ਼ ਕਰਦੇ ਉਦੋਂ ਵੀ ਤੁਹਾਨੂੰ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਤਾਂ ਇਹਨਾਂ ਵਰਡਸ ਦੇ ਨਾਲ ਕਦੇ ਵੀ ਤੁਸੀਂ ਬਿਲ ਸ਼ੈਲ ਦਾ ਯੂਜ਼ ਨਹੀਂ ਕਰੋਗੇ ਇਹ ਵਰਡ ਕਦੇ ਵੀ ਬਿਲ ਸ਼ੈਲ ਦੁਆਰਾ ਫੋਲੋ ਨਹੀਂ ਕੀਤੇ ਜਾਂਦੇ ਇਹ ਚੀਜ਼ਾਂ ਜਿਹੜੀ ਤੁਸੀਂ ਮਾਰਕ ਕਰ ਲੈਣੀ ਹਾਂਜੀ ਤਾਂ ਆਪਣਾ ਨੈਕਸਟ ਕਨਸੈਪਟ ਹੈ ਜੇ ਤੁਹਾਡੇ ਕੋਲੇ ਸੈਂਟੈਂਸ ਦੇ ਵਿੱਚ ਯੂਜ਼ ਕੀਤੇ ਜਾ ਰਿਹਾ ਵਰਡ ਆਸਕਡ ਵੰਡਰ ਔਰ ਸਪੋਜ਼ ਆਪਾਂ ਕਿਸੇ ਚੀਜ਼ ਨੂੰ ਮੰਨਣ ਵਾਸਤੇ ਯੂਜ਼ ਕਰ ਰਹੇ ਨੇ ਸਪੋਜ਼ ਕਰਨਾ ਕੋਈ ਚੀਜ਼ ਇਮੇਜਿਨ ਕਰਨਾ ਹਨਾ ਮੰਨਣਾ ਵੰਡਰ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਦੇਖ ਕੇ ਹੈਰਾਨ ਹੋ ਜਾਣਾ ਤਾਂ ਅੱਗੇ ਤੁਹਾਡੇ ਕੋਲ ਵਰਡ ਹੈ ਆਸਕਡ ਦਾ ਮਤਲਬ ਹੁੰਦਾ ਕੋਈ ਚੀਜ਼ ਨੂੰ ਪੁੱਛਣਾ ਹਾਂਜੀ ਜੇ ਤੁਹਾਡੇ ਸੈਂਟੈਂਸ ਦੇ ਵਿੱਚ ਯੂਜ਼ ਕੀਤੇ ਵਰਡ ਆਸਕਡ ਵੰਡਰ ਔਰ ਸਪੋਜ਼ ਹੈ ਤਾਂ ਇਹਨਾਂ ਦੇ ਨਾਲ ਕਦੇ ਵੀ ਦੈਟ ਵਰਡ ਯੂਜ਼
ਨਹੀਂ ਹੋਏਗਾ। ਬੇਸਿਕਲੀ ਆਪਾਂ ਯੂਜ਼ ਕਰਦੇ ਹਾਂ ਜੋ ਕਿ ਆਪਣੇ ਕੋਲੋਂ ਰੋਂਗ ਹੁੰਦਾ ਹੈ, ਤਾਂ ਇਹ ਚੀਜ਼ਾਂ ਜਿਹੜੀ ਤੁਸੀਂ ਨੋਟ ਕਰ ਲੈਣੀ ਹੈ। ਹਾਂਜੀ, ਤਾਂ ਇਹ ਮੋਸਟ ਕਾਮਨ ਜਿਹਾ ਇੱਕ ਆਪਣੇ ਕੋਲੇ ਐਰਰ ਹੁੰਦਾ ਹੈ, ਜਿਹੜਾ ਕਿ ਆਪਾਂ ਬੇਸਿਕਲੀ ਜਦੋਂ ਵੀ ਆਪਾਂ ਸਪੋਕਨ ਕਰਦੇ ਹਾਂ, ਆਈ ਆਸਕਡ ਦੈਟ ਵਾਟ ਆਰ ਯੂ ਡੂਇੰਗ, ਆਹ ਵਾਲੀ ਚੀਜ਼ ਨੂੰ ਹੋ ਗਿਆ ਆਪਣੇ ਕੋਲ ਸੈਂਟੈਂਸ ਹੋ ਗਿਆ ਜੋ ਕਿ ਰੋਂਗ ਹੈ। ਤਾਂ ਇਸ ਤਰੀਕੇ ਨਾਲ ਤੁਹਾਡੇ ਕੋਲੇ ਆਸਕਡ ਹੋ ਗਿਆ, ਵੰਡਰ ਹੋ ਗਿਆ, ਸਪੋਜ਼ ਹੋ ਗਿਆ, ਆਈ ਸਪੋਜ਼ ਦੈਟ, ਇਹ ਵਾਲੀ ਚੀਜ਼ ਰੋਂਗ ਹੈ। ਤਾਂ ਤੁਸੀਂ ਇਹ ਜਿਹੜਾ ਇਹਨਾਂ ਨਾਲ ਦੈਟ ਦਾ ਯੂਜ਼ ਨਹੀਂ ਕਰਨਾ ਹੁੰਦਾ, ਇਹ ਚੀਜ਼ ਤੁਸੀਂ ਧਿਆਨ ਚ ਰੱਖੋਗੇ। ਹਾਂਜੀ, ਤਾਂ ਅੱਗੇ ਤੁਹਾਡੇ ਕੋਲੇ ਕੁਐਸਚਨ ਨੇ ਇਸ ਕਨਸੈਪਟ ਨਾਲ ਰਿਲੇਟਡ। ਦੇਖੋ ਫਰਸਟ ਹੈ, ਆਈ ਆਸਕਡ ਹਿਮ ਦੈਟ ਆਈ ਸ਼ੁਡ ਹੈਲਪ ਹਿਮ, ਬੀ ਪਾਰਟ ਹੈ ਜੀ ਤੁਹਾਡਾ नो एरर। चेक करो ਕਿਹੜੇ ਪਾਰਟ ਦੇ ਵਿੱਚ ਐਰਰ ਹੈ, ਉਸ ਪਾਰਟਿਕੂਲਰ ਪਾਰਟ ਨੂੰ ਤੁਸੀਂ ਕਰੈਕਟ ਕਰਨਾ ਹੈ। ਆਪਾਂ ਜਿਹੜਾ ਆंसर ਤੁਹਾਨੂੰ ਦੱਸਾਂਗੇ। ਦੇਖੋ ਹੁਣ ਇੰਗਲਿਸ਼ ਤੁਹਾਨੂੰ ਆ ਜਿਹੜਾ ਮੈਨੂੰ ਲੱਗਦਾ ਜਿੰਨੇ ਕ ਆਪਾਂ ਕੰਸੈਪਟ ਅੱਜ ਤੱਕ ਕੀਤੇ ਹੈ, ਨਾउन ਪ੍ਰੋਨਾउन ਤੁਹਾਨੂੰ ਕਰਵਾਇਆ, ਐਡਜੈਕਟਿਵ ਐਡਵਰਬ ਤੁਹਾਨੂੰ ਕਰਵਾਇਆ, ਪ੍ਰੈਪੋਜੀਸ਼ਨ ਦਾ ਟੌਪਿਕ ਆਪਾਂ ਕੀਤਾ ਹੈ, ਇਸ ਤੋਂ ਇਲਾਵਾ ਆਰਟੀਕਲਸ ਆਪਾਂ ਡਿਸਕਸ ਕੀਤੇ ਆ। ਤਾਂ ਆਈ ਹੋਪ ਤੁਸੀਂ ਇਹ ਜਿਹੜਾ ਇੰਗਲਿਸ਼ ਦਾ ਉਹ ਵਾਲੇ ਜਿੰਨੇ ਵੀ ਕੁਐਸਚਨ ਕੀਤੇ ਉਹਨਾਂ 'ਚ ਤੁਹਾਨੂੰ ਕਿਸੇ ਵੀ ਤਰੀਕੇ ਦਾ ਕੋਈ ਵੀ ਡਾਊਟ ਨਹੀਂ ਹੋਏਗਾ, ਬਿਕੋਜ਼ ਆਪਾਂ ਬੇਸਿਕ ਲੈਵਲ ਤੋਂ ਲੈ ਕੇ ਐਡਵਾਂਸ ਲੈਵਲ ਤੱਕ ਦੇ ਕੁਐਸਚਨ ਵੀ ਡਿਸਕਸ ਕੀਤੇ ਹੈ। ਸੈਕੰਡ ਚੀਜ਼, ਤੁਹਾਨੂੰ ਹਰ ਇੱਕ ਕੰਸੈਪਟ ਪੂਰੇ ਬਰੀਫ ਦੇ ਵਿੱਚ ਡਿਟੇਲ ਦੇ ਵਿੱਚ ਹੈ ਜਿਹੜਾ ਆਪਾਂ ਕਰਵਾਇਆ। ਹਰ ਇੱਕ ਕੁਐਸਚਨ ਦੇ ਜਿਹੜੇ ਹੈਗੇ ਆਂਸਰ ਤੁਹਾਨੂੰ ਪੂਰੇ ਚੰਗੇ ਤਰੀਕੇ ਨਾਲ ਸਮਝਾਇਆ, ਤਾਂ ਜੋ ਤੁਸੀਂ ਜੇ ਕਿਸੇ ਵੀ ਕੁਐਸਚਨ ਨੂੰ ਪੇਪਰ ਦੇ ਵਿੱਚ ਦੇਖ ਰਹੇ ਹੋ ਜਾਂ ਕੱਲੇ ਉਹ ਕੁਐਸਚਨ ਨਹੀਂ, ਉਹਨਾਂ ਨਾਲ ਰਿਲੇਟਡ ਕੋਈ ਵੀ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲਦਾ ਹੈ, ਤਾਂ ਤੁਸੀਂ ਉਹਨਾਂ ਨੂੰ ਈਜ਼ੀਲੀ ਹੈ ਜਿਹੜਾ ਐਰਰ ਫਾਈਂਡ ਆਊਟ ਕਰ ਸਕੋ, ਈਜ਼ੀਲੀ ਆਪਣਾ ਜਿਹੜਾ ਆਂਸਰ ਹੈ ਉਹ ਮਾਰਕ ਕਰ ਸਕੋ ਤੇ ਆਪਣਾ ਸਕੋਰ ਹੈ ਜਿਹੜਾ ਉਹ ਪੱਕਾ ਕਰ ਸਕੋ। ਤਾਂ ਹੁਣ ਇਹੀ ਜੇ ਆਪਣਾ ਸੇਮ ਲੈਵਲ ਹੈ, ਹਰ ਇੱਕ ਟੌਪਿਕ ਦੇ ਵਿੱਚ ਚੱਲਦਾ ਹੈ। ਆਪਣਾ ਜਿਵੇਂ ਹੁਣ ਕੰਜੰਕਸ਼ਨ ਚੱਲ ਰਿਹਾ, ਕੰਜੰਕਸ਼ਨ ਦੇ ਵਿੱਚ ਆਪਾਂ ਬੇਸਿਕ ਟੂ ਐਡਵਾਂਸ ਲੈਵਲ ਲੈ ਕੇ ਚੱਲੇ ਹਾਂ। ਤਾਂ ਧਿਆਨ ਨਾਲ ਤੁਸੀਂ ਬਸ ਸਿਰਫ ਤੁਹਾਡਾ ਇੰਨਾ ਕੁ ਕੰਮ ਹੈ, ਕੰਸੈਪਟ ਦੇ ਨੋਟਸ ਬਣਾਓ, ਸੈਕੰਡ ਚੀਜ਼ ਉਹਨਾਂ ਨੂੰ ਬਾਰ-ਬਾਰ ਰਿਵਾਈਜ਼ ਕਰੋ, ਤੇ ਇਹਦੇ ਨਾਲ ਹੀ ਜਿਹੜਾ ਤੁਹਾਡਾ ਇੰਗਲਿਸ਼ ਦਾ ਸਿਲੇਬਸ ਕੰਪਲੀਟ ਹੋ ਜਾਏਗਾ। ਕਿਉਂਕਿ ਇੰਗਲਿਸ਼ ਦੇ ਵਿੱਚ ਜ਼ਿਆਦਾ ਇੰਨਾ ਹੈ ਨਹੀਂ ਕਿ ਬਸ ਆਪਾਂ ਇੱਕ ਵਾਰ ਕਰ ਲਏ ਤਾਂ ਠੀਕ ਹੈ, ਇੰਨਾ ਜ਼ਿਆਦਾ ਬਾਰ-ਬਾਰ ਆਪਾਂ ਨੂੰ ਕਰਨ ਦੀ ਲੋੜ ਨਹੀਂ ਹੁੰਦੀ। ਬਸ ਸਿੰਪਲ ਇਹ ਚੀਜ਼ ਹੈ ਕਿ ਰਿਵੀਜ਼ਨ ਤੁਸੀਂ ਹੈਗੇ ਜਿਹੜੀ ਮੈਕਸਿਮਮ ਟਾਈਮ ਲੈਣੀ ਹੁੰਦੀ ਹੈ, ਮੈਕਸਿਮਮ ਟਾਈਮ ਰਿਵੀਜ਼ਨ ਲਓਗੇ ਤਾਂ ਹੀ ਤੁਹਾਡੇ ਕੰਸੈਪਟ ਹੈ ਜਿਹੜੇ ਤੁਹਾਨੂੰ ਕਲੀਅਰ ਹੋਣਗੇ। ਹਾਂਜੀ, ਹੁਣ 11 ਨੰਬਰ ਕੁਐਸਚਨ ਸੀ ਤੁਹਾਡਾ, ਦੇਖੋ ਕਿ ਇੱਥੇ ਆ ਰਿਹਾ ਸੀ I asked him that I should help him। ਹੁਣ asked word use ਕੀਤਾ ਤੇ after ਦੇ ਨਾਲ that use ਨਹੀਂ ਹੋ ਸਕਦਾ, B part ਦੇ ਵਿੱਚ error ਸੀ। Simple। Second question देखो, 12 number question। He wondered that what would be the next move of his opponents। D part ਹੈ ਜੀ ਤੁਹਾਡਾ no error। ਚੈੱਕ ਕਰੋ ਕਿੱਥੇ error ਹੈ, ਛੇਤੀ ਛੇਤੀ ਤੁਸੀਂ ਇਹ ਜਿਹੜਾ ਆंसर ਮਾਰਕ ਕਰਨਾ ਹੈ, ਬਿਕਾਜ਼ ਹੁਣ ਤੱਕ concept ਤੁਹਾਨੂੰ ਸਮਝ ਆਈ ਗਿਆ ਹੋਵੇਗਾ। asked wonder ਤੇ suppose ਦੇ ਨਾਲ ਕਦੇ ਵੀ ਤੁਸੀਂ that ਦਾ use ਨਹੀਂ ਕਰਦੇ। ਹਾਂਜੀ, ਤੇ ਕਿੱਥੇ error ਹੈ, A part ਦੇ ਵਿੱਚ error ਹੈ। ਤੁਸੀਂ use ਕੀਤਾ I wondered that, ਤਾਂ ਇੱਥੇ ਜੋ ਕਿ wrong ਹੈ, wonder ਦੇ ਨਾਲ ਕਦੇ ਵੀ that ਦਾ use ਨਹੀਂ ਹੁੰਦਾ, ਸੋ A part ਵਿੱਚ ਤੁਹਾਡੀ error ਸੀ। हाँ, तो लास्ट कंसेप्ट है कंजंक्शन का भी लास्ट कंसेप्ट है, प्लस अपनी ਅੱਜ ਦੀ ਕਲਾਸ ਦਾ ਵੀ ਲਾਸਟ ਕੰਸੈਪਟ ਹੈ ਯੂਜ਼ ਆਫ ਵੈਦਰ ਔਰ। ਤਾਂ ਹੁਣ ਸੈਂਟੈਂਸ ਦੇ ਵਿੱਚ ਤੁਸੀਂ ਕਿੱਥੇ ਵੈਦਰ ਔਰ ਦਾ ਯੂਜ਼ ਕਰਨਾ, ਤੇ ਬੇਸਿਕਲੀ ਦੇਖਿਆ ਜਾਵੇ ਤਾਂ ਤੁਹਾਡੇ ਕੋਲੇ ਇਫ ਤੇ ਦੂਸਰਾ ਵਰਡ ਹੈ ਜੀ ਵੈਦਰ। ਇਹ ਦੋਨੋਂ ਕੀ ਨੇ, ਇੰਟਰਚੇਂਜੇਬਲ ਨੇ, ਮਤਲਬ ਤੁਸੀਂ ਇੱਕ ਦੂਜੇ ਦੀ ਥਾਂ ਦੇ ਉੱਤੇ ਇਹਨਾਂ ਨੂੰ ਯੂਜ਼ ਕਰ ਸਕਦੇ ਹੋ। ਸੈਕੰਡ ਚੀਜ਼ ਇਹ ਕੰਡੀਸ਼ਨ ਵਾਸਤੇ ਯੂਜ਼ ਕੀਤੇ ਜਾਂਦੇ, ਕਿਸੇ ਚੀਜ਼ ਦੀ ਕੰਡੀਸ਼ਨ ਦੱਸਦੇ। ਕੰਡੀਸ਼ਨ ਮਤਲਬ ਇਹ ਚੀਜ਼ ਕਿਉਂ ਇਹ ਹੋਊਗਾ ਜੇ ਇਹ ਹੋ ਗਿਆ, ਤਾਂ ਇਸ ਤਰੀਕੇ ਨਾਲ ਕੋਈ ਨਾ ਕੋਈ ਕੰਡੀਸ਼ਨ ਹੁੰਦੀ ਹੈ ਜਿਹੜੀ ਇਹਨਾਂ ਨੂੰ ਸੈਂਟੈਂਸ ਦੇ ਵਿੱਚ ਜੇ ਤੁਸੀਂ ਯੂਜ਼ ਕਰ ਰਹੇ ਹੋ ਤਾਂ ਇੱਥੇ ਤੁਹਾਡੇ ਕੋਲ ਕੰਡੀਸ਼ਨ ਦਿੱਤੀ ਹੁੰਦੀ ਹੈ। ਦੇਖੋ ਹੁਣ ਆਪਣੇ ਕੋਲ ਵੈਦਰ ਦੀ ਔਰ ਦਾ ਪੇਅਰ ਹੁੰਦਾ ਹੈ, ਸੈਂਟੈਂਸ ਦੇ ਵਿੱਚ ਵੈਦਰ ਦੇ ਨਾਲ ਤੁਸੀਂ ਔਰ ਦਾ ਯੂਜ਼ ਕਰ ਸਕਦੇ ਹੋ, ਬਟ ਇਫ ਦੇ ਨਾਲ ਕਦੇ ਔਰ ਦਾ ਯੂਜ਼ ਨਹੀਂ ਹੁੰਦਾ, ਇਹ ਚੀਜ਼ ਤੁਸੀਂ ਨੋਟ ਕਰ ਸਕਦੇ ਹੋ। ਇਫ ਦੇ ਨਾਲ ਔਰ ਦਾ ਯੂਜ਼ ਕਦੇ ਨਹੀਂ ਕੀਤਾ ਜਾਂਦਾ। ਸੈਕੰਡ ਚੀਜ਼ ਆਪਣੇ ਕੋਲ ਦੇਖੋ, ਜਿਵੇਂ ਤੁਹਾਨੂੰ ਦੱਸਿਆ ਹੀ ਹੈ ਕਿ ਵੈਦਰ ਐਂਡ ਇਫ ਕੈਨ ਬੀ ਯੂਜ਼ ਇੰਟਰਚੇਂਜੇਬਲੀ, ਮਤਲਬ ਵੈਦਰ ਦੀ ਥਾਂ ਤੇ ਤੁਸੀਂ ਇਫ ਦੀ ਥਾਂ ਤੇ ਵੈਦਰ ਦਾ ਯੂਜ਼ ਕਰ ਸਕਦੇ ਹੋ। ਬਟ ਜੇ ਤੁਹਾਡੇ ਕੋਲ ਸੈਂਟੈਂਸ ਦੇ ਵਿੱਚ ਔਰ ਵਰਡ ਮੈਂਸ਼ਨ ਹੋ ਗਿਆ, ਔਰ ਪੇਅਰ ਯੂਜ਼ ਕੀਤਾ ਹੋਇਆ, ਔਰ ਵਰਡ ਯੂਜ਼ ਕੀਤਾ ਹੋਇਆ, ਤਾਂ ਤੁਸੀਂ ਹਮੇਸ਼ਾ ਹੀ ਵੈਦਰ ਨੂੰ ਯੂਜ਼ ਕਰੋਗੇ, ਬਿਕਾਜ਼ ਉੱਥੇ ਤੁਹਾਡੇ ਕੋਲ ਵੈਦਰ ਦੀ ਥਾਂ ਤੇ ਇਫ ਯੂਜ਼ ਨਹੀਂ ਕੀਤਾ ਜਾ ਸਕਦਾ, ਇਫ ਤੇ ਔਰ ਦਾ ਪੇਅਰ ਨਹੀਂ ਹੁੰਦਾ। ਇਹ ਚੀਜ਼ ਹੈ ਜਿਹੜੀ ਰੋਂਗ ਹੈ, ਵੈਦਰ ਤੇ ਔਰ ਦਾ ਪੇਅਰ ਹੁੰਦਾ, ਇਫ ਔਰ ਦਾ ਪੇਅਰ ਨਹੀਂ ਬਣਦਾ। ਜੇ ਸੈਂਟੈਂਸ 'ਚ ਔਰ ਆ ਗਿਆ ਫਿਰ ਤਾਂ ਤੁਹਾਡੇ ਕੋਲ ਆਪਸ਼ਨ ਹੀ ਨਹੀਂ ਰਹੇਗੀ, ਤੁਸੀਂ ਤਾਂ ਫਿਰ ਇਫ ਦਾ ਯੂਜ਼ ਕਰ ਹੀ ਨਹੀਂ ਸਕਦੇ, ਫਿਰ ਤੁਸੀਂ ਵੈਦਰ ਦਾ ਹੀ ਯੂਜ਼ ਕਰੋਗੇ। ਸੋ ਇਹ ਹੈ ਜੀ ਤੁਹਾਡਾ ਕੰਸੈਪਟ। ਚੈੱਕ ਕਰੋ ਆਪਣੇ ਕੁਐਸਚਨ ਨੇ, 30 ਨੰਬਰ ਕੁਐਸਚਨ ਤੁਹਾਨੂੰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ। He asked me if I was coming or not। He asked me if I was coming or not। तो देखो अपने को ਕੀ यूज ਕੀਤਾ, or ਦਾ यूज ਕੀਤਾ ਹੋਇਆ। ਸੈਕੰਡ ਚੀਜ਼ ਤੁਸੀਂ ਦੇਖਿਆ ਇਹਦੇ ਨਾਲ if यूज ਕੀਤਾ ਹੋਇਆ, ਜੋ ਕਿ wrong ਹੈ। ਹੁਣ if or ਦਾ ਪੇਅਰ ਤਾਂ ਨਹੀਂ ਹੁੰਦਾ, if or ਦਾ ਤਾਂ ਪੇਅਰ ਹੀ ਨਹੀਂ ਹੁੰਦਾ, ਜੋ ਕਿ wrong ਹੋ ਗਿਆ ਆਪਣੇ ਕੋਲੇ। ਹੁਣ ਇੱਥੇ ਤੁਸੀਂ ਸੈਕੰਡ ਚੀਜ਼ coming or not, coming not, ਐਵੇਂ I was coming or not, ਇਹ ਵਾਲੀ ਚੀਜ਼ यूज ਨਹੀਂ ਕਰ ਸਕਦੇ, ਫਿਰ ਤੁਹਾਨੂੰ ਇੱਥੇ ਪੇਅਰ ਤਾਂ ਚਾਹੀਦਾ ਹੀ ਹੋਗਾ। ਹੁਣ ਪੇਅਰ ਤਾਂ ਵੈਦਰ ਔਰ ਦਾ ਹੁੰਦਾ ਹੈ, if or ਦਾ ਤਾਂ ਨਹੀਂ ਹੁੰਦਾ। ਇਹਦੇ ਨਾਲ ਤੁਸੀਂ if ਨੂੰ ਰਿਮੂਵ ਕਰੋਗੇ, ਇੱਥੇ यूज ਕਰ ਲਓਗੇ ਜੀ ਵੈਦਰ ਦਾ। ਇੱਥੇ ਕੀ ਆਏਗਾ, ਵੈਦਰ ਯੂਜ਼ ਕੀਤਾ ਜਾਏਗਾ। ਸੋ ਬੀ ਪਾਰਟ ਵਿੱਚ ਤੁਹਾਡੇ ਇੱਥੇ ਐਰਰ ਸੀ ਜੋ ਤੁਸੀਂ ਮਾਰਕ ਕਰਨੀ ਚਾਹੇ ਹੋ। ਕਨਸੈਪਟ ਕਲੀਅਰ ਹੋ ਗਿਆ ਹੋਵੇਗਾ। ਵੈਦਰ ਔਰ ਦਾ ਪੇਅਰ ਹੁੰਦਾ ਹੈ, ਇਫ ਔਰ ਦਾ ਪੇਅਰ ਨਹੀਂ ਹੁੰਦਾ। ਸੈਕੰਡ ਚੀਜ਼, ਜੇ ਸੈਂਟੈਂਸ ਦੇ ਵਿੱਚ ਔਰ ਵਰਡ ਮੈਂਸ਼ਨ ਹੈ, ਔਰ ਪੇਅਰ ਯੂਜ਼ ਕੀਤਾ ਹੋਇਆ, ਵੈਦਰ ਦੇ ਨਾਲ ਯੂਜ਼ ਕੀਤਾ ਜਾਏਗਾ। ਸੋ ਇਫ ਦੀ ਥਾਂ ਦੇ ਵਿੱਚ ਕੱਟ ਕੇ ਹੀ ਯੂਜ਼ ਕਰੋਗੇ, ਵੈਦਰ ਦਾ ਯੂਜ਼ ਕਰੋਗੇ। ਸੇਮ ਡਿਟੋ ਕੁਐਸਚਨ ਹੈ ਜਿਹੜੇ ਤੁਹਾਨੂੰ ਪੇਪਰ 'ਚ ਦੇਖਣ ਨੂੰ ਮਿਲਣਗੇ। ਹਾਂਜੀ, ਤਾਂ 40 ਨੰਬਰ ਕੁਐਸਚਨ ਤੇ ਲਾਸਟ ਕੁਐਸਚਨ ਤੁਹਾਡਾ ਅੱਜ ਦੀ ਕਲਾਸ ਦਾ ਚੈੱਕ ਕਰੋ। You must admire the artwork whether your brother has done it
सी पार्ट डी पार्ट है ਤੁਹਾਡਾ नो एरर चेक करो ਕਿਹੜੇ ਪਾਰਟ ਦੇ ਵਿੱਚ ਐਰਰ ਹੈ ਤੇ ਉਸ ਪਾਰਟਿਕੂਲਰ ਐਰਰ ਨੂੰ ਤੁਸੀਂ ਕਰੈਕਟ ਕਰਨਾ ਹੈ ਦੈਨ ਆਪਾਂ ਇਹਦਾ ਆਨਸਰ ਦੇਖਾਂਗੇ ਦੇਖੋ ਜੀ you must admire the artwork whether your brother has done it ਹਾਂਜੀ ਤਾਂ ਆਈ ਹੋਪ ਤੁਸੀਂ ਆਨਸਰ ਮਾਰਕ ਕਰ ਲਿਆ ਹੋਵੇਗਾ ਤਾਂ ਇੱਥੇ ਦੇਖੋ ਤੁਹਾਡੇ ਕੋਲ ਵੈਦਰ ਵਰਡ ਦਿੱਤਾ ਹੋਇਆ ਅੱਗੇ ਤੁਹਾਡੇ ਕੋਲ ਕੋਈ ਔਰ ਵਰਡ ਯੂਜ਼ ਨਹੀਂ ਕੀਤਾ ਹੋਇਆ ਕਿ ਇੱਥੇ ਔਰ ਵਰਡ ਯੂਜ਼ ਕੀਤਾ ਦੇਖੋ ਯੂਰ ਬ੍ਰਦਰ ਹੈਜ਼ ਡਨ ਇਟ ਔਰ ਨਾਟ ਜਿਵੇਂ ਇੱਥੇ ਔਰ ਨਾਟ ਹੁੰਦਾ ਫਿਰ ਤਾਂ ਠੀਕ ਸੀ ਵੈਦਰ ਦਾ ਯੂਜ਼ ਔਰ ਦੇ ਨਾਲ ਹੋ ਸਕਦਾ ਸੀ ਬਟ ਇੱਥੇ ਤੁਹਾਡੇ ਕੋਲ ਕੋਈ ਹੋਰ ਔਰ ਵਰਡ ਯੂਜ਼ ਨਹੀਂ ਕੀਤਾ ਹੋਇਆ ਇਟ ਮੀਨਸ ਤੁਸੀਂ ਕੀ ਯੂਜ਼ ਕਰੋਗੇ ਤਾਂ ਸਿੰਪਲ ਕੰਡੀਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਵੈਦਰ ਦਾ ਯੂਜ਼ ਨਾ ਕਰਕੇ ਤੁਸੀਂ ਇੱਥੇ ਯੂਜ਼ ਕਰ ਲਓਗੇ ਜੀ ਇਫ ਨੂੰ ਪ੍ਰੈਫਰੈਂਸ ਦੇਵੋਗੇ ਸੋ ਬੀ ਪਾਰਟ ਦੇ ਤੁਹਾਡੀ ਇੱਥੇ ਐਰਰ ਸੀ ਬੀ ਹੈ ਜਿਹੜਾ ਤੁਸੀਂ ਮਾਰਕ ਕਰਨਾ ਸੀ ਆਈ ਹੋਪ ਤੁਹਾਨੂੰ ਕਨਸੈਪਟ ਕਲੀਅਰ ਹੋ ਗਿਆ ਹੋਵੇਗਾ ਬਾਕੀ ਅੱਜ ਦੀ ਕਲਾਸ ਦੇ ਵਿੱਚ ਜਿੰਨੇ ਵੀ ਕਨਸੈਪਟ ਕੀਤੇ ਆ ਇੱਕ ਵਾਰ ਲੈ ਲੈਣੇ ਉਹਨਾਂ ਦੀ ਕੁਇਕ ਰਿਵੀਜ਼ਨ ਤੇ ਦੈਨ ਹੈ ਜਿਹੜਾ ਆਪਾਂ ਕਲਾਸ ਨੂੰ ਕਰਦੇ ਹਾਂ ਓਵਰ ਦੇਖੋ ਜੀ ਤਾਂ ਫਰਸਟ ਕਨਸੈਪਟ ਜਿਹੜਾ ਤੁਹਾਨੂੰ ਅੱਜ ਦੀ ਕਲਾਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜਿਹੜਾ ਅੱਜ ਤੱਕ ਆਪਾਂ ਪਿਛਲੀ ਕਲਾਸ ਵਾਲਾ ਹੋਮਵਰਕ ਕੁਐਸਚਨ ਹੀ ਕਰਵਾਇਆ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਮਿਥ ਕੰਜੰਕਸ਼ਨ ਦੇ ਉੱਤੇ ਕੁਐਸਚਨ ਸੀ ਜਿਨ੍ਹਾਂ ਸਟੂਡੈਂਟਸ ਨੇ ਕੀਤਾ ਹੋਵੇਗਾ ਉਹ ਵੈਲ ਐਂਡ ਗੁੱਡ ਬਾਕੀ ਜੋ ਨਹੀਂ ਕਰ ਰਹੇ ਤਾਂ ਕੋਸ਼ਿਸ਼ ਕਰਿਆ ਕਰੋ ਕਿ ਆਪਣੇ ਜਿਹੜੇ ਕਲਾਸ ਦੇ ਵਿੱਚ ਜੋ ਵੀ ਤੁਹਾਨੂੰ ਹੋਮਵਰਕ ਦਿੱਤਾ ਜਾਂਦਾ ਉਹਦਾ ਰਿਸਪੌਂਸ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਆਪਣੇ ਆਨਸਰ ਜਿਹੜੇ ਉਹਦੇ ਕਰੋ ਹਾਂਜੀ ਤਾਂ ਹੁਣ ਕੰਜੰਕਸ਼ਨ ਦੇ ਵਿੱਚ ਸਭ ਤੋਂ ਪਹਿਲਾ ਟੌਪਿਕ ਤੁਹਾਨੂੰ ਕਰਵਾਇਆ ਐਂਡ ਨਾਲ ਰਿਲੇਟਡ ਜੇ ਦੋ ਸੈਂਟੈਂਸਸ ਵਰਡਸ ਸਬਜੈਕਟਸ ਆਪਣੇ ਕੋਲੇ ਜੁਆਇਨ ਕੀਤੇ ਜਾ ਰਹੇ ਐਡ ਦੇ ਨਾਲ ਜੇ ਉਹ ਹੈਗੇ ਡਿਫਰੈਂਟ ਸਬਜੈਕਟ ਨੇ ਅਲੱਗ-ਅਲੱਗ ਮੀਨਿੰਗ ਦੇ ਰਿਹਾ ਤਾਂ ਬਹੁਤ ਪਲੂਰਲ ਹੋਏਗੀ ਜੇ ਸਿੰਗੂਲਰ ਮੀਨਿੰਗ ਹੈ ਜਿਹੜਾ ਉਹ ਕਨਵੇ ਕਰ ਰਿਹਾ ਤਾਂ ਉੱਥੇ ਤੁਹਾਡੇ ਕੋਲੇ verb ਕੀ ਹੋਏਗੀ ਜੇ ਸਿੰਗੂਲਰ ਹੋਏਗੀ ਨੈਕਸਟ ਆਪਾਂ ਇੱਕ ਟੌਪਿਕ ਕੀਤਾ ਹੈ ਕਿ ਕੁਝ ਕੁ ਪੇਅਰ ਹੁੰਦੇ ਆ ਜਿਵੇਂ ਲਾਈਮ ਐਂਡ ਸੋਡਾ ਸਮ ਐਂਡ ਸਬਸਟੈਂਸਸ ਪਾਵਰ ਐਂਡ ਇਨਫਲੂਐਂਸ ਤਾਂ ਇਹ ਕੀ ਹੁੰਦੇ ਆ ਤੁਹਾਡੇ ਕੋਲ ਹਮੇਸ਼ਾ ਸਿੰਗੂਲਰ verb ਵਿੱਚ ਚੱਲਦੇ ਆ ਇਹਨਾਂ ਵੀ ਤੁਸੀਂ ਨੋਟ ਕਰ ਲੈਣਾ ਹੈ ਪਲੱਸ ਬਾਰ-ਬਾਰ ਰਿਵਾਈਜ਼ ਕਰਨਾ ਤਾਂ ਤੁਹਾਡੇ ਈਜ਼ੀਲੀ ਇਹ ਜਿਹਦੇ ਯਾਦ ਹੋ ਜਾਣਗੇ ਹਾਂਜੀ ਤਾਂ ਦੈਨ ਆਪਾਂ ਜਿਹੜਾ ਕਨਸੈਪਟ ਕੀਤਾ ਸੀ ਉਹ ਸੀ ਆਪਣਾ ਹਾਂਜੀ ਤਾਂ ਅੱਗੇ ਆਪਾਂ ਜਿਹੜਾ ਤੁਹਾਨੂੰ ਕਨਸੈਪਟ ਕਰਾਇਆ ਉਸੇ ਤੁਹਾਡੇ ਕੋਲੇ ਜੇ ਦੋ ਸਬਜੈਕਟ ਜੁਆਇਨ ਕੀਤੇ ਜਾ ਰਹੇ ਬਾਈ ਯੂਜ਼ਿੰਗ ਕੰਜੰਕਸ਼ਨਸ ਬਿਸਾਈਡਸ ਐਸ ਵੈਲ ਐਸ ਐਂਡ ਨਾਟ ਅਲੋਂਗ ਵਿਦ ਇਨ ਐਡੀਸ਼ਨ ਟੂ ਟੁਗੇਦਰ ਵਿਦ ਲਾਈਕ ਅਨਲਾਈਕ ਕੰਪਨੀ ਬਾਈ ਵਿਦ ਤਾਂ verb ਹੈ ਜਿਹੜੀ ਤੁਹਾਡੀ ਕਿਹਦੇ ਅਕੋਰਡਿੰਗ ਆਉਂਦੀ ਹੈ ਫਰਸਟ ਸਬਜੈਕਟ ਅਕੋਰਡਿੰਗ ਹੈ ਜੀ ਤੁਸੀਂ ਧਿਆਨ 'ਚ ਰੱਖਣੀ ਹੈ ਸੈਕਿੰਡ ਆਪਾਂ ਦੇਖਿਆ ਕਿ ਕੁਝ ਕੁ ਵਰਡ ਹੁੰਦੇ ਆ ਜਿਹੜੇ ਤੁਹਾਡੇ ਕੋਲੇ ਸੈਂਟੈਂਸਸ ਦੇ ਵਿੱਚ ਜੁਆਇਨ ਕੀਤੇ ਜਾ ਰਹੇ ਨਨ ਬਟ not only but also neither nor either or ਜਾਂ ਫਿਰ ਆਪਣੇ ਕੋਲੇ nor and or ਦੇ ਨਾਲ ਤਾਂ ਤੁਸੀਂ ਕੀ ਕਰਨਾ ਹੁੰਦਾ ਸੈਕਿੰਡ ਸਬਜੈਕਟ ਅਕੋਰਡਿੰਗ verb ਯੂਜ਼ ਕਰਨੀ ਹੈ ਸੈਕਿੰਡ ਸਬਜੈਕਟ ਸਿੰਗੂਲਰ ਹੋਏਗਾ ਤਾਂ verb ਸਿੰਗੂਲਰ ਸੈਕਿੰਡ ਸਬਜੈਕਟ ਤੁਹਾਡਾ ਜੇ ਪਲੂਰਲ ਹੋ ਗਿਆ ਤਾਂ verb ਵੀ ਤੁਹਾਡੀ ਕੀ ਹੋ ਜਾਏਗੀ ਪਲੂਰਲ ਹੋ ਜਾਏਗੀ ਦੈਨ ਆਪਾਂ ਜਿਹੜਾ ਕਨਸੈਪਟ ਕੀਤਾ ਉਸੇ ਤੁਹਾਡੇ ਕੋਲੇ words until unless if once in case after before when while as soon as ਇਹਨਾਂ ਦੇ ਨਾਲ ਕਦੇ ਵੀ ਜਿਹੜਾ ਤੁਹਾਡੇ ਕੋਲੇ will shall ਯੂਜ਼ ਨਹੀਂ ਹੋਏਗਾ ਤਾਂ ਜੇ ਤੁਹਾਡੇ ਕੋਲੇ ਸੈਂਟੈਂਸ ਦੇ ਵਿੱਚ ਯੂਜ਼ ਕੀਤੇ ਵਰਡ ਇਹ ਵਾਲੇ ਵਰਡ ਆ ਜਾਂਦੇ ਆ ਤਾਂ ਤੁਸੀਂ ਦੇਖੋਗੇ ਤਾਂ ਸੈਕਿੰਡ ਪਾਰਟ ਦੇ ਵਿੱਚ ਤੁਹਾਡੇ ਕੋਲੇ will shall ਯੂਜ਼ ਨਹੀਂ ਕੀਤਾ ਜਾਏਗਾ ਇਹ ਹੈ ਜੀ ਤੁਹਾਡਾ ਦੈਨ ਕਨਸੈਪਟ ਜਿਹੜਾ ਆਪਾਂ ਡਿਸਕਸ ਕੀਤਾ ਅੱਗੇ ਤੁਹਾਡੇ ਕੋਲ ਕਨਸੈਪਟ ਜੋ ਕਿ ਆਸਕ ਵੰਡਰ ਤੇ ਸਪੋਜ਼ ਵਰਡ ਸੀ ਤਾਂ ਇਹਨਾਂ ਦੇ ਨਾਲ ਕਦੇ ਵੀ ਤੁਸੀਂ ਦੈਟ ਦਾ ਯੂਜ਼ ਨਹੀਂ ਕਰੋਗੇ ਬਾਕੀ ਜਦੋਂ ਆਪਾਂ ਟ੍ਰਾਂਸਲੇਸ਼ਨ ਕਰਦੇ ਹਾਂ ਬੇਸਿਕਲੀ ਆਪਣੀ ਜਿਹੜੀ ਆਦਤ ਹੁੰਦੀ ਹੈ ਆਪਾਂ ਹਰ ਇੱਕ ਸੈਂਟੈਂਸ ਨੂੰ ਪੜ੍ਹਦੇ ਹਾਂ ਇੰਗਲਿਸ਼ ਨੂੰ ਹੁਣ ਪੰਜਾਬੀ ਚ ਟ੍ਰਾਂਸਲੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੋ ਕਿ ਆਪਣੇ ਕੋਲੇ ਇੱਕ ਤਰੀਕੇ ਨਾਲ ਕਹਿ ਲਓ ਇੰਗਲਿਸ਼ ਕਦੇ ਵੀ ਆਪਾਂ ਪੰਜਾਬੀ ਚ ਟ੍ਰਾਂਸਲੇਟ ਕਰਕੇ ਨਹੀਂ ਸਿੱਖ ਸਕਦੇ ਇਹਦੇ ਵਾਸਤੇ ਤੁਹਾਨੂੰ ਸਿਰਫ ਇੰਗਲਿਸ਼ ਦੀ ਪ੍ਰੈਕਟਿਸ ਕਰਨ ਦੀ ਲੋੜ ਬਾਰ-ਬਾਰ ਇੰਗਲਿਸ਼ ਪੜ੍ਹਦੇ ਚਲੋ ਤਾਂ ਇੰਗਲਿਸ਼ ਸਪੋਕਨ ਵੀ ਹੋ ਜਾਏਗੀ ਸੈਕੰਡ ਜੀ ਤੁਹਾਡੇ ਇੰਗਲਿਸ਼ ਦੇ ਕਨਸੈਪਟ ਵੀ ਕਲੀਅਰ ਹੋ ਜਾਣਗੇ ਸੋ ਆਸਕਡ ਪੁਆਇੰਟਰ ਸਪੋਜ਼ ਦੇ ਨਾਲ ਕਦੇ ਵੀ ਦੈਟ ਦਾ ਯੂਜ਼ ਨਹੀਂ ਕੀਤਾ ਜਾਂਦਾ ਇਹ ਚੀਜ਼ ਜਿਹੜੀ ਤੁਸੀਂ ਨੋਟ ਕਰਨੀ ਹੈ ਇਸ ਚੀਜ਼ ਤੇ ਤੁਹਾਡੇ ਕੋਲੇ ਲਾਸਟ ਕਨਸੈਪਟ ਆਪਣੇ ਕੋਲੇ ਵੈਦਰ ਔਰ ਦਾ ਵੈਦਰ ਔਰ ਦੇ ਵਿੱਚ ਆਪਾਂ ਤੁਹਾਨੂੰ ਕੀ ਕਰਾਇਆ ਕਿ ਜੇ ਤੁਹਾਡੇ ਕੋਲੇ ਸੈਂਟੈਂਸ ਦੇ ਵਿੱਚ ਔਰ ਵਰਡ ਯੂਜ਼ ਕੀਤਾ ਹੋਇਆ ਫਿਰ ਤਾਂ ਤੁਸੀਂ ਹਮੇਸ਼ਾ ਹੀ ਵੈਦਰ ਦਾ ਯੂਜ਼ ਕਰੋਗੇ ਅਦਰਵਾਈਜ਼ ਜਿਹੜੇ ਵੈਦਰ ਤੇ ਔਰ ਆਪਣੇ ਕੋਲੇ ਇੰਟਰਚੇਂਜੇਬਲ ਹੁੰਦੇ ਆ ਮਤਲਬ ਤੁਸੀਂ ਵੈਦਰ ਦੀ ਥਾਂ ਤੇ if ਦੀ ਥਾਂ ਤੇ ਸੌਰੀ ਵੈਦਰ ਐਂਡ if ਆਰ ਇੰਟਰਚੇਂਜੇਬਲ ਤਾਂ ਆਪਾਂ ਵੈਦਰ ਦੀ ਥਾਂ ਤੇ if ਔਰ if ਦੀ ਥਾਂ ਤੇ ਵੈਦਰ ਹੈ ਜਿਹੜਾ ਯੂਜ਼ ਕਰ ਸਕਦੇ ਹਾਂ ਬਟ ਜੇ ਸੈਂਟੈਂਸ 'ਚ ਔਰ ਵਰਡ ਮੈਂਸ਼ਨ ਹੈ ਤਾਂ ਤੁਸੀਂ ਵੈਦਰ ਦਾ ਹੀ ਯੂਜ਼ ਕਰੋਗੇ ਉਹਦੇ ਨਾਲ if ਦਾ ਯੂਜ਼ ਨਹੀਂ ਕਰ ਸਕਦੇ ਬਿਕਾਜ਼ if ਐਂਡ ਔਰ ਦਾ ਪੇਅਰ ਹੈ ਜਿਹੜਾ ਤੁਹਾਡੇ ਕੋਲੇ ਰੋਂਗ ਪੇਅਰ ਹੁੰਦਾ ਹੈ ਇਹ ਸਹੀ ਨਹੀਂ ਹੈ ਹਾਂਜੀ ਤਾਂ ਇਹ ਸੀ ਜੀ ਆਪਣੀ ਕੰਜੰਕਸ਼ਨ ਦੀ ਕਲਾਸ ਲਾਸਟ ਕੰਜੰਕਸ਼ਨ ਕਲਾਸ ਦੀ ਨੈਕਸਟ ਕਲਾਸ ਦੇ ਵਿੱਚ ਆਪਾਂ ਪ੍ਰੈਕਟਿਸ ਕੁਐਸਚਨ ਲੈ ਕੇ ਆਵਾਂਗੇ ਤੁਹਾਨੂੰ ਕੋਈ ਅਰਾਊਂਡ 15 ਟੂ 16 ਕੁਐਸਚਨ ਹੋਣਗੇ ਜਿਹੜੇ ਕਿ ਆਪਾਂ ਡਿਸਕਸ ਕਰਾਂਗੇ ਪ੍ਰੈਕਟਿਸ ਦੇ ਲਈ ਹੋਣਗੇ ਸੋ ਤੁਸੀਂ ਜਿਹੜੀ ਕਲਾਸ ਪ੍ਰੈਕਟਿਸ ਕਲਾਸ ਕਰਨ ਤੋਂ ਪਹਿਲਾਂ ਜਿਹੜੇ ਤੁਹਾਡੇ ਤਿੰਨ ਕਲਾਸਿਸ ਆਪਣੀ ਅੱਜ ਦੀ ਕਲਾਸ ਨੂੰ ਮਿਲਾ ਕੇ ਫਸਟ ਸੈਕੰਡ ਐਂਡ ਥਰਡ ਕੰਜੰਕਸ਼ਨ ਤਿੰਨ ਕਲਾਸਿਸ ਹੋ ਚੁੱਕੀਆਂ ਇਹਨਾਂ ਨੂੰ ਤੁਸੀਂ ਜਿਹੜਾ ਰਿਵਾਈਜ਼ ਕਰ ਲੈਣਾ ਜਿੰਨੇ ਵੀ ਕਨਸੈਪਟ ਕਰਵਾਏ ਗਏ ਫਿਰ ਇਸ ਤੋਂ ਇਲਾਵਾ ਜਿਹੜੇ ਹੈਗੇ ਤੁਹਾਡੇ ਕੋਲੇ ਬਾਕੀ ਜਿੰਨੇ ਵੀ ਤੁਹਾਡੇ ਟੌਪਿਕ ਹੋ ਜਾਣਗੇ ਜੇ ਕਦਾ ਕੋਈ ਹੋਰ ਟੌਪਿਕ ਤੁਹਾਨੂੰ ਮਿਲਿਆ ਤਾਂ ਤੁਹਾਨੂੰ ਪ੍ਰੈਕਟਿਸ ਕਲਾਸ ਦੇ ਵਿੱਚ ਦੇਖਣ ਨੂੰ ਮਿਲ ਜਾਏਗਾ ਬਾਕੀ ਜਿੰਨੇ ਵੀ ਟੌਪਿਕ ਆਪਾਂ ਡਿਸਕਸ ਕੀਤੇ ਆ ਮੋਸਟ ਇੰਪੋਰਟੈਂਟ ਟੌਪਿਕ ਨੇ ਕੰਜੰਕਸ਼ਨ ਵਨ ਆਫ ਦਾ ਕਹ ਲਓ ਈਜ਼ੀਐਸਟ ਪੋਰਸ਼ਨ ਹੈ ਤੁਹਾਡਾ ਇੰਗਲਿਸ਼ ਗ੍ਰਾਮਰ ਦਾ ਤਾਂ ਤੁਸੀਂ ਇਹਨੂੰ ਜਿਹੜਾ ਹੈ ਰਿਵਾਈਜ਼ ਕਰ ਲੈਣਾ ਇਸ ਤੋਂ ਬਾਅਦ ਤੁਸੀਂ ਜਿਹੜੀ ਪ੍ਰੈਕਟਿਸ ਕਲਾਸ ਅਟੈਂਡ ਕਰਨੀ ਹੈ ਤਾਂ ਪ੍ਰੈਕਟਿਸ ਕਲਾਸ ਦੇ ਵਿੱਚ ਤੁਸੀਂ ਕੁਐਸਚਨ ਹੈ ਜਿਹੜੀ ਲਗਾਉਣ ਦੀ ਕੋਸ਼ਿਸ਼ ਕਰਿਓ ਤਾਂ ਦੇਖਿਓ ਕਿ ਤੁਹਾਡੇ ਕਿੰਨੇ ਕੁ ਕੁਐਸਚਨ ਹੈ ਜਿਹੜੇ ਸਹੀ ਹੁੰਦੇ ਆ 15 ਟੂ 16 ਕੁਐਸਚਨ ਤੁਹਾਨੂੰ ਪ੍ਰੋਵਾਈਡ ਕਰਵਾਏ ਜਾਣਗੇ ਟਾਈਮ ਦੇਵਾਂਗੇ ਇਸ ਤੋਂ ਬਾਅਦ ਤੁਸੀਂ ਸੋਲਵ ਕਰੋਗੇ ਹਾਂਜੀ ਤਾਂ ਹੁਣ ਮਿਲਦੇ ਹਾਂ ਨੈਕਸਟ ਸੈਸ਼ਨ ਦੇ ਵਿੱਚ ਜੇ ਕਲਾਸ ਵਧੀਆ ਲੱਗੀ ਤਾਂ ਕਲਾਸ ਨੂੰ ਲਾਈਕ ਜ਼ਰੂਰ ਕਰਨਾ ਹੈ ਸ਼ੇਅਰ ਕਰਨਾ ਹੈ ਸੈਕਿੰਡ ਜੋ ਵੀ ਸਟੂਡੈਂਟ ਚੈਨਲ ਦੇ ਤੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੁਹਾਨੂੰ ਇਸੇ ਤਰੀਕੇ ਨਾਲ A1 ਲੈਵਲ ਦਾ ਜਿਹੜਾ ਕੰਟੈਂਟ ਹੈ ਤੇ ਪ੍ਰੋਵਾਈਡ ਕਰਵਾਇਆ ਜਾਏਗਾ ਤੇ ਤੁਹਾਡੀ ਜਿਹੜੀ ਤਿਆਰੀ ਹੈ ਵਧੀਆ ਤਰੀਕੇ ਨਾਲ ਕਰਵਾਈ ਜਾਏਗੀ ਹਾਂਜੀ ਤਾਂ ਹੁਣ ਮਿਲਾਂਗੇ ਆਪਾਂ ਨੈਕਸਟ ਸੈਸ਼ਨ ਦੇ ਵਿੱਚ ਕੰਜੰਕਸ਼ਨ ਦੀ ਪ੍ਰੈਕਟਿਸ ਕਲਾਸ ਲੈ ਕੇ Okay, thank you.